ਸ਼੍ਰੀ ਅਕਾਲ, ਅਸਲਾਮ ਅਲੈਕਮ, ਜੈ ਸ਼੍ਰੀ ਕ੍ਰਿਸ਼ਨ ਜਾਂਬੋ। ਤੁਹਾਡਾ ਸਾਰਿਆਂ ਦਾ ਸਵਾਗਤ ਦ ਫੇਵਰਟ ਸ਼ੋਅ ਡਾਕਟਰ ਵਲੀ ਦਾ ਸ਼ੋਅ। ਤੁਸੀਂ ਸਭ ਇੰਤਜ਼ਾਰ ਕਰਦੇ ਹੋ ਤੇ ਟਾਈਮ ਨਾ ਜ਼ਾਰਾ ਕਰਦੇ, ਆਪਾਂ ਸਿੱਧਾ ਡਾਕਟਰ ਦੀ ਅਸੀਂ ਲੈਣਾ ਉਹਦਾ ਐਡਵਾਂਟੇਜ, ਕਿਉਂਕਿ ਅੱਜ ਕੱਲ੍ਹ ਤਾਂ ਵੈਸੇ ਹੱਥ ਆ ਜਾਂਦੇ ਨੇ। ਪਹਿਲਾਂ ਜ਼ਰਾ ਦੇਰ ਬਾਅਦ ਆਉਂਦੇ ਸੀ, ਹੁਣ ਤਾਂ ਐਵਰੀ ਵੀਕ ਤਕਰੀਬਨ ਲਾਈਵ ਸ਼ੋਅ ਹੀ ਹੁੰਦਾ ਹੈ। ਡਾਕਟਰ ਸਾਹਿਬ ਵੈਲਕਮ ਤੁਹਾਡੇ ਸ਼ੋਅ ਦੇ ਵਿੱਚ। ਥੈਂਕ ਯੂ ਵੈਰੀ ਮੱਚ ਪੌਲ ਜੀ। ਮੇਰੇ ਵੱਲੋਂ ਤੁਹਾਡੇ ਸਾਰੇ ਦੇਖਣ ਵਾਲੇ ਸੁਣਨ ਵਾਲੇ ਜਿੰਨੇ ਵੀ ਸਾਡੇ ਚਾਹਣ ਵਾਲੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, अस्सलाम वालेकुम, गुड मॉर्निंग, नमस्कार, चांबो। ਡਾਕਟਰ ਸਾਹਿਬ ਤੁਹਾਡੀ ਤਾਂ ਬੜੀ ਲੋੜ ਹੈ, ਹਰ ਦਫਾ ਕੋਈ ਨਾ ਕੋਈ ਗੱਲ ਹੁੰਦੀ ਹੈ। ਬੜੇ ਲੋਕ ਹੁਣ ਦੇਖੋ ਵੈਦਰ ਚੇਂਜ ਹੋ ਰਿਹਾ ਥੋੜਾ ਕਾਫੀ ਇਹ ਮਹੀਨਿਆਂ ਦੇ ਵਿੱਚ। ਮੈਜੋਰਿਟੀ ਲੋਕ ਹਰ ਘਰ ਦੇ ਵਿੱਚ ਕੋਈ ਨਾ ਕੋਈ ਇੱਕ ਨੂੰ ਬਿਮਾਰ ਹੋਵੇ ਤੇ ਸਾਰੇ ਬਿਮਾਰ ਹੁੰਦੇ ਨੇ ਜੀ। ਬੇਸਿਕਲੀ ਅਸਲ ਚੀਜ਼ ਤਾਂ ਇਹ ਹੈ ਕਿ ਸਾਡੀ ਬਾਡੀ ਜਿਸ ਤਰ੍ਹਾਂ ਰੱਬ ਨੇ ਬਣਾਈ, ਸਾਨੂੰ ਬਿਮਾਰ ਨਹੀਂ ਹੋਣਾ ਚਾਹੀਦਾ। ਵੈਦਰ ਚਾਹੇ ਬਿਲਕੁਲ ਠੰਡਾ ਹੋਏ ਚਾਹੇ ਬਿਲਕੁਲ ਗਰਮ ਹੋਏ, ਸਾਡੀ ਬਾਡੀ ਕੋਲ ਇਹ ਐਬਿਲਿਟੀ ਹੈ ਕਿ ਉਹ ਅਡਾਪਟ ਕਰ ਸਕਦੀ ਹੈ, ਉਹ ਚੇਂਜਸ ਕਰ ਲੈਂਦੀ ਹੈ। ਲੇਕਿਨ ਤੁਹਾਨੂੰ ਯਾਦ ਹੈ, ਮੈਨੂੰ ਵੀ ਯਾਦ ਹੈ ਕਿ ਬਚਪਨ 'ਚ ਵੀ ਇਹ ਹੁੰਦਾ ਸੀ, ਜਦੋਂ ਅਸੀਂ ਛੋਟੇ ਹੁੰਦੇ ਸੀ ਕਿ ਸਰਦੀਆਂ ਆਉਂਦੀਆਂ ਸਾਨੂੰ ਪਤਾ ਸੀ ਨਜ਼ਲਾ ਜ਼ਰੂਰ ਹੋਣਾ ਹੈ, ਜ਼ੁਕਾਮ ਜ਼ਰੂਰ ਹੋਣਾ ਹੈ। ਔਰ ਜਦੋਂ ਨਜ਼ਲਾ ਜ਼ੁਕਾਮ ਫਲੂ ਟਾਈਪ ਹੁੰਦਾ ਸੀ, ਸਾਨੂੰ ਸਾਡੇ ਪੇਰੈਂਟਸ ਕਹਿੰਦੇ ਸੀ ਕਿ ਇਹਨੂੰ ਰੋਕਣਾ ਨਹੀਂ ਹੈ, ਨੱਕ ਨੂੰ ਵਗਣ ਦੇਣਾ, ਆਪ ਹੀ ਠੀਕ ਹੋਏਗਾ। ਔਰ ਕੋਈ ਬਸ ਇਹੋ ਜਿਹੀ ਕੋਈ ਨਿੰਬੂ ਸ਼ਿਬੂ ਦਾ ਗਰਮ ਕਰਕੇ ਤੂੰ ਸ਼ਹਿਦ ਸ਼ੂਦ ਪਿਲਾ ਕੇ। ਤੇ ਉਹ ਬੇਸਿਕਲੀ ਉਹ ਕੀ ਹੁੰਦਾ ਸੀ, ਜਾਂ ਇਹ ਜਿਹੜਾ ਫਲੂ ਹੁੰਦਾ ਹੈ, ਜਾਂ ਜਿਹੜੀ ਇਹ ਸਾਨੂੰ ਇਹ ਸੀਜ਼ਨਲ ਇਸ ਕਿਸਮ ਦੀ ਵਕਤੀ ਪ੍ਰੋਬਲਮ ਆਉਂਦੇ ਨੇ, ਇਹ ਬਲੈਸਿੰਗ ਹੁੰਦੀ ਹੈ। ਇਹ ਇਸ ਤਰ੍ਹਾਂ ਹੈ ਕਿ ਤੁਸੀਂ ਸਮਝ ਲਓ ਕਿ ਜਿਵੇਂ ਫੈਕਟਰੀਆਂ ਸਾਲ ਚੱਲਣ ਤੋਂ ਬਾਅਦ ਉਹ 2-3 ਦਿਨ ਲਈ ਸ਼ਟ ਹੁੰਦੀਆਂ ਨੇ, ਕਿ ਅਸੀਂ ਪੂਰੇ ਸਾਲ ਜਿਹੜਾ ਵੀ ਗੜਬੜ ਤੋੜ ਫੋੜ ਜੋ ਕੁਝ ਵੀ ਹੋਇਆ ਹੈ, ਸਫਾਈ ਅਸੀਂ ਇਹਨੂੰ ਦੁਬਾਰਾ ਇੱਕ ਦਫਾ ਰੀਫਰੈਸ਼ ਕਰ ਦਈਏ ਇਸ ਫੈਕਟਰੀ ਨੂੰ, ਉਹ 2-3 ਦਿਨ ਸ਼ਟ ਹੋ ਕੇ ਫਿਰ ਚੱਲ ਪੈਂਦੀ ਹੈ। ਇसी ਤਰ੍ਹਾਂ ਇਹ ਨਜ਼ਲਾ ਜ਼ੁਕਾਮ ਜਿਹੜਾ ਹੈ ਨਾ, ਇੱਕ ਤਰ੍ਹਾਂ ਦਾ ਸਾਡੀ ਫੈਕਟਰੀ ਦਾ ਸਾਡੀ ਬਾਡੀ ਦਾ ਟੂਲ ਹੈ ਕਿ ਉਹ ਕਹਿੰਦੀ ਹੈ ਵੀ ਹੁਣ ਜ਼ਰਾ ਠਹਿਰ ਜਾਓ, ਮੇਰੇ ਤੇ ਬਹੁਤ ਜ਼ਿਆਦਾ ਬਰਡਨ ਆ ਗਿਆ। ਔਰ ਇਧਰੋਂ ਵੈਦਰ ਚੇਂਜ ਹੋਣ ਨਾਲ ਵੀ ਉਹ ਸਟ੍ਰੈਸ ਚਲੀ ਜਾਂਦੀ ਹੈ। ਫਿਰ ਉਹ ਬਾਡੀ ਡਿਸਾਈਡ ਕਰਦੀ ਹੈ ਕਿ ਹੁਣ 2-3 ਦਿਨਾਂ ਲਈ ਇੱਕ ਇਸ ਕਿਸਮ ਦੀ ਸਿਚੁਏਸ਼ਨ ਪੈਦਾ ਕਰੋ ਕਿ ਜਿਹਦੇ ਵਿੱਚ ਕੋਈ ਇਨਫੈਕਸ਼ਨ ਨੂੰ ਵੀ ਅਗਰ ਇਨਕਰੇਜ ਕਰਨਾ ਹੈ। ਬਾਡੀ ਇਮਿਊਨ ਸਿਸਟਮ ਚਾਹੁੰਦਾ ਹੈ ਕਿ ਉਹ ਇਸ ਫੇਜ਼ 'ਚੋਂ ਗੁਜ਼ਰੇ ਜਿਹਦੇ 'ਚ ਹਾਈ ਟੈਂਪਰੇਚਰ ਹੋਏ, ਕਿਉਂਕਿ ਜਦੋਂ ਹਾਈ ਟੈਂਪਰੇਚਰ ਹੁੰਦਾ ਬਲੱਡ ਥਿਨ ਹੋ ਜਾਂਦਾ ਹੈ, ਤੁਹਾਡੀ ਬਾਡੀ ਕੋਲ ਬਹੁਤ ਆਸਾਨੀ ਹੋ ਜਾਂਦੀ, ਤੁਹਾਡੀ ਬਾਡੀ ਕੋਲ ਉਹ ਟੌਕਸਿਨ ਨੂੰ ਔਰ ਵਾਇਰਸ ਨੂੰ ਐਕਸਪੈਲ ਕਰਦੀ ਹੈ, ਠੀਕ ਹੈ ਨਾ। ਲੇਕਿਨ ਜਿਹੜਾ ਅੱਜ ਕੱਲ੍ਹ ਹੋ ਰਿਹਾ ਜਾਂ ਜਿਹੜਾ ਹੁਣ ਮਸਲਨ ਬਾਜ਼ ਲੋਕ ਨੇ ਉਹਨਾਂ ਨੂੰ ਹੁਣ ਦਸੰਬਰ 'ਚ ਪ੍ਰੋਬਲਮ ਹੋਏਗਾ, ਜਨਵਰੀ 'ਚ ਹੋਏਗਾ, ਔਰ ਇਹ ਚੱਲਦਾ ਜਾਏਗਾ ਈਵਨ ਕਿ ਫਿਰ ਪੋਲਨ ਸੀਜ਼ਨ ਸ਼ੁਰੂ ਹੋ ਜਾਏਗਾ ਜੀ, ਉਹਨਾਂ ਨੂੰ ਪੋਲਨ ਐਲਰਜੀ ਸ਼ੁਰੂ ਹੋ ਜਾਏਗੀ। ਫਿਰ ਉਸ ਤੋਂ ਬਾਅਦ ਜ਼ਰਾ ਗਰਮੀ ਆਏਗੀ ਤੇ ਡਸਟ ਐਲਰਜੀ ਸ਼ੁਰੂ ਹੋ ਜਾਏਗੀ। ਬੇਸਿਕਲੀ ਇਹ ਸਾਰੇ ਇਸ਼ੂ ਪੂਅਰ ਇਮਿਊਨ ਸਿਸਟਮ ਦੀ ਵਜ੍ਹਾ ਨਾਲ ਹੋ ਰਹੇ ਨੇ ਕਿ ਤੁਹਾਡਾ ਜਿਹੜਾ ਡਿਫੈਂਸ ਸਿਸਟਮ ਹੈ ਉਹ ਇਰੈਸ਼ਨਲ ਹੈ, ਉਹ ਠੀਕ ਰਿਸਪੌਂਸ ਨਹੀਂ ਕਰ ਰਿਹਾ, ਔਰ ਉਹਨੂੰ ਜਿਸ ਤਰੀਕੇ ਨਾਲ ਇਸ ਸਿਚੁਏਸ਼ਨ ਨੂੰ ਹੈਂਡਲ ਕਰਨਾ ਚਾਹੀਦਾ ਉਹ ਨਹੀਂ ਕਰ ਰਿਹਾ। ਇੱਕ ਤਰ੍ਹਾਂ ਦੀ ਬਾਡੀ ਖੁਦ ਆਪਣੇ ਆਪ ਨੂੰ ਡੀਟੌਕਸ ਕਰਦੀ। ਤੁਸੀਂ ਮਸ਼ੀਨਰੀ ਦੀ ਗੱਲ ਕੀਤੀ ਨਾ ਤਾਂ ਮੇਰੇ ਦਿਮਾਗ ਸਮਝ ਆ ਗਈ। ਹਾਂਜੀ, ਅੰਡਰਸਟੈਂਡ ਕੀਤਾ ਕਿ ਕੀ ਹੋ ਸਕਦਾ ਤੇ ਇਹੀ ਹੋਏਗਾ। ਇਹੀ ਹੁੰਦਾ, ਬਾਡੀ ਖੁਦ ਬ ਖੁਦ ਇਸ ਫੇਜ਼ 'ਚ ਗੁਜ਼ਰਦੀ ਹੈ ਕਿ ਜਿੱਥੇ ਤੁਹਾਨੂੰ ਉਹ 2-3 ਦਿਨ ਲਈ ਲਿਟਾ ਦਿੰਦੀ ਹੈ, ਤੁਸੀਂ ਕੋਈ ਕੰਮ ਕਰਨ ਦੇ ਕਾਬਿਲ ਨਹੀਂ ਰਹਿੰਦੇ, ਤੁਹਾਡਾ ਜਿਸਮ ਦਰਦ ਕਰ ਰਿਹਾ ਹੁੰਦਾ, ਤੁਹਾਡੀ ਭੁੱਖ ਖਤਮ ਹੋ ਜਾਂਦੀ ਹੈ, ਤੁਹਾਡਾ ਦਿਲ ਕਰਦਾ ਹੈ ਬਸ ਮੈਂ ਲੇਟੇ ਹੀ ਰਵਾਂ, ਠੀਕ ਹੈ ਨਾ। ਤੁਸੀਂ ਈਵਨ ਕਿ ਤੁਹਾਡਾ ਦਿਲ ਬੋਲਣ ਨੂੰ ਵੀ ਨਹੀਂ ਕਰ ਰਿਹਾ ਹੁੰਦਾ। ਕਿਉਂ ਨਹੀਂ ਕਰ ਰਿਹਾ ਹੁੰਦਾ? ਕਿਉਂਕਿ ਤੁਹਾਡੀ ਬਾਡੀ ਚਾਹੁੰਦੀ ਹੈ ਕਿ ਇੰਨੀ ਜੀ ਐਨਰਜੀ ਵੀ ਨਾ ਵੇਸਟ ਹੋਵੇ। ਉਹ ਕਹਿੰਦੀ ਹੈ ਨਾ ਤੁਸੀਂ ਬੋਲੋ, ਨਾ ਕੁਝ ਖਾਓ ਪੀਓ, ਤਾਂ ਕਿ ਮੈਨੂੰ ਡਾਈਜੈਸ਼ਨ ਤੇ ਜਿਹੜੀ ਐਨਰਜੀ ਲਾਣੀ ਹੈ ਮੈਂ ਉਹ ਵੀ ਨਾ ਵੇਸਟ ਕਰਾਂ, ਬੋਲਣ ਤੇ ਟੁਰਨ ਫਿਰਨ ਤੇ ਐਨਰਜੀ ਕੋਈ ਵੇਸਟ ਨਾ ਹੋਵੇ, ਮੈਂ ਉਹ ਸਾਰੀ ਐਨਰਜੀ ਲਵਾਂ ਔਰ ਇਸ ਫੈਕਟਰੀ ਨੂੰ ਇੱਕ ਤਰ੍ਹਾਂ ਰੀਫਰੈਸ਼ ਕਰ ਦਿਆਂ, ਔਰ ਇਹਦੇ 'ਚ ਕੋਈ ਜਿਹੜੇ ਪੁਰਾਣੇ ਇਸ਼ੂ ਵਗੈਰਾ ਸੀ ਉਹਨਾਂ ਤੋਂ ਮੈਂ ਛੁਟਕਾਰਾ ਕਰ ਲਵਾਂ। ਇਹ ਹੁੰਦਾ ਫਲੂ ਅਸਲ। ਡਾਕਟਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਜ਼ੁਕਾਮ ਨਜ਼ਮਾ ਹੁੰਦਾ ਹੈ ਤੇ ਆਦਮੀ ਇਨਸਾਨ ਜ਼ਰਾ ਇਰੀਟੇਟ ਹੋ ਜਾਂਦਾ ਹੈ। ਮੈਂ ਮੈਡੀਸਨ ਦਾ ਨਾਮ ਨਹੀਂ ਲਵਾਂ, ਕਾਫੀ ਡਾਕਟਰ ਤੁਹਾਨੂੰ GP ਵਗੈਰਾ ਦਿੰਦੇ ਨੇ, ਉਹ ਜਿਹੜਾ ਨਾ ਜ਼ੁਕਾਮ ਹੁੰਦਾ ਇਮੀਡੀਏਟਲੀ ਵਿਦਨ ਓਵਰਨਾਈਟ ਉਹਨੂੰ ਸੁਕਾ ਦਿੰਦਾ, ਸਪਰੈਸ ਕਰ ਦਿੰਦਾ ਉਹਨੂੰ, ਸਪਰੈਸ ਕਰ ਦਿੰਦਾ। ਉਹ ਕੀ ਅੱਛਾ ਆਈਡੀਆ। ਦੇਖੋ ਨਾ, ਜਦੋਂ ਸਾਡਾ ਨੱਕ ਵਗਦਾ, ਇਹ ਹੁਣ ਤੁਹਾਨੂੰ ਮੈਂ ਐਕਸਪਲੇਨ ਕਰ ਦਿਆਂ, ਪਹਿਲੇ ਵੀ ਅਸੀਂ 1-2 ਦਫਾ ਦੱਸ ਚੁੱਕੇ ਹਾਂ ਕਿ ਸਾਡੇ ਸੋਹਣੇ ਰੱਬ ਨੇ ਐਸੇ ਕਮਾਲ ਦੇ ਸਿਸਟਮ ਬਣਾਏ ਹੋਏ ਨੇ ਨਾ ਸਾਡੀ ਬਾਡੀ 'ਚ ਕਿ ਤੁਸੀਂ ਉਹਨਾਂ ਦੇ ਬਾਰੇ ਜਿੰਨਾ ਜ਼ਿਆਦਾ ਸੋਚਦੇ ਜਾਂਦੇ ਹੋ ਤੁਸੀਂ ਹੈਰਾਨ ਹੁੰਦੇ ਜਾਂਦੇ ਹੋ ਕਿ ਕਿਆ ਬਾਤ ਹੈ। ਕੋਈ ਐਸਪੈਕਟ ਇਹੋ ਜਿਹਾ ਨਹੀਂ ਹੈ ਜਿਹੜਾ ਅਸੀਂ ਅੱਜ ਸੋਚਦੇ ਹਾਂ ਕਿ ਯਾਰ ਇਹ ਚੀਜ਼ ਵੀ ਹੁੰਦੀ ਤੇ ਬਾਡੀ 'ਚ ਹੋਰ ਕਿੰਨਾ ਬੈਨੀਫਿਟ ਹੋਣਾ ਸੀ। ਉਹ ਹਰ ਚੀਜ਼ ਉਹਦੇ 'ਚ ਸਾਡੀ ਬਾਡੀ 'ਚ ਕਵਰਡ ਹੈ। ਹੁਣ ਮਸਲਨ ਇਹ ਜਿਹੜਾ ਬਰੀਥਿੰਗ ਦਾ ਸਿਸਟਮ ਹੈ, ਸਾਹ ਲੈਣ ਦਾ,
ਅਸੀਂ ਜਦੋਂ ਮੂੰਹ ਬੰਦ ਕਰਕੇ ਨੱਕ ਥਾਣੀ ਸਾਹ ਲੈਂਦੇ ਆ ਨਾ, ਸਾਡੇ ਇੱਥੇ ਨਾ ਛੋਟੇ ਛੋਟੇ ਕਮਰੇ ਬਣੇ ਹੋਏ ਨੇ, ਐਮਟੀ ਪਾਊਚਸ ਨੇ, ਠੀਕ ਹੈ ਨਾ, ਇਹਨਾਂ ਨੂੰ ਸਾਈਨਸਿਸ ਕਹਿੰਦੇ ਆ। ਇਹ ਛੋਟੇ ਛੋਟੇ ਚੈਂਬਰ ਨੇ ਇੱਥੇ ਨਾ, ਖਾਲੀ ਚੈਂਬਰ। ਜਦੋਂ ਅਸੀਂ ਸਾਹ ਲੈਂਦੇ ਆ, ਸਾਡੀ ਹਵਾ ਇਹਨਾਂ ਚੈਂਬਰਸ ਚੋਂ ਗੁਜ਼ਰਦੀ ਹੈ ਔਰ ਉਸ ਤੋਂ ਬਾਅਦ ਉਹ ਲੰਗਸ ਵਿੱਚ ਆਉਂਦੀ ਹੈ। ਕਿਉਂ? ਇਹ ਰੱਬ ਨੇ ਰੱਖਿਆ ਸਿਸਟਮ, ਇੱਕ ਕਮਾਲ ਦਾ ਸਿਸਟਮ ਹੈ। ਮਸਲਨ ਕੀ ਹੈ, ਪੌਲ ਜੀ ਹੁਣ ਬਾਹਰ ਕਮਰੇ 'ਚ ਬੈਠੇ ਸੀ, ਟੈਂਪਰੇਚਰ ਜ਼ਬਰਦਸਤ 20-22 ਉਹਨਾਂ ਟੈਂਪਰੇਚਰ ਕੀਤਾ ਹੈ, ਕੋਈ ਸਰਦੀ ਨਹੀਂ ਹੈ, ਕੁਛ ਨਹੀਂ ਹੈ, ਹਵਾ ਦਾ ਟੈਂਪਰੇਚਰ ਵੀ ਠੀਕ ਹੈ। ਜੋ ਹੀ ਤੁਸੀਂ ਕਮਰੇ 'ਚੋਂ ਬਾਹਰ ਨਿਕਲੇ ਹੋ, ਇੱਕਦਮ ਚੇਂਜ ਆ ਗਈ। ਹਵਾ ਜਿਹੜੀ ਕਮਰੇ 'ਚ 20-22 ਡਿਗਰੀ ਤੇ ਸੀ, ਉਹ ਆ ਗਈ 0 ਡਿਗਰੀ ਤੇ, ਠੀਕ ਹੈ। ਹਿਊਮਿਡਿਟੀ ਲੈਵਲ ਚੇਂਜ ਹੋ ਗਿਆ, ਹਰ ਚੀਜ਼ ਚੇਂਜ ਹੋ ਗਈ। ਅਗਰ ਇਹ ਹਵਾ ਡਾਇਰੈਕਟ ਤੁਹਾਡੇ ਲੰਗਸ ਵਿੱਚ ਜਾਏਗੀ, ਲੰਗਸ ਦੇ ਜਿਹੜੇ ਟਿਸ਼ੂ ਨੇ ਉਹ ਬਹੁਤ ਸੈਂਸਿਟਿਵ ਹੁੰਦੇ ਨੇ, ਬਹੁਤ ਜ਼ਿਆਦਾ, ਯਾਨੀ ਉਹ ਕਹਿੰਦੇ ਨਫੀਸ ਹੁੰਦੇ ਨੇ। ਉਹਨਾਂ ਨੂੰ ਅਗਰ ਇਹ ਜਾ ਕੇ ਠੰਡੀ ਹਵਾ ਜਿਹੜੀ ਹੈ ਡਾਇਰੈਕਟ ਟੱਚ ਕਰੇਗੀ ਤੇ ਇਰੀਟੇਟ ਹੁੰਦੇ ਹੋ, ਔਰ ਉਹਦੀ ਵਜ੍ਹਾ ਨਾਲ ਤੁਹਾਨੂੰ ਕਫ ਆ ਸਕਦੀ ਹੈ, ਉਹਦੀ ਵਜ੍ਹਾ ਨਾਲ ਕੋਈ ਪ੍ਰੋਬਲਮ ਹੋ ਸਕਦਾ, ਲੰਗ ਇਨਫਲੇਮ ਹੋ ਸਕਦੇ ਨੇ। ਲੇਕਿਨ ਜਦੋਂ ਏਅਰ ਇਸ ਚੈਂਬਰ 'ਚ ਪਹਿਲੇ ਜਾਂਦੀ ਹੈ ਨਾ, ਇਹਨਾਂ ਚੈਂਬਰਸ ਦੇ ਵਿੱਚ ਕੀ ਕਰਦੀ ਹੈ ਸਾਡੀ ਬਾਡੀ, ਉਹ ਦੇਖਦੀ ਹੈ ਕਿ ਜਿਹੜੇ ਬਾਹਰੋਂ ਸਾਹ ਦੇ ਜ਼ਰੀਏ ਹਵਾ ਪੌਲ ਜੀ ਨੇ ਅੰਦਰ ਲੈ ਕੇ ਜਾ ਰਹੇ ਨੇ ਲੰਗਸ ਵਿੱਚ, ਇਹਦਾ ਟੈਂਪਰੇਚਰ ਕਿੰਨਾ। ਅਗਰ ਉਹਦਾ ਉਸ ਹਵਾ ਦਾ ਟੈਂਪਰੇਚਰ 0 ਹੋਏਗਾ ਤੇ ਸਾਡੀ ਬਾਡੀ ਉਸ ਟੈਂਪਰੇਚਰ ਨੂੰ ਚੁੱਕ ਕੇ ਤੇ 18-20 ਕਰ ਦੇਗੀ, ਤਾਂ ਕਿ ਉਹ ਲੰਗਸ ਨੂੰ ਇਰੀਟੇਸ਼ਨ ਨਾ ਮਿਲੇ। ਫਿਰ ਬਾਡੀ ਦੇਖੇਗੀ ਕਿ ਇਹ ਏਅਰ ਡਰਾਈ ਸੀ, ਉਹ ਮੋਇਸਚਰ ਐਡ ਕਰ ਦੇਗੀ। ਅਗਰ ਏਅਰ ਵਿੱਚ ਮੋਇਸਚਰ ਬਹੁਤ ਜ਼ਿਆਦਾ ਸੀ, ਉਹ ਸਕ ਕਰ ਲੇਗੀ, ਉਹਨੂੰ ਡਰਾਈ ਕਰ ਦੇਗੀ, ਠੀਕ ਹੈ ਨਾ। ਯਾਨੀ ਉਹ ਉਸ ਏਅਰ ਨੂੰ ਰੀਕੰਡੀਸ਼ਨ ਕਰੇਗੀ ਸਾਡੀ ਬਾਡੀ। ਇੱਕ ਕੰਮ ਇਹ ਕਰਦੀ ਹੈ। ਦੂਸਰਾ ਕੰਮ ਕੀ ਕਰਦੀ ਹੈ ਕਿ ਸਾਈਨਸ ਦੇ ਵਿੱਚ ਤੁਸੀਂ ਹੁਣ ਸਾਹ ਅਸੀਂ ਲੈ ਰਹੇ ਹਾਂ ਨਾ, ਯਾਨੀ ਕਿ ਤੁਹਾਡੇ ਸਾਹਮਣੇ ਇੱਕ ਬੰਦਾ ਬੈਠਾ ਹੈ, ਗੱਡੀ ਤੁਸੀਂ ਟਰੈਵਲ ਕਰ ਰਹੇ ਹੋ, ਉਹਨੇ ਛਿੱਕ ਮਾਰੀ ਹੈ, ਉਹਨੇ ਬਿਲੀਅਨਸ ਆਫ ਵਾਇਰਸ ਜਿਹੜੇ ਨੇ ਨਾ ਉਹ ਇਨਵਾਇਰਨਮੈਂਟ ਸਪਰੈਡ ਕਰ ਦਿੱਤੇ ਨੇ, ਔਰ ਤੁਸੀਂ ਉਸੇ ਵਕਤ ਸਾਹ ਲਿਆ। ਉਹ ਵਾਇਰਸ ਤੁਸੀਂ ਫੜੇ ਨੇ ਔਰ ਅੰਦਰ ਲੈ ਗਏ ਹੋ। ਲੇਕਿਨ ਤੁਹਾਡੀ ਬਾਡੀ ਨੇ ਇੱਥੇ ਇੱਕ ਸਿਸਟਮ ਬਣਾਇਆ, ਕੀ ਹੈ ਕਿ ਉਹ ਸਾਈਨਸਿਸ ਵਿੱਚ ਜਾਣਗੇ। ਜੋ ਹੀ ਉਹ ਵਾਇਰਸ ਸਾਈਨਸਿਸ ਵਿੱਚ ਜਾਣਗੇ, ਸਾਈਨਸਿਸ ਦੇ ਵਿੱਚ ਇਮਿਊਨ ਸੈੱਲ ਪੈ ਨੇ, ਉਹਨੂੰ ਫੜ ਲੈਣਗੇ, ਉਹਨੂੰ ਕਹਿਣਗੇ ਤੈਨੂੰ ਮੈਂ ਲੰਗਸ ਵਿੱਚ ਨਹੀਂ ਜਾਣ ਦੇਣਾ, ਔਰ ਉਸ ਤੋਂ ਬਾਅਦ ਉਹਨੂੰ ਕਲੀਨ ਕਰਕੇ ਲੰਗਸ ਵਿੱਚ ਭੇਜਣਗੇ। ਪਰ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਚਾਹੀਦਾ ਨਾ। ਫਿਰ ਮੈਂ ਹੁਣ ਤੁਹਾਨੂੰ ਸਮਝਾਉਣਾ ਅਸਲ ਗੱਲ। ਜਿਹੜੇ ਨਜ਼ਲੇ ਜ਼ੁਕਾਮ ਇਹ ਸਾਨੂੰ ਕਹਿੰਦੇ ਸੀ ਨਾ ਕਿ ਨਜ਼ਲਾ ਵਗਣ ਦੇਣਾ ਹੈ, ਉਹ ਕਿਉਂ ਕਹਿੰਦੇ ਸੀ? ਹੁਣ ਪੂਰਾ ਸਾਲ ਅਸੀਂ ਧੂਆਂ ਵਾਲੀ ਹਵਾ ਸਾਰੀ ਲਈ ਜਾ ਰਹੇ ਤੇ ਅੰਦਰ ਜਿਹੜੇ ਉਹ ਪਾਊਚਸ ਨੇ ਨਾ, ਉਹ ਕਾਲੇ ਹੋ ਜਾਂਦੇ ਨੇ। ਜਿਵੇਂ ਕਿਸੇ ਚੀਜ਼ ਨੂੰ ਡਸਟ ਲੱਗਦੀ ਜਾਏ, ਉੱਥੇ ਕਾਲੀ। ਜਦੋਂ ਸਾਨੂੰ ਨਜ਼ਲਾ ਹੁੰਦਾ ਹੈ ਨਾ, ਉਹ ਨਸਲਾ ਜਦੋਂ ਵਗਦਾ ਹੈ, ਉਹ ਸਾਫ਼ ਹੋ ਰਹੇ ਹੁੰਦੇ ਨੇ, ਧੁੱਲ ਰਹੇ ਹੁੰਦੇ ਨੇ। ਉਹ ਤੁਹਾਡੇ ਸਾਈਨਸਿਸ ਜਿਨ੍ਹਾਂ ਤੇ ਪੂਰੇ ਸਾਲ ਦੀ ਡਸਟ ਲੱਗੀ ਹੈ, ਧੂਆਂ ਲੱਗਾ ਹੈ, ਗੰਦ ਲੱਗਾ ਹੈ, ਵਾਇਰਸ ਲੱਗੇ ਨੇ, ਬੈਕਟੀਰੀਆ ਲੱਗੀ ਹੈ, ਫੰਗਸ ਲੱਗੀ ਹੈ, ਤੁਹਾਡੀ ਬਾਡੀ ਨੇ ਨਜ਼ਲਾ ਲਾਇਆ ਔਰ ਉਹਨਾਂ ਨੂੰ ਧੋ ਦਿੱਤਾ ਹੈ, ਉਹ ਫਲਸ਼ ਆਊਟ ਹੋ ਰਿਹਾ। ਮੈਂ ਵੀ ਤੁਹਾਡੇ ਵਾਂਗੂ ਐਗਜ਼ਾਮਪਲ ਦੇਣਾ, ਜਿੱਦਾਂ ਕਾਰ ਦਾ 에ਅਰ ਫਿਲਟਰ ਹੁੰਦਾ ਹੈ, ਹਾਂਜੀ, ਉਹੀ ਸਾਫ਼ ਹੋ ਗਿਆ। ਹਾਂਜੀ, ਉਹਨੂੰ ਸਾਫ਼ ਕਰ ਦਿੱਤਾ ਹੈ, ਤੁਸੀਂ ਧੋ ਦਿੱਤਾ ਹੈ, ਤੁਸੀਂ ਉਸ ਕਮਰੇ ਨੂੰ ਨਵਾਂ ਬਣਾ ਦਿੱਤਾ ਹੈ। ਅਸੀਂ ਕੀ ਕਰਦੇ ਹਾਂ, ਨਜ਼ਲਾ ਹੁੰਦਾ, 2 ਛਿੱਕਾਂ ਆਈਆਂ, ਦੌੜ ਕੇ ਗਏ, ਉਹ ਇੱਕ ਡਰੱਗ ਲਈ ਡਰੱਗ ਸਟੋਰ ਤੋਂ, ਉਹ ਡਰੱਗ ਖਾ ਕੇ ਤੇ ਅਸੀਂ ਖੁਸ਼ ਹੋ ਗਏ ਕਿ ਬਸ ਮੈਂ ਤਾਂ ਠੀਕ ਹੋ ਗਿਆ। ਧੋਖਾ ਦਿੱਤਾ। ਡਰੱਗ ਖਾਣ ਨਾਲ ਕੋਈ ਠੀਕ ਹੋ ਸਕਦਾ? ਉਹ ਤਾਂ ਨਸ਼ਾ, ਠੀਕ ਹੈ ਨਾ। ਉਹਦੇ ਨਾਲ ਕੌਣ ਠੀਕ ਹੋ ਸਕਦਾ ਹੈ? ਤੁਸੀਂ ਆਪਣੇ ਆਪ ਨੂੰ ਧੋਖਾ ਦਿੱਤਾ ਹੈ ਨਾ। ਉਹ ਕਹਿੰਦੇ ਆ ਕਿ ਨਸ਼ਾ ਕਰਕੇ, ਨਸ਼ਾ ਕਰਨ ਵਾਲਾ ਬੰਦਾ ਆਪਣੇ ਆਪ ਨਾਲ ਧੋਖਾ ਕਰ ਰਿਹਾ ਹੁੰਦਾ ਹੈ, ਠੀਕ ਹੈ ਨਾ। ਤੁਸੀਂ ਅਗਰ ਡਰੱਗ ਲੈ ਕੇ ਸਿੰਪਟਮ ਨੂੰ ਸਪਰੈਸ ਕਰ ਰਹੇ ਹੋ, ਧੋਖਾ ਕਰ ਰਹੇ ਹੋ। ਤੁਸੀਂ ਦੇਖੋ ਤੁਹਾਡੀ ਬਾਡੀ ਦਾ ਕੰਮ ਕਰਨ ਦਾ ਤਰੀਕਾ ਕੀ ਹੈ, ਤੁਸੀਂ ਉਹਨੂੰ ਫੈਸਿਲਿਟੇਟ ਕਰੋ, ਨਾ ਕਿ ਉਹਨੂੰ ਸ਼ਟ ਡਾਊਨ ਕਰ ਦਿਓ। ਤੁਹਾਡੀ ਬਾਡੀ ਕਹਿੰਦੀ ਹੈ ਚੈਂਬਰ ਜਿਹੜੇ ਨੇ ਤੁਹਾਡੇ ਸਾਈਨਸ ਦੇ, ਇਹਨਾਂ ਨੂੰ ਮੈਂ ਧੋਣਾ ਹੈ, ਉਹਨਾਂ ਨੂੰ ਸਾਫ਼ ਕਰ ਰਹੀ ਹੈ, ਤੁਹਾਡਾ ਨਜ਼ਲਾ ਆਈ ਜਾ ਰਿਹਾ, ਵਗੀ ਜਾ ਰਿਹਾ, ਪਾਣੀ ਡਿੱਗ ਰਿਹਾ ਹੁੰਦਾ, ਠੀਕ ਹੈ ਨਾ। ਔਰ ਫਿਰ ਉਹ ਆਹਿਸਤਾ ਆਹਿਸਤਾ ਗਾੜਾ ਹੁੰਦਾ ਹੈ, ਫਿਰ ਬਿਲਕੁਲ ਬੰਦ ਹੋ ਜਾਂਦਾ। ਬਾਡੀ ਇੱਕ ਪ੍ਰੋਸੈਸ ਕਰ ਰਹੀ ਹੁੰਦੀ, ਅਸੀਂ ਉਹਨੂੰ ਸ਼ਟ ਕਰ ਦਿੰਦੇ ਹਾਂ। ਡਾਕਟਰ, ਇੱਕ ਚੀਜ਼ ਮੇਰੇ ਦਿਮਾਗ 'ਚ ਆਈ ਹੈ ਕਿ ਇਹਨੂੰ ਕਿਸ ਤਰ੍ਹਾਂ ਤੁਸੀਂ ਅਵੋਇਡ ਕਰ ਸਕਦੇ ਹੋ। ਜਿਹੜੇ ਵੈਦਰ ਚੇਂਜ ਹੁੰਦੇ ਉਦੋਂ ਲੋਕ ਬਿਮਾਰ ਹੁੰਦੇ ਆ। ਮੇਰੇ ਵੀ ਬੈਠੇ ਬੈਠੇ ਦਿਮਾਗ 'ਚ ਗੱਲਾਂ ਆ ਜਾਂਦੀਆਂ ਬੜੇ ਤੁਹਾਡਾ ਗੱਲਾਂ ਕਰਕੇ। ਤੁਸੀਂ ਘਰ 'ਚ ਫੁੱਲ ਹੀਟਿੰਗ ਰੱਖੀ ਹੁੰਦੀ ਹੈ ਘਰ, ਜਦ ਤੱਕ ਤੁਸੀਂ ਘਰੋਂ ਨਿਕਲਦੇ ਨਹੀਂ ਤੁਸੀਂ ਹੀਟਿੰਗ ਉਸੇ ਟੈਂਪਰੇਚਰ 'ਤੇ ਚੱਲਦੀ ਹੈ। ਸੋ ਘਰੋਂ ਹੀਟ ਦੇ ਵਿੱਚੋਂ ਚੱਲੇ ਹੋ, ਹਾਈ ਟੈਂਪਰੇਚਰ ਹੈ, ਇਮੀਡੀਏਟਲੀ ਤੁਸੀਂ ਬਾਹਰ ਗਏ, ਬੇਸ਼ੱਕ ਤੁਸੀਂ ਕੋਟ ਪਾ ਲਿਆ, ਮਫਲਰ ਪਾ ਲਿਆ, ਲੇਕਿਨ ਉਹ ਜਿਹੜਾ ਹਵਾ ਬਰੀਥ ਕਰਨੀ ਉਹ ਤਾਂ ਇੱਕਦਮ ਠੰਡੀ ਹੈ ਨਾ ਵਾਪਸ। ਤੇ ਕਿਉਂ ਨਹੀਂ ਤੁਸੀਂ ਹੀਟਿੰਗ ਜਿਹੜੀ ਹੈਗੀ ਹੈ ਜਦੋਂ ਉੱਠਦੇ ਉਹਨੂੰ ਬੰਦ ਕਰੋ ਤਾਂ ਕਿ ਘਰ ਦਾ ਟੈਂਪਰੇਚਰ ਲੋ ਹੋ ਜਾਏ? ਨਹੀਂ, ਇਹ ਬਿਲਕੁਲ ਇਹਦੀ ਕੋਈ ਸਿਗਨੀਫੀਕੈਂਸ ਨਹੀਂ ਹੈ। ਤੁਹਾਨੂੰ ਮੈਂ ਇਹੀ ਤੇ ਦੱਸ ਰਿਹਾ ਕਿ ਸਾਡੀ ਬਾਡੀ ਨੂੰ ਤੁਸੀਂ ਲਿਮਿਟਡ ਮਸ਼ੀਨ ਨਾ ਸਮਝੋ। ਸਾਡੀ ਬਾਡੀ ਕੋਲ ਇੱਕ
एबिलिटी है पॉल जी, बल्कि मैं तो तकरीबन रोज़ करदा है काम कि मैं बहुत शदीद गर्म पानी नाल नहाना 2-3 मिनट ਲਈ, ਉਸ ਤੋਂ ਬਾਅਦ ਮੁਕੰਮਲ ਤੌਰ ਤੇ ਉਹਦੇ ਆਪੋਜ਼ਿਟ ਇੰਜ ਲੱਗਦਾ ਜਿਵੇਂ ਬਰਫ਼ 'ਚ ਮੈਂ ਨਹਾ ਰਿਹਾ ਹਾਂ। ਇੱਕਦਮ ਹੌਟ ਕਰਦਾ ਕਿ ਜਲਣੀ ਸ਼ੁਰੂ ਹੋ ਜਾਏ ਸਕਿਨ, ਇੰਜ ਲੱਗੇ ਸੜਦੀ ਹੈ, ਫਿਰ ਉਹਨੂੰ ਇੱਕਦਮ ਪੂਰਾ ਠੰਡਾ ਕਰ ਦੇਣਾ। Oh no, really? ਇੰਜ ਲੱਗਦਾ ਜਿਵੇਂ ਬਰਫ਼ ਡਿੱਗ ਰਹੀ ਹੋਵੇ। ਮੈਂ ਆਪਣੀ ਬਾਡੀ ਨੂੰ 2 ਸ਼ੌਕ ਦਿੰਨਾ, ਇੱਕ ਹੀਟ ਵੇਵ ਦਾ ਦਿੰਨਾ, ਇੱਕ ਕੋਲਡ ਵੇਵ ਦਾ ਦਿੰਨਾ। ਉਹਨਾਂ ਦੋਨੋਂ ਸ਼ੌਕਸ ਦੇ ਨਤੀਜੇ ਵਿੱਚ ਉਹ ਸੁਪਰ ਫਿਟ ਹੋ ਜਾਂਦੀ ਹੈ, ਉਹਦੀ ਐਕਸਰਸਾਈਜ਼ ਹੋ ਜਾਂਦੀ ਹੈ। ਸਾਡੀ ਬਾਡੀ ਕੋਲ ਪੌਲ ਜੀ ਟੂਲਸ ਨੇ, ਇਹ ਕੋਈ ਮਸਲਾ ਨਹੀਂ ਹੈ ਕਿ ਤੁਸੀਂ ਇੱਥੇ 25 ਡਿਗਰੀ 'ਚ ਬੈਠੇ ਹੋ, ਬਾਹਰ ਨਿਕਲੋ -5 ਚਲੇ ਜਾਓ, ਤੁਹਾਡੀ ਬਾਡੀ ਕਹੇਗੀ ਇਹ ਕੀ ਕੀਤਾ। ਨਹੀਂ, ਪਰ ਇੱਕ ਕਮਾਲ ਦੀ ਗੱਲ ਹੈ, ਨੋਰਮਲ ਮੈਂ ਦੇਖਿਆ ਲੋਕ ਬਿਲਕੁਲ ਕੋਲਡ ਸ਼ੋਲਡਰ ਲੈਂਦੇ ਨੇ ਸ਼ਾਵਰ, ਉਹ ਤੇ ਮੈਂ ਅੰਡਰਸਟੈਂਡ ਕਰਦਾ, ਮੈਂ ਮੁਕੰਮਲ ਤੌਰ ਤੇ ਕੋਲਡ ਲੈਣਾ, लेकिन हफ्ते 1 ਤੋਂ 2 दफ़ा मैं शदीद हॉट और शदीद कोल्ड करदा, वरना मैं ठंडे पानी नाल नहाना। मैं भावें जिथे हुण मैं यूके आना, मैं बिल्कुल ठंडे यख नाल स्पेन होवां, बाज़ ते जिस दिन रात क्लीयर होए, बदलों वाली रात ना, उस दिन तो इंज लगदा बर्फ ही डिग रही है तुहाडे ते, लेकिन कमाल दी चीज़ है। डॉक्टर साहब आप कॉल ले लिए, कॉल आ गया। हेलो 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 जी, सत श्री अकाल। हाँ जी, कौन बोल रहे हो? सत श्री अकाल पॉल जी, सत श्री अकाल ते डॉक्टर जी आपनू वालेकुम सलाम। मैं आवाज पछाण ली, ਤੁਹਾਨੂੰ ਨਾਮ ਫੇਰ ਵੀ ਦੱਸ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏਗਾ ਕੌਣ ਬੋਲ ਰਹੇ ਹੋ। मैं जदार सिंह बोल रहा जी। ਹਾਂਜੀ, ਸਵਾਗਤ ਕਰਦੇ ਹਾਂ, ਬਹੁਤ ਅੱਛਾ ਲੱਗਿਆ ਤੁਸੀਂ ਕਾਲ ਕਰਦਾ, ਕੀ ਕਹਿਣਾ ਚਾਹੋਗੇ? हाँ जी, मेरा जो क्वेश्चन है बड़ा एक इंपॉर्टेंट क्वेश्चन है और एक सोसाइटी ਦੇ ਵਿੱਚ ਟੈਬੂ ਆ। ਹਾਂ, ਥੋੜੀ ਬੈਕਗ੍ਰਾਉਂਡ ਸੁਣ ਦਿੰਦਾ। ਮੈਨੂੰ 8 ਕਿ ਦਿਨ ਹੋਇਆ ਸੀ, ਮੈਨੂੰ ਟੈਲੀਫੋਨ ਆਇਆ ਤੇ ਉਹ ਬੰਦਾ ਕਹਿੰਦਾ ਕਿ ਮੇਰਾ 8 ਸਾਲਾਂ ਦਾ ਲੜਕਾ ਸੀ, ਉਹਨੂੰ ਕੈਂਸਰ ਹੋ ਗਈ। ਅੱਛਾ। ਉਹਨੇ ਕੁਐਸਚਨ ਮੈਨੂੰ ਪੁੱਛਿਆ, ਕਹਿੰਦਾ ਯਾਰ ਮੇਰੇ ਬੱਚੇ ਨੂੰ ਤਾਂ ਨਹੀਂ ਹੋਏਗੀ। ਫਿਰ ਉਹਨੇ ਪੁੱਛਿਆ ਕਿ ਮੇਰੇ ਕਹਿਣ ਦਾ ਮਤਲਬ ਇਹ ਹੁੰਦੀ ਕਿਉਂ ਆ। ਹਾਂਜੀ, ਹੁਣ ਆਪਾਂ ਅਦਰ ਸਾਈਡ ਆਫ ਦ ਪੁਆਇੰਟ ਲਈਏ ਨਾ, ਕਈ ਗ੍ਰੈਂਡ ਪੇਰੈਂਟਸ ਨੇ, ਪੇਰੈਂਟਸ ਨੇ, ਉਹ ਕਹਿੰਦੇ ਨੇ ਕਿ ਸਾਡੀ ਬੱਚੀ ਜਿਹੜੇ ਪੋਤੀਆਂ ਨੇ, ਬੱਚੀਆਂ ਨੇ, ਇਹਨੂੰ ਮੈਂਸੂਰੇਸ਼ਨ 7.5 ਤੋਂ 9.5 ਸਾਲ ਤੱਕ ਹੋਣੀ ਸ਼ੁਰੂ ਹੋ ਗਏ। ਔਰ ਬੜੇ ਉਹ ਮੇਰੇ ਕਹਿਣ ਦਾ ਮਤਲਬ ਪੁੱਛਦੇ ਇਹ ਕਿਉਂ ਹੁੰਦੇ ਨੇ। ਹੁਣ ਜਿਹੜਾ ਹੌਟ ਟੌਪਿਕ ਚੱਲ ਰਿਹਾ ਜੀ ਡਾਕਟਰ ਸਾਹਿਬ, ਉਹ ਇਹ ਹੈ ਕਿ ਜੈਂਡਰ ਕਨਫਿਊਜ਼ਨ ਇੰਨੀ ਹੋ ਗਈ ਕਿ ਜਿਹੜੇ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਅਸੀਂ ਕਰੀਏ ਕੀ। ਉਹ ਜਿਹੜੇ ਬੱਚੇ ਦੱਸਦੇ ਨੇ ਕਿ ਮੇਰੇ ਕਹਿਣ ਦਾ ਮਤਲਬ ਅਸੀਂ ਕਨਫਿਊਜ਼ ਹੋਏ, ਅਸੀਂ ਮੇਲ ਹਾਂ ਜਾਂ ਫੀਮੇਲ ਹਾਂ। ਹਾਂਜੀ, ਤੇ ਜਿਹੜੀ ਮੈਂ ਸਰਚ ਕੀਤੀ ਆ, ਜਿੰਨੀ ਤਾਂ ਮੈਨੂੰ ਪਤਾ ਕਿ ਮੇਰੇ ਕਹਿਣ ਦਾ ਮਤਲਬ ਮੈਂ ਇਹ ਵੇਖਿਆ ਕਿ ਇਹਦਾ ਜਿੰਨਾ ਵੀ ਤਾਲੁਕਾਤ ਹੈ ਉਹ ਖਾਣੇ ਪੀਣੇ ਦਾ, ਪਾਣੀ ਦੇ ਨਾਲ, ਪੋਲਿਊਸ਼ਨ ਜਿਹੜੀ ਸਾਡੀ ਆ, ਔਰ ਉਸ ਤੋਂ ਇਲਾਵਾ ਸਾਡੀ ਲਾਈਫ ਸਟਾਈਲ ਤੇ ਸਾਡੀ ਮਾਈਂਡ ਸੈਟ, ਇਹ ਸਾਰੀਆਂ ਚੀਜ਼ਾਂ ਦਾ। ਪਰ ਤੁਸੀਂ ਇਹਨੂੰ ਡਿਟੇਲ ਵਿੱਚ ਦੱਸੋ, ਕਿਉਂਕਿ ਕੁਐਸਚਨ ਕਾਫੀ ਆ ਰਹੇ ਨੇ ਮੈਨੂੰ। ਜਦੋਂ ਮੈਂ ਜਾਣਦਾ ਤਾਂ ਮੈਨੂੰ ਕੋਈ ਨਾ ਕੋਈ ਇੱਦਾਂ ਕਿਤੇ ਨਾ ਕਿਤੇ ਮੈਂ ਸੁਣਦਾ ਯਾਰ ਇਹ ਖਾਸ ਕਰਕੇ ਜੈਂਡਰ ਜਿਹੜੇ ਅੱਜ ਕੱਲ੍ਹ ਕੰਫਿਊਜ਼ਨ ਹੋ ਗਈ ਹੈ, ਔਰ ਜਿਹੜਾ ਬੱਚਿਆਂ ਨੂੰ ਮੈਂਸੂਰੇਸ਼ਨ ਅਗਲੀ ਹੋ ਗਈ ਹੈ, ਔਰ ਸਾਰਿਆਂ ਦੇ ਕੁਐਸਚਨ ਇਹ ਹੈ ਕਿ ਕਿਉਂ ਹੁੰਦਾ ਨੇ, ਕਿਉਂ, ਵਾਈ ਇਟ ਹੈਪਨਸ, ਔਰ ਇਹਦਾ ਕੋਈ ਆਨਸਰ ਡਾਕਟਰਾਂ ਜਦਾਰ ਸਿੰਘ ਤੁਸੀਂ ਆਪਣਾ ਸਵਾਲ ਬਹੁਤ ਅੱਛਾ ਪੁੱਛਿਆ, ਇਟਸ ਵੈਰੀ ਨਾਈਸ। ਮੈਂ ਚਾਹਾਂਗਾ ਕਿ ਤੁਸੀਂ ਫੋਨ ਰੱਖ ਕੇ ਟੀਵੀ ਤੇ ਦੇਖੋ ਤੇ ਡਾਕਟਰ ਕੋਲੋਂ ਅਸੀਂ ਪ੍ਰੋਪਰ ਇਹਦੇ ਬਾਰੇ ਜਵਾਬ ਸਵਾਲ ਕਰਾਂਗੇ। ਮੈਂ ਇਸ ਸਬਜੈਕਟ ਨੂੰ ਸੈਂਸਿਟਿਵ ਨਹੀਂ ਕਹਾਂਗਾ, ਬਿਕੋਜ਼ ਅਸੀਂ ਜਿਹੜੇ ਐਰਾ 'ਚ ਜਾ ਰਹੇ ਹਾਂ, ਦਿਸ ਇਜ਼ ਸਮਥਿੰਗ ਵੀ ਸ਼ੁੱਡ ਬੀ ਡਿਸਕਸਿੰਗ ਇਟ ਓਪਨਲੀ। ਬੱਚਿਆਂ ਨੂੰ ਫਾਇਦਾ ਹੋਏਗਾ, ਪੇਰੈਂਟਸ ਨੂੰ ਫਾਇਦਾ ਹੋਏਗਾ ਚੀਜ਼ ਦਾ, ਤੇ ਇਹਦੇ 'ਚ ਪ੍ਰੋਫੈਸ਼ਨਲ ਐਡਵਾਈਸ ਚਾਹੀਦੀ ਹੈ। ਬਹੁਤ ਅੱਛੀ ਗੱਲ ਹੈ ਕਿ ਇਹਦੇ 'ਚ ਥੋੜ੍ਹਾ ਬਹੁਤਾ ਇਹ ਸਬਜੈਕਟ ਨੂੰ ਇਨ ਡਿਟੇਲ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ, ਤੇ ਉਹਦੇ ਜਿਹੜੀ ਸੈਂਸਿਟਿਵਿਟੀ ਸਾਨੂੰ ਫੀਲ ਨਹੀਂ ਕਰਨਾ ਚਾਹੀਦਾ, ਐਂਬੈਰਸਮੈਂਟ, ਕਿਉਂਕਿ ਪੇਰੈਂਟਸ ਵੀ ਸਫਰ ਕਰਦੇ, ਬੱਚੇ ਵੀ ਸਫਰ ਕਰਦੇ ਨੇ, ਇੰਟਰਨਲੀ ਖੁੱਲਦੇ ਨਹੀਂ ਹੈ। ਦਰਦਾਰ ਸਾਹਿਬ, ਥੈਂਕ ਯੂ, ਬਹੁਤ ਮਿਹਰਬਾਨੀ ਤੁਹਾਡੀ। ਤੇ ਡਾਕਟਰ ਸਾਹਿਬ ਕੋਲ ਅਸੀਂ ਸਵਾਲ ਪੁੱਛਦੇ ਜੀ। ਡਾਕਟਰ ਸਾਹਿਬ। हाँ जी सर, बड़ा कमाल दा क्वेश्चन कीता है, और ये इस तरह का क्वेश्चन है कि ਇਹਦੇ ਤੇ ਪੂਰਾ ਪ੍ਰੋਗਰਾਮ ਹੀ ਸਾਨੂੰ ਪੂਰੀ ਡਿਟੇਲ 'ਚ ਇਹਦੇ ਬਾਰੇ ਗੱਲ ਕਰਦੇ ਹਾਂ। ਪਰ ਡਾਕਟਰ ਮੈਂ ਚਾਹਾਂਗਾ ਕਿ ਡਿਟੇਲਸ ਕਰੋ, ਡਿਟੇਲਸ ਕਰਦੇ ਹਾਂ। ਅੱਛਾ, ਪਹਿਲੀ ਗੱਲ ਤੇ ਇਹ ਹੈ ਕਿ ਇੱਕ ਚੀਜ਼ ਯਾਦ ਰੱਖ ਲਓ ਕਿ ਬੱਚੇ ਜਦੋਂ ਤੁਹਾਡੇ ਨਾਲ ਆ ਕੇ 8 ਸਾਲ ਦੇ, 10 ਸਾਲ ਦੀ ਏਜ ਤੋਂ ਪਹਿਲੇ ਦੇ ਬੱਚੇ ਜਿਹੜੇ ਅਗਰ ਤੁਹਾਡੇ ਨਾਲ ਆ ਕੇ ਕੋਈ ਇਸ ਕਿਸਮ ਦੀ ਗੱਲ ਕਰਨ ਨਾ, ਤੇ ਜ਼ਹਿਨ 'ਚ ਰੱਖੋ ਕਿ ਉਹ ਡਰਾਮਾ ਨਹੀਂ ਕਰ ਰਿਹਾ। ਮਸਲਨ ਅਗਰ ਕੋਈ ਬੱਚਾ ਮੇਲ ਹੈ ਔਰ ਉਹ ਆ ਕੇ ਤੇ ਉਹਨੇ ਕਹਿਣਾ ਸ਼ੁਰੂ ਕਰਤਾ ਮੈਂ ਤੇ ਲੜਕੀ ਬਣਨਾ ਹੈ, ਜਾਂ ਮੈਂ ਲੜਕੀ ਹਾਂ, ਮੈਂ ਲੜਕਾ ਨਹੀਂ ਹਾਂ, ਮੈਂ ਲੜਕੀ ਵਾਲੇ ਕੇ ਕੱਪੜੇ ਪਾਣੇ ਆ, ਔਰ ਇਸ ਤਰ੍ਹਾਂ ਹੋ ਸਕਦਾ ਕਿ ਉਹਨੂੰ ਉਹ ਬੱਚਾ ਕਿਸੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੋ ਕੇ ਵੀ ਗੱਲ ਕਰ ਰਿਹਾ ਹੈ। ਲੇਕਿਨ ਮੋਸਟ ਆਫ ਦਾ ਟਾਈਮ ਉਹਨਾਂ ਬੱਚਿਆਂ ਦੇ ਵਿੱਚ
ਹਾਰਮੋਨਲ ਚੇਂਜਸ ਆ ਰਹੀਆਂ ਹੁੰਦੀਆਂ ਫਿਰ ਅਸੀਂ ਸਟਾਰਟ 'ਚ ਉਹਨੂੰ ਮਜ਼ਾਕ ਲੈ ਲੈਂਦੇ ਹਾਂ। ਹਾਂਜੀ ਅਸੀਂ ਮਜ਼ਾਕ। ਔਰ ਦੂਸਰੀ ਸਟੇਜ ਇਹ ਹੁੰਦੀ ਹੈ ਕਿ ਸਾਡੀ ਖਾਸ ਤੌਰ ਤੇ ਜਿਹੜਾ ਸਾਡਾ ਕਲਚਰ ਹੈ, ਇੰਡੀਅਨ ਕਲਚਰ ਹੈ, ਅਸੀਂ ਇਸ ਚੀਜ਼ ਨੂੰ ਐਜ਼ ਅ ਟੈਬੂ ਲੈਂਦੇ। ਸਾਨੂੰ ਬੜਾ ਗੁੱਸਾ ਚੜ ਜਾਂਦਾ ਹੈ। ਸਾਡਾ ਅਗਰ 10-12 ਸਾਲ ਦਾ ਫਰਜ਼ ਕਰੋ ਲੜਕਾ ਹੈ ਔਰ ਉਹਨੇ ਲੜਕੀ ਦੀ ਤਰ੍ਹਾਂ ਬਿਹੇਵ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਅਸੀਂ ਬੜਾ ਇਰੈਸ਼ਨਲ ਰਿਸਪੌਂਸ ਦੇਵਾਂਗੇ। ਅਸੀਂ ਗੁੱਸੇ ਹੋ ਜਾਵਾਂਗੇ, ਅਸੀਂ ਮੂੰਹ ਲੁਕਾਉਂਦੇ ਫਿਰਾਂਗੇ, ਅਸੀਂ ਕਹਾਂਗੇ ਕੀ ਚੱਕਰ ਆ ਗਿਆ, ਇਹ ਸਾਡੇ ਕੋਲੋਂ ਕਿਹੜੀ ਗਲਤੀ ਹੋ ਗਈ ਹੈ ਕਿ ਸਾਡਾ ਬੱਚਾ ਇਸ ਤਰ੍ਹਾਂ ਹੋ ਗਿਆ। ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਇੱਕ ਚੀਜ਼ ਕਹਾਂਗਾ ਇੱਥੇ ਪੌਲ ਜੀ, ਬਲਕਿ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਮੇਰੇ ਕੋਲ ਨਾ ਅੱਜ ਤੋਂ ਕੋਈ 2-3 ਮਹੀਨੇ ਪਹਿਲੇ ਇੱਕ ਕਪਲ ਆਇਆ ਸੀ, ਹਸਬੈਂਡ ਵਾਈਫ ਸਨ, ਉਹਨਾਂ ਦੇ ਨਾਲ 2 ਬੇਟੀਆਂ ਸਨ ਉਹਨਾਂ ਦੀਆਂ। ਇੱਕ ਬੇਟੀ ਕੋਈ 16 ਸਾਲ ਦੀ ਸੀ, ਇੱਕ 14 ਸਾਲ ਦੀ ਸੀ, ਜਾਂ ਇੱਕ 14 ਦੀ ਸੀ ਤੇ ਇੱਕ 12 ਦੀ ਸੀ। ਅੱਛਾ, ਤੁਹਾਨੂੰ ਯਾਦ ਹੋਏਗਾ ਕਿ ਇੱਕ ਦਫਾ ਆਪਾਂ ਇਹ ਗੱਲ ਕੀਤੀ ਸੀ ਕਿ ਪੌਲ ਜੀ ਮੈਨੂੰ ਜਿਹੜਾ ਹੈ ਨਾ ਆਪਣਾ ਬੱਚਾ ਨੋਬਲ ਪ੍ਰਾਈਜ਼ ਵਿਨਰ ਨਹੀਂ ਚਾਹੀਦਾ। ਜਦੋਂ ਮੈਂ ਮਰ ਰਿਹਾ ਹਾਂ ਮੈਂ ਦੇਖ ਕੇ ਮਰਾਂ ਕਿ ਮੇਰਾ ਬੱਚਾ ਬੜਾ ਸਿਹਤਮੰਦ ਹੈ। ਮੈਨੂੰ ਬਿਲਕੁਲ ਯਾਦ ਠੀਕ ਹੈ ਨਾ, ਬਹੁਤ ਅੱਛੀ ਗੱਲ ਹੈ। ਮੈਨੂੰ ਕੋਈ PhD ਸਕਾਲਰ ਦੁਨੀਆ ਦਾ ਵੱਡਾ ਡਾਕਟਰ ਨਹੀਂ ਆਪਣੇ ਪੁੱਤਰ ਨੂੰ ਬਣਾਉਣਾ, ਮੈਨੂੰ ਉਹਨੂੰ ਸਿਹਤਮੰਦ ਇਨਸਾਨ ਬਣਾਉਣਾ। ਠੀਕ ਹੈ ਨਾ, ਕਿਉਂਕਿ ਮੈਨੂੰ ਪਤਾ ਹੈ ਕਿ ਅਗਰ ਉਹਦੀ ਸਿਹਤ ਚੰਗੀ ਹੋਏਗੀ ਤੇ ਉਹਦਾ ਦਿਮਾਗ ਵੀ ਸਿਹਤਮੰਦ ਹੋਏਗਾ। ਦਿਮਾਗ ਔਰ ਜਿਸਮ ਸਿਹਤਮੰਦ ਹੈ, ਉਹਨੂੰ ਕਿਸੇ ਦੀ ਮੁਹਤਾਜੀ ਦੀ ਜ਼ਰੂਰਤ ਨਹੀਂ ਪਏਗੀ। ਠੀਕ ਹੈ ਨਾ, ਕਿਉਂਕਿ ਸਭ ਤੋਂ ਵੱਡੀ ਵੈਲਥ ਜਿਹੜੀ ਹੈ ਨਾ ਉਹ ਹੈਲਥ ਹੈ। ਇਸ ਚੀਜ਼ ਨੂੰ ਅਸੀਂ ਜ਼ਬਾਨੀ ਤੇ ਕਹਿੰਦੇ ਰਹਿੰਦੇ ਹਾਂ, ਲੇਕਿਨ ਜਦੋਂ ਅਸੀਂ 50 ਤੋਂ ਉੱਪਰ ਜਾਂਦੇ ਸਾਨੂੰ ਫਿਰ ਪਤਾ ਲੱਗਦਾ ਹੈ। ਠੀਕ ਹੈ ਨਾ, ਦੇਖੋ ਹੋਇਆ ਇਹ ਹੈ ਕਿ ਅਸੀਂ ਪਿਛਲੇ 30-40 ਸਾਲਾਂ 'ਚ ਇਤਨੀ ਦੌੜ 'ਚ ਪੈ ਗਏ ਆ ਨਾ, ਜੌਬਸ, ਮੌਰਗੇਜ, ਫਲਾਂ ਪੇਮੈਂਟ, ਫਲਾਂ ਚੀਜ਼, ਫਲਾਂ ਫੈਸਿਲਿਟੀ, ਫਲਾਂ ਜ਼ਰੂਰਤ, ਉਸ ਚੱਕਰ 'ਚ ਅਸੀਂ ਆਪਣੇ ਆਪ ਨੂੰ ਮਸ਼ੀਨ ਬਣਾ ਲਿਆ। ਬਜ਼ਾਹਿਰ ਅਸੀਂ ਇਹ ਸਾਰਾ ਕੁਝ ਬੱਚਿਆਂ ਲਈ ਕਰ ਰਹੇ ਹੁੰਦੇ ਹਾਂ। ਠੀਕ ਹੈ ਨਾ, ਹੁਣ ਮੇਰੇ ਕੋਲ 2 ਕਪਲ ਆਏ, ਮੈਂ ਉਹਨਾਂ ਨੂੰ ਤੁਹਾਡਾ ਦੱਸਿਆ ਹੁਣੇ, ਹਸਬੈਂਡ ਵਾਈਫ ਆਏ ਨੇ ਤੇ ਬੱਚੀਆਂ ਸਨ। ਉਹਨਾਂ ਦੀ ਦੋਵੇਂ ਬੱਚੀਆਂ ਨੂੰ ਡਾਇਬੀਟੀਜ਼ ਸੀ ਟਾਈਪ 2। ਹੁਣ 14 ਸਾਲ ਦੀ ਬੱਚੀ ਹੋਏ ਉਹਨੂੰ ਟਾਈਪ 2 ਡਾਇਬੀਟੀਜ਼ ਹੋਏ ਔਰ ਡਾਕਟਰਾਂ ਨੇ ਉਹਨੂੰ ਕਿਹਾ ਸੀ ਕਿ ਸਾਰੀ ਜ਼ਿੰਦਗੀ ਦਵਾਈਆਂ ਗੋਲੀਆਂ ਖਾਣੀਆਂ ਨੇ। ਮੋਟੀਆਂ ਸੀ ਦੋਵੇਂ। ਅੱਛਾ, ਬਾਲ, ਉਹ 16 ਸਾਲ ਦੀ ਬੱਚੀ ਹੈ, ਉਹਦੇ ਬਾਲ ਸਿਰ ਤੋਂ ਨਾ ਝੜ ਰਹੇ ਨੇ, ਇੰਨਾ ਹਿੱਸਾ ਗੰਜਾ ਹੋ ਰਿਹਾ। ਉਹਦੀ ਨਾ ਦਾੜੀ ਦੇ ਬਾਲ ਨਿਕਲੇ ਹੋਏ ਨੇ, ਮੁੱਛਾਂ ਦੇ ਬਾਲ ਨਿਕਲੇ ਹੋਏ ਨੇ। ਔਰ ਮੈਂ ਉਹਨਾਂ ਪੇਰੈਂਟਸ ਨੂੰ ਪੁੱਛਿਆ, ਮੈਂ ਕਿਹਾ ਕੀ ਹੋ ਰਿਹਾ? ਇਹਨਾਂ ਦੀ ਤੇ ਵਿਚਾਰੀਆਂ ਦੀ ਹਾਲਤ ਹੀ ਖਰਾਬ ਹੋਈ ਪਈ ਹੈ। ਇੱਕ 14 ਸਾਲ ਦੀ, 15 ਸਾਲ ਦੀ, 16 ਸਾਲ ਦੀ ਬੱਚੀ ਹੋਏ ਤੇ ਉਹ ਤਾਂ ਫੁੱਲ ਦੀ ਤਰ੍ਹਾਂ ਹੋਣੀ ਚਾਹੀਦੀ ਹੈ। ਠੀਕ ਹੈ ਨਾ, ਤੇ ਇਹ ਤੇ ਵਿਚਾਰੀਆਂ ਬਹੁਤ ਹੀ, ਇਹਨਾਂ ਦੀ ਹਾਲਤ ਖਰਾਬ ਹੈ। ਕੀ ਹੈ? ਉਹਨਾਂ ਨੇ ਕਿਹਾ ਜੀ ਡਾਕਟਰ ਜੀ ਅਸੀਂ ਕੀ ਕਰੀਏ, ਅਸੀਂ ਦੋਵੇਂ ਹਸਬੈਂਡ ਵਾਈਫ ਜੌਬ ਤੇ ਜਾਣਾ ਹੁੰਦਾ, ਇਹਨਾਂ ਨੂੰ ਸਵੇਰੇ ਸਕੂਲ ਤੱਕ ਛੱਡ ਦਿੰਦੇ ਹਾਂ ਅਸੀਂ, ਉਸ ਤੋਂ ਬਾਅਦ ਖੁਦ ਹੀ ਆ ਜਾਂਦੀਆਂ ਨੇ। ਚਾਬੀ ਇਹਨਾਂ ਕੋਲ ਘਰ ਦੀ ਹੁੰਦੀ ਹੈ, ਆ ਕੇ ਚਾਬੀ ਖੋਲਦੀਆਂ ਨੇ, ਫੋਨ ਇਹਨਾਂ ਕੋਲ ਨੇ, ਇਹਨਾਂ ਨੇ ਪੀਜ਼ਾ ਫ੍ਰਿਜ 'ਚ ਚੁੱਕਣਾ ਹੈ, ਉਹਨੂੰ ਮਾਈਕ੍ਰੋਵੇਵ ਓਵਨ 'ਚ ਗਰਮ ਕਰਨਾ ਹੈ, ਉਹ ਖਾਣਾ ਹੈ ਔਰ ਫੋਨ ਲੈ ਕੇ ਬਹਿ ਜਾਣਾ। ਠੀਕ ਹੈ ਨਾ, ਮੈਂ ਉਹਨਾਂ ਨੂੰ ਕਿਹਾ ਤੁਸੀਂ ਕਿਹਦੇ ਲਈ ਜੌਬ ਕਰਦੇ ਹੋ? ਤੁਸੀਂ ਕਿਹਦੇ ਲਈ 2-2 ਜੌਬਾਂ ਕਰਕੇ ਮਿਹਨਤ ਕਰਕੇ? ਇਹਨਾਂ 2 ਬੱਚਿਆਂ ਲਈ। ਤੁਹਾਡੇ ਹੋਰ ਤੇ ਬੱਚੇ ਨਹੀਂ ਹੈ। ਤੁਸੀਂ ਜਦੋਂ ਰੱਬ ਕੋਲ ਚਲੇ ਜਾਣਾ ਹੈ, ਜਦੋਂ ਤੁਹਾਨੂੰ ਸੱਦਾ ਪੈ ਜਾਣਾ, ਅਸੀਂ ਜਾਣਾ ਹੀ ਜਾਣਾ, ਹਰ ਕਿਸੇ ਨੇ ਸੁਣਾ ਰੱਬ ਕੋਲ ਜਾਣਾ, ਤੁਸੀਂ ਇਹਨਾਂ ਨੂੰ ਛੱਡ ਕੇ ਜਾ ਰਹੇ? ਖੁਸ਼ ਹੋਵੋਗੇ ਤੁਸੀਂ? ਇਹ ਕੀ ਛੱਡ ਕੇ ਜਾ ਰਹੇ? ਕਿਸ ਮਕਸਦ ਲਈ ਜੌਬ ਕਰ ਰਹੇ ਹੋ? ਉਹਨਾਂ ਨੂੰ ਸਮਝ ਆ ਗਈ ਗੱਲ। ਸਾਡਾ ਇਹ ਪ੍ਰੋਬਲਮ ਇੱਕ ਘਰ ਦਾ ਨਹੀਂ ਹੈ ਪੌਲ ਜੀ, ਪ੍ਰੋਬਲਮ ਇਹ ਇੱਕ ਘਰ ਦਾ ਹੋ ਗਿਆ। ਅਸੀਂ ਟੋਟਲੀ ਡਿਸਕਨੈਕਟ ਹੋ ਗਏ ਆਪਣੇ ਬੱਚਿਆਂ ਨਾਲ। ਤੁਸੀਂ ਇਹ ਦੇਖ ਲਓ, ਮੇਰਾ ਖਿਆਲ ਅਸੀਂ 1-2 ਸ਼ਾਇਦ ਮਹੀਨਾ ਪਹਿਲੇ ਵੀ ਇੱਕ ਬੱਚਿਆਂ ਤੇ ਸ਼ੋਅ ਕੀਤਾ ਸੀ ਕਿ ਬੱਚਿਆਂ ਨਾਲ ਪੇਰੈਂਟਸ ਦਾ ਤਾਲੁਕ ਇੰਨਾ ਜਿਹਾ ਰਹਿ ਗਿਆ ਕਿ ਸ਼ਾਮ ਨੂੰ ਪੇਰੈਂਟਸ ਨੇ ਜੌਬ ਤੋਂ ਆਉਣਾ, ਖਾਸ ਤੌਰ ਤੇ ਮਾਂ ਨੇ ਤੇ ਆਂਦੇ ਹੀ ਜਿਹੜਾ ਵੀ ਖਾਣਾ ਖੂਣਾ ਗਰਮ ਕਰਕੇ ਉਹਨੇ ਖਿਲਾਣਾ ਹੈ, ਜੋ ਵੀ ਬਾਜ਼ਾਰੋਂ ਆਇਆ ਹੈ, ਘਰੋਂ ਤੇ ਪਕਾਉਣ ਦਾ ਰਿਵਾਜ ਹੁਣ ਵੀਕਐਂਡ ਤੇ ਚਲਾ ਗਿਆ, ਉਹ ਖਵਾਣਾ। ਉਸ ਤੋਂ ਬਾਅਦ ਟੀਵੀ ਸ਼ੀਵੀ ਦੇਖਣਾ, ਕੋਈ ਬੱਚਿਆਂ ਨਾਲ ਗੱਲਬਾਤ ਨਹੀਂ ਹੋਣੀ। ਬੱਚਿਆਂ ਨੂੰ ਹੋਮਵਰਕ ਮਿਲਿਆ ਹੋਏਗਾ, ਉਹ ਮਾਂ ਪਿਓ ਦੇ ਆਉਣ ਤੋਂ ਪਹਿਲੇ ਆਪਣਾ ਖੇਡਣਗੇ, ਹੋਮਵਰਕ ਨਹੀਂ ਕਰਨਗੇ। ਜੋ ਹੀ ਮਾਂ ਪਿਓ ਆਣਗੇ ਉਹਨਾਂ ਨਾਲ ਗੱਲਬਾਤ ਨਹੀਂ ਕਰਨਗੇ, ਹੋਮਵਰਕ ਸ਼ੁਰੂ ਕਰ ਦੇਣਗੇ। ਯਾਨੀ ਟੋਟਲੀ ਡਿਸਕਨੈਕਟ ਹੋ ਜਾਣਗੇ ਪੇਰੈਂਟਸ ਜਦੋਂ ਇਹ ਹੋਏਗਾ। ਔਰ ਦੂਸਰਾ ਸਭ ਤੋਂ ਵੱਡਾ ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਬਾਜ਼ਾਰੀ ਖਾਣਾ ਖਵਾਉਣਾ ਹੈ, ਹੁਣ ਤੁਹਾਨੂੰ ਮੈਂ 1-2 ਚੀਜ਼ਾਂ ਦੱਸ ਦਿੰਦਾ। ਮਸਲਨ ਅਸੀਂ ਸਬਜ਼ੀਆਂ ਦੀ ਗੱਲ ਕਰਨੇ ਆ, ਫਰਜ਼ ਕਰੋ ਹੁਣ ਬਾਜ਼ ਪੇਰੈਂਟ ਬੜੇ ਕੌਨਸ਼ੀਅਸ ਨੇ ਔਰ ਬਾਜ਼ ਲੋਕ ਉਹ ਕਹਿੰਦੇ ਨੇ ਜੀ ਅਸੀਂ ਡਾਕਟਰ ਜੀ ਅਸੀਂ ਤਾਂ ਸਬਜ਼ੀਆਂ ਦਾਲ ਖਵਾਈ ਦੀ ਹੈ, ਅਸੀਂ ਨਹੀਂ ਬਾਜ਼ਾਰੋਂ ਕੁਝ ਲੈਂਦੇ। ਬਹੁਤ ਅੱਛੀ ਗੱਲ ਹੈ, ਤੁਸੀਂ ਸਬਜ਼ੀਆਂ ਕਿਹੜੀਆਂ ਲੈਂਦੇ ਹੋ? ਪਤਾ ਲੱਗਦਾ ਜੀ ਇੰਡੀਆ 'ਚੋਂ ਆਈਆਂ ਹੋਈਆਂ ਨੇ ਸਬਜ਼ੀਆਂ।
ਅੱਛਾ, ਇੱਕ ਕੈਮੀਕਲ ਹੈ, ਉਹਨੂੰ ਐਟਰੋਜ਼ੀਨ ਕਹਿੰਦੇ ਨੇ, ਠੀਕ ਹੈ ਪੌਲ ਜੀ। ਇਹ ਜਿਹੜਾ ਹੁੰਦਾ ਨਾ ਵੀਡ ਕਿਲਰ, ਯਾਨੀ ਜਿੰਨੇ ਵੀ ਸਬਜ਼ੀਆਂ ਲਾਉਣ ਵਾਲੇ ਕਾਸ਼ਤਕਾਰ ਨੇ ਇੰਡੀਆ 'ਚ, ਉਹ ਹੱਥਾਂ ਨਾਲ ਹੁਣ ਬੂਟੀ ਕੋਈ ਨਹੀਂ ਕੱਢਦਾ, ਜਿਵੇਂ ਤੁਸੀਂ ਸਾਡੇ ਸਪੇਨ ਫਾਰਮ 'ਚ ਦੇਖਿਆ ਸੀ ਕਿ ਹੱਥ ਨਾਲ ਗੋਡੀ ਕਰਕੇ, ਨਹੀਂ, ਉਹ ਸਪਰੇਅ ਕਰਦੇ ਨੇ ਇੰਡੀਆ ਵਿੱਚ ਐਟਰੋਜ਼ੀਨ ਦਾ। ਉਹ ਸਪਰੇਅ ਕਰਨ ਦੇ ਨਾਲ ਉਹ ਸਾਰੀ ਬੂਟੀ ਮਰ ਜਾਂਦੀ ਹੈ, ਫਸਲ ਨੂੰ ਕੁਝ ਨਹੀਂ ਹੁੰਦਾ ਉਹ, ਲੇਕਿਨ ਜਿਹੜੀ ਉਹ ਫਸਲ ਮਿਲਦੀ ਹੈ ਉਹਦੇ ਵਿੱਚ ਐਟਰੋਜ਼ੀਨ ਹੁੰਦੀ ਹੈ। ਹੁਣ ਤੁਹਾਨੂੰ ਮਜ਼ੇਦਾਰੀ ਦੀ ਗੱਲ ਦੱਸਾਂ, ਇੰਨੀ ਸਾਰੀ ਰਿਸਰਚ ਪਬਲਿਸ਼ਡ ਹੋਈ ਪਈ ਹੈ। ਐਟਰੋਜ਼ੀਨ ਜਿਹੜੀ ਹੈ ਨਾ ਪੌਲ ਜੀ, ਉਹਨਾਂ ਨੇ ਕੀ ਕੀਤਾ ਕਿ ਉਹਦੀ ਬਹੁਤ ਹੀ ਘੱਟ ਕੰਸਨਟ੍ਰੇਸ਼ਨ ਲੈ ਕੇ, ਬਹੁਤ ਥੋੜੀ ਉਹਨਾਂ ਨੇ ਪਾਣੀ 'ਚ ਰੱਖਿਆ ਔਰ ਉਹਦੇ 'ਚ ਡੱਡੂ ਰੱਖ ਦਿੱਤਾ, ਮੇਲ। ਕੁਝ ਮਹੀਨੇ ਦੇ ਅੰਦਰ ਅੰਦਰ ਉਹ ਮੇਲ ਡੱਡੂ ਫੀਮੇਲ ਬਣ ਗਿਆ, ਉਹਨੇ ਅੰਡੇ ਦੇਣੇ ਸ਼ੁਰੂ ਕਰ ਦਿੱਤੇ। ਓ ਮਾਈ ਗॉड। ਇੱਕ ਕੈਮੀਕਲ ਹੈ ਸਿਰਫ, ਐਟਰੋਜ਼ੀਨ, ਵੀਡ ਕਿਲਰ ਕਹਿੰਦੇ ਨੇ। ਮੈਂ ਸਾਰਿਆਂ ਨੂੰ ਕਹਾਂਗਾ ਤੁਸੀਂ ਅੱਜ ਜਾਓ ਜ਼ਰਾ ਪੜ੍ਹੋ, ਠੀਕ ਹੈ ਨਾ। ਇੱਕ ਬੁੱਕ ਲਿਖੀ ਹੋਈ ਹੈ ਇਸ ਟੌਪਿਕ ਤੇ, ਕਿਉਂਕਿ ਮੈਂ ਇਸ ਬਾਰੇ 'ਚ ਬਹੁਤ ਜ਼ਿਆਦਾ ਮੈਨੂੰ ਅੱਜ ਤੋਂ ਕੋਈ 3-4 ਸਾਲ ਤੋਂ ਫਿਕਰ ਲੱਗੀ ਹੋਈ ਸੀ ਕਿ ਜਿਹੜੇ ਬੱਚੇ ਨੇ, ਜੋ ਕੁਝ ਅਸੀਂ ਇਹਨਾਂ ਨਾਲ ਕਰ ਰਹੇ ਹਾਂ, ਇਹਨਾਂ ਦਾ ਟੋਟਲ ਜੈਂਡਰ ਮਿਕਸ ਹੋ ਜਾਣਗੇ। ਇਹਨਾਂ ਦੀ ਬੋਡੀ 'ਚ ਜਿਹੜੇ ਕੈਮੀਕਲ ਅਸੀਂ ਭੇਜ ਰਹੇ ਹਾਂ ਨਾ, ਉਹਨਾਂ ਕੈਮੀਕਲ ਦਾ ਇਫੈਕਟ ਹੋਣਾ ਹੀ ਹੋਣਾ, ਔਰ ਉਹੀ ਇਫੈਕਟ ਹੋ ਰਿਹਾ ਕਿ ਜਦੋਂ ਤੁਸੀਂ ਉਹ ਸਬਜ਼ੀ ਜਿਹੜੀ ਆਰਗੈਨਿਕ ਨਹੀਂ ਹੈ, ਜਿਹਦੇ ਤੇ ਕੈਮੀਕਲ ਸਪਰੇ ਹੋਇਆ, ਜਦੋਂ ਉਸ ਬੱਚੇ ਨੇ ਖਾਣੀ ਹੈ ਔਰ ਖਾਂਦੇ ਜਾਣਾ, ਜਾਂ ਦਾਲ ਹੈ ਜਾਂ ਚਨੇ ਨੇ ਜਾਂ ਚਾਵਲ ਹੈ, ਕਿਉਂਕਿ ਇਹ ਬੂਟੀ ਮਾਰ ਸਪਰੇ ਤੇ ਹਰ ਚੀਜ਼ ਤੇ ਹੀ ਹੁੰਦਾ, ਠੀਕ ਹੈ ਨਾ, ਇਹਨੂੰ ਬੂਟੀ ਮਾਰ ਸਪਰੇ ਕਹਿੰਦੇ ਨੇ। ਇਹ ਰੂਟੀਨ ਵਿੱਚ ਹੁੰਦਾ ਹੈ, ਖਾਸ ਤੌਰ ਤੇ ਇੰਡੀਆ ਜਾਂ ਜਿਹੜੀ ਥਰਡ ਵਰਲਡ ਕੰਟਰੀਜ਼ ਨੇ, ਜਿੱਥੋਂ ਸਾਡੀ ਮੋਸਟਲੀ ਵੈਜੀਟੇਬਲ ਆਉਂਦੀ ਹੈ, ਠੀਕ ਹੈ ਨਾ। ਹੁਣ ਜਦੋਂ ਉਹ ਐਟਰੋਜ਼ੀਨ ਤੁਸੀਂ ਆਪਣੇ ਬੱਚੇ ਨੂੰ ਖਵਾਣੀ ਹੈ, ਉਹ ਅਗਰ ਮੇਲ ਹੈ ਤਾਂ ਫੀਮੇਲ ਬਣਨਾ ਸ਼ੁਰੂ ਹੋ ਜਾਏਗਾ। ਫਿਰ ਤੁਸੀਂ ਕਿਉਂ ਕਹਿੰਦੇ ਹੋ ਕਿ ਇਹਨੂੰ ਕੀ ਹੋ ਗਿਆ? ਭਾਜੀ ਇਹ ਤੇ ਬੜੀ ਆਈ ਓਪਨਿੰਗ ਗੱਲ ਹੈ ਕਿ ਮੈਂ ਸੁਣ ਕੇ ਹੈਰਾਨ ਰਹਿ ਗਿਆ ਕਿ ਇਸ ਸਬਜੈਕਟ ਤੇ ਬੜੇ ਸਾਲਾਂ ਦਾ ਹੋਣਾ ਚਾਹੀਦਾ ਸੀ, ਲੇਕਿਨ ਨਮਗਰਾਜ ਇੱਕ ਬੁੱਕ ਹੈ, ਦਦਾਰ ਸਿੰਘ ਨੇ ਕਾਲ ਕਰਕੇ ਬਹੁਤ ਅੱਛਾ ਉਹਨਾਂ ਨੇ ਅੱਜ ਇਹ ਤਵੱਜੋ ਦਿਲਾਈ ਹੈ। ਇੱਕ ਬੁੱਕ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਪਲੀਜ਼, ਤੁਹਾਡੇ ਕੋਲ ਅਗਰ ਤੁਹਾਡੇ ਕੋਲ ਟਾਈਮ ਹੈ ਔਰ ਤੁਹਾਨੂੰ ਸ਼ੌਕ ਹੈ, ਆਵਰ ਸਟੋਲਨ ਫਿਊਚਰ ਉਸ ਬੁੱਕ ਦਾ ਨਾਮ ਹੈ, ਤੁਸੀਂ ਉਹਨੂੰ ਪੜ੍ਹੋ, ਤੁਸੀਂ ਹੈਰਾਨ ਹੋ ਜਾਓਗੇ। DDT ਹੈ, DDT ਦੇ ਬਾਰੇ ਤੁਸੀਂ ਸੁਣਿਆ ਹੋਏਗਾ, ਮੇਰਾ ਖਿਆਲ ਹੈ ਅਸੀਂ ਇੰਡੀਆ ਪਾਕਿਸਤਾਨ 'ਚ ਰਹਿਣ ਵਾਲੇ ਸਾਰਿਆਂ ਨੇ ਸੁਣਿਆ। DDT ਪਾਊਡਰ ਹੁੰਦਾ, ਹੁਣ ਵੀ ਇੰਡੀਆ ਦੇ ਵਿੱਚ ਉਹ ਮਿਲ ਜਾਂਦਾ ਹੈ, ਕਿੱਥੇ ਵੀ ਉਹ ਕੀੜੀਆਂ ਦੀ ਕੋਈ ਨਿਕਲਦੀਆਂ, ਹੁਣ ਉਹ ਕਹਿੰਦੇ DDT ਪਾ ਦੇ ਥੋੜੀ ਜਿਹੀ, ਕੀੜੀਆਂ ਮਰ ਜਾਣਗੀਆਂ, ਚੂੰਟੀਆਂ ਮਰ ਜਾਣਗੀਆਂ। ਉਹ ਅੱਜ ਵੀ DDT ਸਾਡੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਥਰਡ ਵਰਲਡ ਕੰਟਰੀਜ਼ 'ਚ ਯੂਜ਼ ਹੋ ਰਹੀ ਹੈ। ਇੱਥੇ ਅਗਰ ਚਾਈਨਾ ਨੇ ਬੈਨ ਕਰ ਦਿੱਤੀ ਹੈ, ਲੇਕਿਨ ਬੈਨ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਤੁਹਾਡੇ ਪਾਣੀ, ਤੁਹਾਡੇ ਸਿਸਟਮ ਭਰ ਗਏ ਨੇ ਉਹਦੇ ਨਾਲ। DDT ਜਿਹੜੀ ਹੈ ਉਹ ਉਹਨਾਂ ਨੇ ਦਿੱਤੀ ਮੇਲ ਨੂੰ, ਉਹਨਾਂ ਨੇ ਦੇਖਿਆ ਕਿ ਉਹ ਕੁਝ ਅਰਸੇ ਦੇ ਅੰਦਰ ਔਰ ਬਹੁਤ ਘੱਟ ਮਾਤਰਾ 'ਚ, ਕੁਝ ਅਰਸੇ ਦੇ ਅੰਦਰ ਅਗਰ ਉਹ ਫੀਮੇਲ ਸੀ ਤੇ ਉਹਦੀ ਜਿਹੜੀ ਓਵਰੀ ਹੈ ਉਹ ਬਿਲਕੁਲ ਡਿਸਆਰਗੇਨਾਈਜ਼ਡ ਹੋ ਗਈ, ਐਗ ਬਣਾਉਣ ਦੇ ਕਾਬਿਲ ਨਹੀਂ ਰਹੀ। ਅਗਰ ਉਹ ਮੇਲ ਸੀ ਤਾਂ ਉਹਦੀ ਸਪਰਮ ਕਾਊਂਟ 30% ਤੇ ਆ ਗਈ ਔਰ ਉਹਦਾ ਟੈਸਟੋਸਟੀਰੋਨ ਬਣਨਾ ਬੰਦ ਹੋ ਗਿਆ। ਇਹ ਚੀਜ਼ਾਂ ਨਜ਼ਰ ਆ ਰਹੀਆਂ ਨੇ। ਜਦੋਂ ਟੈਸਟੋਸਟੀਰੋਨ ਹਾਰਮੋਨ ਨਹੀਂ ਬਣੇਗਾ, ਜਿਹੜਾ ਕਿ ਆਮ ਤੌਰ ਤੇ ਇੱਕ ਬੱਚਾ ਜਿਹੜਾ ਹੈ ਉਹਦੀ ਬੋਡੀ 'ਚ 9-10 ਸਾਲ ਤੋਂ ਬਣਨਾ ਸ਼ੁਰੂ ਹੋ ਜਾਂਦੀ। ਜਦੋਂ ਅਸੀਂ ਦੇਖਦੇ ਹਾਂ ਨਾ ਕਿ ਸਾਡਾ ਬੇਟਾ ਹੈ, ਭਤੀਜਾ ਹੈ, ਪੋਤਾ ਹੈ, ਉਹਨਾਂ ਦੀ ਆਵਾਜ਼ ਭਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ, ਇੱਕਦਮ ਬਰੀਕ ਆਵਾਜ਼ ਤੋਂ ਨਾ ਇੱਕਦਮ ਹੈਵੀ ਹੋ ਜਾਂਦੀ, ਔਰ ਹਲਕੀਆਂ ਮਸਟੈਸ਼ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਉਸ ਸਟੇਜ ਤੇ ਬੱਚਾ ਐਗਰੈਸਿਵ ਵੀ ਥੋੜਾ ਜਿਹਾ ਹੋ ਜਾਂਦਾ, ਉਹਨੂੰ ਗੁੱਸਾ ਚੜਨਾ। ਉਹ ਟੈਸਟੋਸਟੀਰੋਨ ਹਾਰਮੋਨ ਹੈ ਜਿਹੜਾ ਉਹਨੂੰ ਫੀਮੇਲ ਕਰੈਕਟਰਿਸਟਿਕ ਤੋਂ ਮੇਲ ਬਣਾ ਰਿਹਾ ਹੁੰਦਾ ਹੈ। ਯਾਨੀ ਉਹ 9-10 ਸਾਲ ਦੀ ਏਜ 'ਚ ਆ ਕੇ ਬੱਚਾ ਸ਼ਿਫਟ ਹੋ ਰਿਹਾ ਹੁੰਦਾ ਹੈ, ਉਹਦੇ 'ਚ ਮੇਲ ਕਰੈਕਟਰਿਸਟਿਕ ਆ ਰਹੇ ਹੁੰਦੇ ਨੇ। ਲੇਕਿਨ ਅਗਰ ਉਹ ਉਸ ਸਟੇਜ ਤੇ ਪੈਸਟੀਸਾਈਡ ਵਾਲੀਆਂ ਸਬਜ਼ੀਆਂ ਖਾ ਰਿਹਾ, ਪੈਸਟੀਸਾਈਡ ਵਾਲੇ ਖਾਣੇ ਖਾ ਰਿਹਾ ਹੈ, ਉਹ ਮੋਬਾਈਲ ਤੇ ਬੈਠਾ ਹੈ, ਉਹਦੇ ਸਟ੍ਰੈਸ ਹਾਰਮੋਨ ਰਿਲੀਜ਼ ਹੋ ਰਹੇ ਨੇ, ਉਹਦੇ ਇਰਦ ਗਿਰਦ ਕੋਈ ਪੇਰੈਂਟਸ ਨਹੀਂ ਹੈ, ਕੋਈ ਉਹਨੂੰ ਕਾਉਂਸਲਿੰਗ ਕਰਨ ਵਾਲਾ ਨਹੀਂ ਹੈ। ਬਲਕਿ ਪੌਲ ਜੀ ਤੁਹਾਨੂੰ ਮੈਂ ਹਕੀਕਤ ਦੱਸਾਂ, ਪਤਾ ਕੀ ਹੋ ਰਿਹਾ, ਇਹ ਚੀਜ਼ ਮੈਂ ਜਦੋਂ ਦੇਖੀ ਸੀ ਮੇਰੇ ਲਈ ਸ਼ੌਕਿੰਗ ਸੀ ਸ਼ੁਰੂ 'ਚ, ਹੁਣ ਤੇ ਪਤਾ ਲੱਗ ਗਿਆ। ਮੇਰੀ ਜਦੋਂ ਬੇਟੀ ਪ੍ਰਾਇਮਰੀ ਸਕੂਲ ਜਾਣੀ ਸ਼ੁਰੂ ਹੋਈ ਨਾ, ਹੁਣ 7-8 ਸਾਲ ਹੋ ਗਏ ਨੇ, ਤੇ ਉਹ 4-5 ਦਿਨ ਯਾਨੀ ਉਹਨੂੰ ਸਕੂਲ ਜਾਂਦੇ ਹੋਏ ਨਾ, ਤੇ ਉਹ ਬੈਠਣਾ ਸੀ TV ਲੌਂਜ 'ਚ, ਤੇ ਉਹਨੇ ਆਪਣੀ ਮਾਂ ਨਾਲ ਗੱਲਾਂ ਕਰਨੀਆਂ। ਉਹ ਅੱਜ ਕੈਥਰੀਨ ਨੇ ਇਹ ਕੀਤਾ, ਅੱਜ ਕੈਥਰੀਨ ਨੇ ਇਹ ਕਿਹਾ, ਅੱਜ ਕੈਥਰੀਨ ਨੇ ਇੰਜ ਕੀਤਾ, ਅੱਜ ਕੈਥਰੀਨ ਬਹੁਤ ਗੁੱਸੇ ਸੀ, ਅੱਜ ਕੈਥਰੀਨ।
ਮੈਂ ਬੜਾ ਹੈਰਾਨ ਹੁੰਦਾ ਸੀ। ਮੈਂ ਫਿਰ ਇੱਕ ਦਿਨ ਉਹ ਜਦੋਂ ਦੱਸ ਰਹੀ ਸੀ ਮਾਂ ਨੂੰ ਤੇ ਮੈਂ ਬੜਾ ਖੁਸ਼ ਹੋ ਕੇ ਕਿਹਾ, ਮੈਂ ਕਿਹਾ ਦੇਖ ਬਈ ਸਾਡੀ ਬੇਟੀ ਨੇ ਤੇ ਇੰਨੀ ਅੱਛੀ ਛੇਤੀ ਸਹੇਲੀ ਵੀ ਬਣਾ ਲਈ ਆਪਣੀ, ਹੈ ਕੈਥਰੀਨ ਉਹਦੇ ਨਾਲ ਮਿਕਸ ਹੋ ਗਈ। ਉਹ ਮੇਰੀ ਮਿਸਿਸ ਕਹਿੰਦੀ ਸਹੇਲੀ ਨਹੀਂ ਹੈ, ਕੈਥਰੀਨ ਇਹਦੀ ਟੀਚਰ ਦਾ ਨਾਂ ਹੈ। ਪਹਿਲੇ ਦਿਨ ਇਹ ਸਬਕ ਪੜਾਇਆ ਗਿਆ ਕਿ ਤੁਸੀਂ ਟੀਚਰ ਨੂੰ ਟੀਚਰ ਜਾਂ ਮਿਸ ਨਹੀਂ ਕਹਿਣਾ, ਰਿਸਪੈਕਟ ਨਹੀਂ ਦੇਣੀ, ਉਹਨੂੰ ਕੈਥਰੀਨ ਕਹਿਣਾ। कैथरीन नाम तो ਕਿਉਂ ਕਿਉਂ ਰਿਸਪੈਕਟ ਨਾਲ ਨਾ ਬੁਲਾਈਏ? ਉਹਦਾ ਇਫੈਕਟ ਕੀ ਹੋਏਗਾ ਕਿ ਬੱਚਾ ਅੱਜ ਅਗਰ ਟੀਚਰ ਨੂੰ ਰਿਸਪੈਕਟ ਨਹੀਂ ਦੇ ਰਿਹਾ, ਉਹ ਮਾਂ ਪਿਓ ਨੂੰ ਵੀ ਨਹੀਂ ਦੇ बिल्कुल ਰਿਹਾ, सही ਉਹ ਮਾਂ ਪਿਓ ਵੀ ਨੂੰ ਨਾ ਤੋਂ ਹੀ ਬੁਲਾਏਗਾ। ਉਹ ਡਿਸਰਿਸਪੈਕਟ ਇਹ ਕਿਉਂ ਹੋ ਰਿਹਾ? ਕਦੇ ਕਿਸੇ ਪੋਲੀਟੀਸ਼ੀਅਨ ਨੇ ਗੱਲ ਕੀਤੀ ਹੈ? ਇਹ ਕੌਣ ਬਣਾ ਰਿਹਾ ਹੈ ਕਰਿਕੂਲਮ, ਕਿਉਂ ਬਣਾ ਰਿਹਾ? ਅਗਰ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸਾਂਗੇ ਕਿ ਟੀਚਰ ਜਿਹੜਾ ਹੈ ਹੀ ਔਰ ਸ਼ੀ ਇਜ਼ ਜਸਟ ਲਾਈਕ ਅ ਸੈਕੰਡ माफी पेरेंट। चाहूंगा 30 सेकंड जाने ने काफी इंटरेस्टिंग प्रोग्राम। मैं फिर अल्लाह शुक्राना करदा अपने दरदार सिंह दा। मैं नहीं कहूँगा कि सेंसिटिव है, दिस इज समथिंग ओपनली डिस्कस होना चाहिए। प्लीज से ट्यून्ड इन। अच्छी ब्रेक लैके थोड़ी बाद फिर मुलाकात कर रहे हैं। सत श्री अकाल जी। बोले सोने हाल सत श्री अकाल। वेलकम बैक इन द सैकेंड पार्ट। अगर तुम हुणे देखना शुरू किया डॉक्टर वली दे नाल अच्छी जेंडर इशू की गल करते हैं। बहुत मैं फिर सेंसिटिव लफ्ज यूज करना, इट इज सेंसिटिव इन अ वे, बट दैन दिस इज समथिंग शुड बी डिस्कस्ड वेरी ओपनली मैच्योरली मैनर दे नाल, क्योंकि ये चीज़ कोई तुसी यू कैन पुश इट अंडर द कार्पेट। डॉक्टर साहब ਅਸੀਂ ਗੱਲ ਕਰੀਏ ਹੁਣ जेंडर ਦੀ ਕਨਫਿਊਜ਼ਨ। You know, मैं मुझे अपनी एशियन फैमिली की गल करा, दिस इज अगेन वेरी लिटल टॉक्ड अबाउट, बिकॉज लोग घर बाहर तक ही गल करनी, आपस में घर च भी नहीं गल करते हो। ਉਹ ਇੱਕ ਦੂਜੇ ਨੂੰ ਬਲੇਮ ਕਰਨ ਲੱਗ ਜਾਂਦੇ, ਇਹ ਰੱਬ ਦੀ ਕੁਦਰਤ ਹੈ, ਅਸੀਂ ਰੱਬ ਨੂੰ ਬਲੇਮ ਕਰ ਜਾਂਦੇ ਹਾਂ ਕਿ ਸਾਡੇ ਬੱਚਾ ਹੋਇਆ ਇਸ ਰਸਤੇ ਨਿਕਲ ਗਿਆ ਉਹ। ਲੇਕਿਨ ਅੱਜ ਤੁਸੀਂ ਜਿੱਦਾਂ ਗੱਲਾਂ ਦੱਸਿਆ, ਓਨੈਸਟਲੀ ਕਹਿੰਦਾ ਕਿ ਮੇਰੇ ਵੀ ਨਾ ਇੱਕਦਮ ਦਿਮਾਗ ਹਿੱਲ ਗਿਆ। ਰੱਬ ਤੇ ਨਹੀਂ ਸਬਜ਼ੀਆਂ ਦੇ ਉੱਤੇ ਸਪਰੇਅ ਕਰ ਰਿਹਾ ਨਾ, ਉਹ ਸਪਰੇਅ ਰੱਬ ਨੇ ਨਹੀਂ ਬਣਾਇਆ, ਉਹ ਕਿਸੇ ਕੈਮੀਕਲ ਕੈਮਿਸਟ ਨੇ ਬੈਠ ਕੇ ਤੇ ਆਪਣੀ ਲੈਬਾਰਟਰੀ ਚੋਂ ਇੱਕ ਕੈਮੀਕਲ ਬਣਾ ਦਿੱਤਾ ਹੈ, ਤੇ ਅਸੀਂ ਅਗਰ ਉਹਨੂੰ ਆਪਣੇ ਅੰਦਰ ਲੈ ਕੇ ਜਾ ਰਹੇ ਹਾਂ ਤੇ ਰੱਬ ਦਾ ਨਹੀਂ, ਸਾਡਾ ਕਸੂਰ ਹੈ। ਸਾਨੂੰ ਸੋਚਣਾ ਚਾਹੀਦਾ ਹੈ, ਠੀਕ ਹੈ ਨਾ। ਅਸੀਂ 1 ਲੱਖ 1.5 ਲੱਖ ਕੈਮੀਕਲ ਬਣਾ ਚੁੱਕੇ ਹਾਂ ਪਿਛਲੇ 40-50 ਸਾਲਾਂ 'ਚ। ਅਸੀਂ ਕਿਸੇ ਕੈਮੀਕਲ ਨੂੰ ਪ੍ਰੋਪਰਲੀ ਹਾਲੇ ਤੱਕ ਚੈੱਕ ਨਹੀਂ ਕੀਤਾ ਕਿ ਇਹਦੇ ਬੋਡੀ ਤੇ ਕੀ ਇਫੈਕਟ ਨੇ। ਹੁਣ ਅਸੀਂ ਇੱਥੇ ਬੈਠ ਕੇ ਪਿੱਟਦੇ ਹਾਂ, BPA ਹੁੰਦਾ, ਇੱਕ ਬਿਸਫੀਨੋਲ A ਹੈ, ਫੈਲੇਟਸ ਹੁੰਦੇ ਨੇ, ਇਹ ਪਰਫਿਊਮਾਂ 'ਚ ਹੁੰਦੇ ਨੇ। ਹੁਣ ਤੁਹਾਨੂੰ ਮੈਂ ਹਕੀਕਤ ਦੱਸਾਂ, ਕੱਲ ਮੈਂ ਆ ਰਿਹਾ ਸੀ, ਫਲਾਈ ਕਰ ਰਿਹਾ ਸੀ ਜਦੋਂ, ਕਿਉਂਕਿ ਕੱਟ ਗਿਆ ਮੈਂ ਹੁਣ ਉੱਥੇ ਇੱਕ ਬਿਲਕੁਲ ਵਿਲੇਜ ਟਾਈਪ ਏਰੀਆ 'ਚ ਰਹਿੰਦਾ ਜਿੱਥੇ ਹਸਪੀਟਲ ਹੈ ਸਾਡਾ, ਔਰ ਆਮ ਲਾਈਫ ਤੋਂ ਹੁਣ ਥੋੜਾ ਜਿਹਾ ਡਿਸਕਨੈਕਟਡ ਹੋ ਗਿਆ ਸੀ। ਯਕੀਨ ਕਰੋ ਕਿ ਕੱਲ ਮੇਰੇ ਕੋਲ 에ਅਰਪੋਰਟ ਔਰ ਜਹਾਜ਼ ਵਿੱਚ ਬੈਠਿਆ ਨਹੀਂ ਸੀ ਜਾ ਰਿਹਾ, ਕਿਉਂਕਿ ਉਹ ਜਿਹੜੀ ਪਰਫਿਊਮ ਲੋਕਾਂ ਨੇ ਲਗਾਇਆ ਹੋਇਆ ਸੀ ਨਾ, ਮੈਨੂੰ ਉਸ ਵਕਤ ਪਤਾ ਲੱਗ ਰਿਹਾ ਸੀ ਕਿ ਕਿਤਨੇ ਖੌਫਨਾਕ ਕਿਸਮ ਦੇ ਜ਼ਹਿਰ ਨੇ। ਲੇਕਿਨ ਜਦੋਂ ਤੁਸੀਂ ਉਹਨਾਂ ਤੋਂ ਹਟ ਗਏ ਹੋ, ਹੁਣ ਆਏ ਹੋ, ਤੁਹਾਡੀ ਬਾਡੀ ਉਹਨਾਂ ਨੂੰ ਪ੍ਰੋਪਰਲੀ ਪੜ ਰਹੀ ਹੈ ਔਰ ਦੱਸ ਰਹੀ ਹੈ ਕਿ ਦਿਸ ਇਜ਼ ਅ ਕੰਪਲੀਟ ਗਾਰਬੇਜ। ਲੇਕਿਨ ਇੱਥੇ ਲੋਕ ਲਗਾ ਕੇ ਫਿਰ ਰਹੇ ਨੇ ਉਹ ਪਰਫਿਊਮ ਜਿਹੜੇ ਨੇ, ਉਹ ਖੁਸ਼ਬੂਆਂ ਜਿਹੜੀਆਂ ਨੇ, ਉਹ ਤੁਹਾਡੇ ਜਾ ਕੇ ਸੈਕਸ ਹਾਰਮੋਨ ਨੂੰ ਡਿਸਟਰੋਏ ਕਰ ਦਿੰਦੀਆਂ ਨੇ। ਪਰ ਜਦ ਤੁਸੀਂ ਗੱਲਾਂ ਦਿਨ ਰਾਤ ਦੱਸ ਰਹੇ ਹੋ, ਵਾਈ ਡੋਂਟ ਵੀ ਟੇਕ ਦੈਟ ਸੀਰੀਅਸਲੀ? ਅਸੀਂ ਕਿ ਉਹਦੇ ਤੇ ਗੌਰ ਕਿਉਂ ਨਹੀਂ ਕਰਦੇ ਚੀਜ਼ਾਂ ਤੇ? ਹੁਣ ਤੁਸੀਂ ਜਿਹੜਾ ਗੱਲਾਂ ਦੱਸਦੇ ਹੋ, ਬੱਚੇ ਜੈਂਡਰ ਚ ਕਨਫਿਊਜ਼ ਹੁੰਦੇ, ਕਿਉਂ ਹੁੰਦੇ ਹੈ? ਇਹ ਤੇ ਸੋ ਅਲਾਰਮਿੰਗ ਹੈ ਚੀਜ਼, ਬੰਦੇ ਨੂੰ ਬਹੁਤ ਜ਼ਿਆਦਾ। ਦੇਖੋ ਨਾ, ਤੁਹਾਡਾ ਫਿਊਚਰ ਖਤਮ ਹੋ ਗਿਆ। ਬੀਇੰਗ ਅ ਪੇਰੈਂਟ, ਜਾਂ ਜਦੋਂ ਮੈਂ ਸਾਡਾ ਇੱਕ ਐਜ਼ ਅ ਇਨਸਾਨ ਜਿਹੜਾ ਸਾਡਾ ਇੱਕ ਸਾਈਕਲ ਹੈ, ਉਹ ਤੇ ਇਹੀ ਹੈ ਨਾ ਪੌਲ ਜੀ, ਮੈਂ ਪੈਦਾ ਹੋਣਾ ਹੈ, ਮੇਰੇ ਪੇਰੈਂਟਸ ਨੇ ਮੈਨੂੰ ਗਰੂਮ ਕਰਨਾ ਹੈ, ਔਰ ਉਹਨਾਂ ਨੇ ਆਪਣਾ ਸਾਰੀ ਜ਼ਿੰਦਗੀ ਦਾ ਐਕਸਪੀਰੀਅੰਸ ਮੇਰੇ 'ਚ ਟ੍ਰਾਂਸਫਰ ਕਰਨਾ ਹੈ। ਉਹਨਾਂ ਨੇ ਰੱਬ ਕੋਲ ਟੁਰ ਜਾਣਾ ਹੈ। ਹੁਣ ਮੇਰੇ ਕੋਲ ਬਾਲ ਆ ਗਈ ਹੈ, ਮੈਂ ਉਹਨੂੰ ਰੋਲ ਕਰਨਾ ਹੈ, ਮੇਰੇ ਅੱਗੇ ਬੱਚੇ ਆਉਣੇ ਨੇ, ਮੈਂ ਆਪਣਾ ਟੋਟਲ ਐਕਸਪੀਰੀਅੰਸ ਉਹਨਾਂ ਨੂੰ ਦੇ ਕੇ ਚਲੇ ਜਾਣਾ ਹੈ। ਇੱਕ ਸਾਈਕਲ ਚੱਲ ਰਿਹਾ। ਇਹ ਸਾਈਕਲ ਸਭ ਤੋਂ ਪਹਿਲੇ ਅਸੀਂ ਡਿਸਟਰਬ ਕੀਤਾ। ਮੈਂ ਆਪਣੇ ਆਪ ਆਪਣੀ ਜਨਰੇਸ਼ਨ ਨੂੰ ਬਲੇਮ ਦਿੰਨਾ ਕਿ ਅਸੀਂ ਪੇਰੈਂਟਸ ਨੂੰ ਡਿਸਕਨੈਕਟ ਹੋ ਗਏ। ਅਸੀਂ ਕੀ ਕੀਤਾ ਕਿ ਅਸੀਂ ਪਹਿਲੀ ਉਹ ਜਨਰੇਸ਼ਨ ਸੀ ਜਿੱਥੇ ਅਸੀਂ ਆ ਕੇ ਕਿਹਾ ਆਪਣੇ ਪੇਰੈਂਟਸ ਨੂੰ ਕਿ ਤੁਸੀਂ ਸਟੂਪਿਡ ਹੋ, ਅਸੀਂ ਪੜ੍ਹੇ ਲਿਖੇ ਲੋਕ ਹਾਂ, ਅਸੀਂ ਯੂਨੀਵਰਸਿਟੀਆਂ ਪੜ੍ਹੀਆਂ ਨੇ, ਅਸੀਂ ਕਾਲਜ ਪੜ੍ਹੇ ਨੇ, ਤੁਹਾਨੂੰ ਕੀ ਹੈ, ਤੁਹਾਨੂੰ ਤਾਂ ਅੰਗਰੇਜ਼ੀ ਦੇ 2 ਅੱਖਰ ਨਹੀਂ ਪੜ੍ਹਨੇ ਆਉਂਦੇ, ਠੀਕ ਹੈ ਨਾ। ਅਸੀਂ ਉਹਨਾਂ ਤੋਂ ਕੋਈ ਉਹ ਐਕਸਪੀਰੀਅੰਸ ਜਾਂ ਵਿਜ਼ਡਮ ਜਿਹੜਾ ਪਿਛਲੀ ਨਸਲਾਂ ਤੋਂ ਅੱਗੇ ਆਈ ਜਾ ਰਿਹਾ ਸੀ, ਉਹ ਅਸੀਂ ਉਹਨਾਂ ਤੋਂ ਲੈਣ ਤੋਂ ਇਨਕਾਰ ਕਰਤਾ, ਅਸੀਂ ਕੱਟ ਗਏ। ਲੇਕਿਨ
ਉਹਦੇ ਬਾਵਜੂਦ ਸਾਡੇ ਦਿਲ 'ਚ ਉਹਨਾਂ ਦੀ ਰਿਸਪੈਕਟ ਸੀ ਆਪਣੇ ਪੇਰੈਂਟਸ ਦੀ, ਕਿਉਂਕਿ ਸਾਨੂੰ ਸਾਡੀ ਮਾਂ ਨੇ ਹੱਥਾਂ ਨਾਲ ਰੋਟੀ ਪਕਾ ਕੇ ਪਾਲਿਆ ਸੀ। ਉਹਦੀ ਹੱਥਾਂ ਦੀ ਮੁਹੱਬਤ ਔਰ ਪਿਆਰ ਸਾਡੇ ਦਿਲ 'ਚ ਹੈ ਸੀ। ਉਹ ਰਿਸਪੈਕਟ ਨਹੀਂ ਖਤਮ ਹੋਈ ਸਾਡੇ ਦਿਲ 'ਚੋਂ, ਨਾ ਪਿਓ ਦੀ ਜਿਹੜਾ ਸਾਨੂੰ ਚਿੱਤਰ ਮਾਰਦਾ ਸੀ ਅਗਰ ਅਸੀਂ ਗੱਲ ਠੀਕ ਨਹੀਂ ਸੀ ਮੰਨਦੇ ਉਹਦੀ, ਲੇਕਿਨ ਸਾਨੂੰ ਪਤਾ ਹੁੰਦਾ ਸੀ ਕਿ ਇਹਦੀ ਮਾਰ 'ਚ ਵੀ ਪਿਆਰ ਹੈ, ਕਿਉਂਕਿ ਹਰ ਵਕਤ ਉਹਦੀ ਨਜ਼ਰ ਸਾਡੇ ਤੇ ਹੁੰਦੀ ਸੀ। ਲੇਕਿਨ ਉਹਦੇ ਬਾਵਜੂਦ ਮੁਹੱਬਤ ਪਿਆਰ ਅਸੀਂ ਰੱਖਿਆ, ਲੇਕਿਨ ਉਹਨਾਂ ਤੋਂ ਵਿਜ਼ਡਮ ਅਸੀਂ ਨਹੀਂ ਲਿਆ। ਜਿਹੜੀਆਂ ਉਹ ਸਾਨੂੰ ਅਕਲ ਦੀਆਂ ਗੱਲਾਂ ਦੱਸਦੇ ਸਨ ਕਿ ਪੁੱਤਰ ਇੰਜ ਖਾਓ, ਇੰਜ ਪੜੋ, ਇੰਜ ਬੈਠੋ, ਇੰਜ ਸੌਵੋ, ਇੰਨੇ ਵਜੇ ਉੱਠੋ, ਅਸੀਂ ਉਹ ਨਹੀਂ, ਅਸੀਂ ਆਪਣੀ ਰੂਟੀਨ ਤੇ। ਉਸ ਤੋਂ ਬਾਅਦ ਜਿਹੜੀ ਹੁਣ ਜਨਰੇਸ਼ਨ ਆਈ ਹੈ, ਜਿਹੜੇ ਮੇਰੇ ਬੱਚੇ ਨੇ ਪੌਲ ਜੀ, ਉਹ ਤੇ ਇੱਕ ਸਟੈਪ ਕੀ ਉਹ 10 ਸਟੈਪ ਹੋਰ ਅੱਗੇ ਚਲੇ ਗਏ। ਕਿਉਂ ਗਏ ਨੇ? ਕਿਉਂਕਿ ਮੇਰੀ ਬੀਵੀ ਨੇ ਇਹ ਸਾਡੀ ਜਨਰੇਸ਼ਨ ਦੀ ਜਿਹੜੀ ਮਾਵਾਂ ਨੇ, ਉਹਨਾਂ ਨੇ ਡੱਬਿਆਂ ਤੇ ਪਾਲਿਆ, ਉਹਨਾਂ ਨੇ ਹੱਥਾਂ ਨਾਲ ਰੋਟੀਆਂ ਨਹੀਂ ਪਕਾਈਆਂ। ਉਹ ਉਹਨਾਂ ਦੀ ਪਿਆਰ, ਜਿਹੜਾ ਮਾਂ ਦਾ ਪਿਆਰ ਹੈ ਨਾ, ਉਹ ਆਟੇ ਤੋਂ ਰੋਟੀ 'ਚ ਤੇ ਰੋਟੀ ਤੋਂ ਜਿਸਮ 'ਚ ਜਾਂਦਾ, ਉਹ ਖਤਮ ਹੋ ਗਿਆ। ਠੀਕ ਹੈ ਨਾ? ਉਹਨਾਂ ਨੂੰ ਡੱਬੇ, ਉਹਨਾਂ ਦੇ ਦਿਲ 'ਚ, ਔਲਾਦ ਦੇ ਦਿਲ 'ਚ ਕੋਈ ਰਿਸਪੈਕਟ ਨਹੀਂ ਰਹੀ ਮਾਂ ਪਿਓ ਦੀ। ਫਿਰ ਪਹਿਲੇ ਇਹ ਹੁੰਦਾ ਸੀ, ਮੈਨੂੰ ਯਾਦ ਹੈ ਕਿ ਜਦੋਂ ਅਸੀਂ ਪੜ੍ਹਦੇ ਵੀ ਸੀ, ਲੇਕਿਨ ਉਹਦੇ ਬਾਵਜੂਦ ਸਾਨੂੰ ਬਹੁਤ ਸਾਰਾ ਟਾਈਮ ਮਿਲ ਜਾਂਦਾ ਸੀ ਆਪਣੇ ਪੇਰੈਂਟਸ ਦੀ ਕੰਪਨੀ ਦੇ ਵਿੱਚ। ਅਸੀਂ ਉਹਨਾਂ ਨਾਲ ਟਾਈਮ ਗੁਜ਼ਾਰਦੇ ਸੀ, ਰਾਤ ਨੂੰ ਬੈਠਣਾ, ਦਿਨ ਨੂੰ ਗੱਲ ਹੋਣੀ, ਛੁੱਟੀਆਂ 'ਚ ਸਾਨੂੰ ਸਾਡੇ ਪਿਓ ਨੇ ਲੈ ਕੇ ਜਾਣਾ, ਕੰਮ ਤੇ ਚਲੇ ਜਾਣਾ, ਅਸੀਂ ਜ਼ਮੀਨਾਂ ਤੇ ਫਿਰਨਾ। ਇੱਕ ਬੌਂਡੇਜ ਜਿਹੜੀ ਸੀ ਨਾ, ਉਹ ਹੈ ਸੀ। ਹੁਣ ਉਹ ਟੋਟਲੀ ਖਤਮ ਹੋ ਗਈ ਹੈ। 8 ਵਜੇ ਤੁਹਾਨੂੰ ਸਕੂਲ ਨੇ ਬੁਲਾ ਲੈਣਾ, 4-5 ਵਜੇ ਵਾਪਸ ਆਉਣਾ, ਉਸ ਤੋਂ ਬਾਅਦ ਥੱਕੇ ਹੋਣਾ। ਫਿਰ ਬੱਚਿਆਂ ਨੂੰ ਮੋਬਾਈਲਾਂ ਦਾ ਸ਼ੌਕ ਹੁੰਦਾ, ਉਹਨਾਂ ਨੇ ਮੋਬਾਈਲਾਂ 'ਚ, ਔਰ ਪਹਿਲੇ ਇੱਥੇ ਵੈਸਟ 'ਚ ਹੋਮਵਰਕ ਨਹੀਂ ਸੀ ਦਿੱਤਾ ਜਾਂਦਾ, ਹੁਣ ਹੋਮਵਰਕ ਦਿੰਦੇ ਆ। ਉਹ ਬੱਚੇ ਟੋਟਲੀ ਪੇਰੈਂਟਸ ਤੋਂ ਡਿਸਕਨੈਕਟ ਹੋ ਗਏ। ਡਾਕਟਰ, ਤੁਸੀਂ ਬੜੀ ਕਮਾਲ ਦੀ ਗੱਲ ਕੀਤੀ। ਮੇਰੇ ਦਿਮਾਗ 'ਚ ਹੁਣ ਇੱਕ ਸਵਾਲ ਆ ਰਿਹਾ, ਜਦੋਂ ਤੁਸੀਂ ਗੱਲ ਕਰਦੇ ਸੀ ਕਿ ਬੱਚੇ ਦੀ ਆਵਾਜ਼ ਚੇਂਜ ਹੁੰਦਾ 12-13 ਸਾਲ ਦੇ, ਉਹਦੇ 'ਚ ਮੈਚਿਓਰਿਟੀ, ਉਹ ਜੈਂਡਰ ਦਾ ਉਹਦੇ ਡਿਵੈਲਪ ਹੋਣਾ ਸ਼ੁਰੂ ਹੁੰਦਾ ਹੈ, ਤੇ ਕਿਉਂਕਿ ਮਾਪਿਆਂ ਨੂੰ ਤੇ ਬੱਚਿਆਂ ਨੂੰ ਟਾਈਮ ਨਹੀਂ ਹੈਗਾ, ਮਟੀਰੀਅਲਾਈਜ਼ ਹੋ ਗਏ ਨੇ, ਕੰਮਾਂ ਕਾਰਾਂ 'ਚ ਲੱਗੇ ਹੋਏ ਨੇ। ਉਹ ਜਦੋਂ ਬੱਚਾ ਕਨਫਿਊਜ਼ ਹੈ ਜੈਂਡਰ ਦਾ, ਬਾਈ ਦਾ ਟਾਈਮ ਉਹ ਓਪਨ 'ਚ ਥੋੜਾ ਬਹੁਤਾ ਮਾਪਿਆਂ ਨੂੰ ਦਿਖਾਈ ਦੇ ਰਿਹਾ ਕਿ ਸਾਡਾ ਬੱਚਾ ਕਿਹੜੇ ਡਾਇਰੈਕਸ਼ਨ 'ਚ ਜਾ ਰਿਹਾ, ਉਦੋਂ 17-18-19 ਸਾਲ ਦਾ ਹੋ ਜਾਂਦਾ ਹੈ। ਯਾ ਫਿਰ ਉਹਦੇ 'ਚ ਡਿਸਟਰਪਸ਼ਨ ਹੋ ਜਾਂਦੀ ਲਾਈਫ ਦੇ ਵਿੱਚ, ਬੱਚੇ ਵਿੱਚ ਤੇ ਪੇਰੈਂਟਸ ਵਿੱਚ, ਬਿਕੋਜ਼ ਉਹ ਸੋਚਦੇ ਸਮਝਦੇ ਕਿ ਕਿਉਂ ਹੋਇਆ, ਰੱਬ ਨੂੰ ਬਲੇਮ ਕਰਨਾ ਸ਼ੁਰੂ ਕਰਤਾ। ਨਾਟ ਇਵਨ ਫॉर ਅ ਮਿਨਟ। ਜੋ ਤੁਸੀਂ ਅੱਜ ਗੱਲਾਂ ਦੱਸਿਆ ਕਿ ਕਿਤੋਂ ਉਹ ਸਟਾਰਟ ਹੁੰਦਾ ਹੈ, ਕਿਸੇ ਦੇ ਦਿਮਾਗ 'ਚ ਅਮਸ਼ੂਰ ਏਦਾਂ ਦੀ ਗੱਲ ਨਹੀਂ ਆ ਰਹੀ। ਪ੍ਰੋਬਲਮ ਇਹੀ ਹੈ, ਇਹ ਜਿਹੜੀਆਂ ਅਸੀਂ ਕਰੀਮਾਂ ਲਗਾਉਂਦੇ ਆ, ਜਿਹੜੇ ਪਰਫਿਊਮ ਲਗਾਉਂਦੇ ਆ, ਜਿਹੜੀ ਅਸੀਂ ਘਰ 'ਚ ਬਰਤਨ ਰੱਖੇ ਹੋਏ ਨੇ, ਜਿਹੜੇ ਅਸੀਂ ਦਵਾਈਆਂ ਦਿੰਦੇ, ਸੋ ਕਾਲਡ ਦਵਾਈਆਂ, ਡਰੱਗਸ ਜਿਹੜੇ ਦਿੰਦੇ ਆ ਅਸੀਂ ਆਪਣੇ ਬੱਚਿਆਂ ਨੂੰ ਅਗਰ ਬਿਮਾਰ ਹੋ ਜਾਣ, ਔਰ ਜਿਹੜੀਆਂ ਅਸੀਂ ਉਹਨਾਂ ਨੂੰ ਸਬਜ਼ੀਆਂ ਖਿਲਾ ਰਹੇ ਹਾਂ, ਜਿਹੜੇ ਫਰੂਟ ਖਿਲਾ ਰਹੇ ਹਾਂ, ਅਸੀਂ ਖੁਸ਼ ਹੋ ਕੇ ਆਉਂਦੇ ਹਾਂ ਕਿ ਲਓ ਜੀ, ਮੈਂ ਤੇ ਆਪਣੇ ਪੁੱਤਰ ਲਈ ਹੁਣ ਕੇਲੇ ਲੈ ਕੇ ਚੱਲਿਆ, ਮੈਂ ਆਪਣੇ ਬੇਟੇ ਨੂੰ ਸੇਬ ਖਵਾਉਂਦਾ ਰੋਜ਼ ਦਾ। ਜਿਹੜੀਆਂ ਮਾਵਾਂ ਹੁੰਦੀਆਂ ਨੇ ਖੁਸ਼ ਹੋ ਕੇ ਦੱਸਦੀਆਂ ਨੇ, ਡਾਕਟਰ ਜੀ ਮੈਂ ਤੇ ਗਾਜਰਾਂ ਔਰ ਸੇਬ ਖਵਾਉਂਦੀ ਹਾਂ ਆਪਣੇ ਡਾਕਟਰ। ਬੱਚੇ ਨੂੰ ਤਾਂ ਲੈ ਕੇ ਪਾਲਣਾ ਤੇ ਇੱਕ ਹੌਬੀ ਹੋਣੀ ਚਾਹੀਦੀ ਹੈ, ਮਜ਼ਾ ਆਉਣਾ ਚਾਹੀਦਾ, ਬੜੇ ਪਿਆਰ ਨਾਲ, ਬੜੇ ਮੁਹੱਬਤ ਨਾਲ ਮਜ਼ਾ ਆਉਣਾ ਚਾਹੀਦਾ। ਉਹ ਮੇਰੇ ਹਮੇਸ਼ਾ ਮੇਰੇ ਡਿਜ਼ਾਈਨ 'ਚ ਇਹ ਤੁਹਾਡੀ ਗੱਲ ਆਉਂਦੀ ਹੈ ਜਦੋਂ ਤੁਸੀਂ ਕਿਹਾ ਕਿ ਮੇਰਾ ਬੱਚਾ ਤੰਦਰੁਸਤ ਹੋਵੇ, ਮੈਨੂੰ ਪੜ੍ਹਿਆ ਲਿਖਿਆ ਨਹੀਂ ਚਾਹੀਦਾ। ਬਿਲਕੁਲ ਨਹੀਂ ਚਾਹੀਦਾ। ਰਿਲੈਕਸ ਹੋਏ, ਉਹ ਆਪਣੇ ਬਚਪਨ ਨੂੰ ਇੰਜੋਏ ਕਰੇ, ਉਹਨੂੰ ਮਜ਼ਾ ਆਉਣਾ ਚਾਹੀਦਾ। ਉਹ ਹੁਣ ਤੇ 8-8 ਕਿਲੋ ਦੇ ਬਸਤੇ ਚੁੱਕੇ ਹੁੰਦੇ ਆ, ਉਹਨਾਂ ਦੀ ਬੈਕਬੋਨ ਹੀ ਕ੍ਰੈਕ ਹੋਈ ਹੁੰਦੀ ਹੈ ਬੱਚਿਆਂ ਦੀ, ਉਹਨਾਂ ਤੇ ਸਟ੍ਰੈਸ ਹੁੰਦਾ, ਉਹਨੂੰ ਮਾਵਾਂ ਨੇ ਡੰਡਾ ਦਿੱਤਾ ਹੁੰਦਾ ਹੈ, ਟੀਚਰਾਂ ਨੇ ਦਿੱਤਾ ਹੁੰਦਾ ਹੈ, ਤੂੰ ਗ੍ਰੇਡ ਲੈਣਾ, ਤੇਰਾ B ਗ੍ਰੇਡ ਆ ਗਿਆ, ਤੂੰ ਅਗਰ A ਸਟਾਰ ਨਹੀਂ ਲੈ ਤੇ ਤੇਰੀ ਯੂਨੀਵਰਸਿਟੀ 'ਚ, ਉਹ ਕਿੱਥੋਂ ਰਹਿਣਗੇ ਸਿਹਤਮੰਦ? ਡਾਕਟਰ ਸਾਹਿਬ, ਇਹ ਮੈਨੂੰ ਬਹੁਤ ਦਫਾ ਸਵਾਲ ਆਇਆ ਸੀਗਾ, ਮੈਨੂੰ ਪੁੱਛਿਆ ਗਿਆ ਸੀ ਕਿ ਡਾਕਟਰ ਨਾਲ ਗੱਲ ਕਰੋ, ਕਦੇ ਮੌਕਾ ਨਹੀਂ ਲੱਗਿਆ। ਅੱਜ ਬਹੁਤ ਅੱਛਾ, ਜੋ ਫਿਰ ਮੈਂ ਸ਼ੁਕਰਾਨਾ ਕਰਦਾ ਆਪਣੇ ਭਾਜੀ ਦਿਦਾਰ ਸਿੰਘ ਦਾ। ਇਹ ਜਦੋਂ ਪਤਾ ਲੱਗਦਾ 17-18 ਸਾਲ ਦੇ ਵਿੱਚ ਮਾਪਿਆਂ ਨੂੰ, ਉਹ ਐਕਸੈਪਟ ਕਰ ਲੈਂਦੇ ਨੇ। ਇਹਦੇ 'ਚ ਕੁਝ ਹੈ, ਇਲਾਜ ਹੈਗਾ ਇਹਦਾ ਕੁਝ? 100% ਇਹਨੂੰ ਰੋਕਿਆ ਜਾ ਸਕਦਾ, ਇਸ ਪ੍ਰੋਬਲਮ ਨੂੰ, ਔਰ ਇਹਨੂੰ ਰਿਵਰਸ ਵੀ ਕੀਤਾ ਜਾ ਸਕਦਾ, ਲੇਕਿਨ ਇਹਦੀ ਸਟੇਜ ਹੈ। ਮਸਲਨ ਤੁਹਾਨੂੰ ਅਗਰ ਸ਼ੁਰੂ 'ਚ ਹੀ ਫੀਲ ਹੋ ਰਿਹਾ ਹੈ ਕਿ ਫਰਜ਼ ਕਰੋ ਤੁਹਾਡਾ ਬੇਟਾ ਹੈ, ਔਰ ਉਹ ਜਿਹੜਾ ਹੈ ਉਹਦੇ ਇੰਟਰਸਟ ਇਸ ਕਿਸਮ ਦੇ ਨੇ ਕਿ ਬਜਾਏ ਉਹ ਲੜਕੀਆਂ ਵਾਲੋਂ ਤੇ ਕੋਈ ਇੰਟਰਸਟ ਨਹੀਂ, ਦਿਲਚਸਪੀ ਨਹੀਂ, ਬਲਕਿ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਗੱਲਾਂ ਕਰਦਾ, ਆਪਣੇ ਆਪ ਨੂੰ ਵੀ ਲੜਕੀ ਸਮਝਦਾ ਹੈ, ਔਰ ਉਹ ਪਸੰਦ ਕਰਦਾ ਹੈ ਕਿ ਵੀ ਮੈਂ ਲੜਕੀਆਂ ਵਰਗੇ ਕੱਪੜੇ ਪਾਵਾਂ ਔਰ ਉਸ ਤਰ੍ਹਾਂ ਮੇਕਅਪ ਸ਼ੇਕਅਪ ਕਰਾਂ। ਅਗਰ ਤੁਹਾਨੂੰ ਇਹ ਨਜ਼ਰ ਆ ਰਿਹਾ ਔਰ ਉਹ ਤੁਹਾਨੂੰ ਮੂੰਹ ਤੋਂ ਕਹਿ ਰਿਹਾ, ਉਹਦੇ ਤੇ ਪੈਨਿਕ ਹੋਣ ਦੀ, ਉਹਨੂੰ ਗਾਲਾਂ ਗੋਲਾਂ ਕੱਢਣ ਦੀ, ਗੁੱਸੇ ਹੋਣ ਦੀ, ਰੋਣ ਪਿੱਟਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਉਸ ਬੱਚੇ ਦੇ ਹਾਰਮੋਨਸ ਦਾ ਟੈਸਟ ਕਰਾਓ, ਕਿਉਂਕਿ ਮੈਂ ਤੁਹਾਨੂੰ ਹੁਣੀ ਦੱਸਿਆ ਕਿ ਹਾਰਮੋਨਸ ਹੁੰਦੇ ਨੇ ਜਿਹੜੇ ਮੇਲ ਨੂੰ
ਮੇਲ ਬਣਾ ਰਹੇ ਹੁੰਦੇ ਨੇ ਔਰ ਫੀਮੇਲ ਨੂੰ ਫੀਮੇਲ ਬਣਾ ਰਹੇ ਹੁੰਦੇ ਨੇ। ਮੇਲ ਦੀ ਬਾਡੀ ਦੇ ਵਿੱਚ 7-8 ਸਾਲ ਤੋਂ ਬਾਅਦ ਟੈਸਟੋਸਟੀਰੋਨ ਦੀ ਸਰਜ ਆਉਣੀ ਸ਼ੁਰੂ ਹੋ ਜਾਂਦੀ ਔਰ ਉਹਦੀ ਵਜ੍ਹਾ ਨਾਲ ਉਹਦਾ ਸੀਨਾ ਚੌੜਾ ਹੋਏਗਾ, ਹੱਡੀ ਮੋਟੀ ਹੋਏਗੀ, ਆਵਾਜ਼ ਭਾਰੀ ਹੋਏਗੀ, ਮੁੱਛਾਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ, ਚਿਹਰਾ ਚੌੜਾ ਹੋਏਗਾ। ਉਹਦੇ ਆਪੋਜ਼ਿਟ ਈਸਟ੍ਰੋਜਨ ਹਾਰਮੋਨ ਹੋਏਗਾ, ਉਹ ਔਰਤਾਂ ਨੂੰ ਹੈ, ਫੀਮੇਲਸ ਨੂੰ ਕਰ ਰਿਹਾ ਹੋਏਗਾ ਕਿ ਉਹਨਾਂ ਦੀ ਆਵਾਜ਼ ਬਰੀਕ ਹੋ ਜਾਏਗੀ, ਉਹਨਾਂ ਦੀ ਬਾਡੀ 'ਚ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਏਗੀ, ਫੀਮੇਲਸ ਦੀ ਪੀਰੀਅਡਸ ਵਗੈਰਾ ਸ਼ੁਰੂ ਹੋ ਜਾਣਗੇ। ਲੇਕਿਨ ਪ੍ਰੋਬਲਮ ਇਹ ਹੋ ਰਿਹਾ ਕਿ ਜਿਵੇਂ ਹੁਣ ਮੈਂ ਤੁਹਾਨੂੰ ਐਟਰੋਜ਼ੀਨ ਦਾ ਇੱਕ ਕੈਮੀਕਲ ਦਾ ਨਾਂ ਦਿੱਤਾ ਹੈ ਜਿਹੜਾ ਸਬਜ਼ੀਆਂ ਤੇ ਸਪਰੇ ਹੁੰਦਾ ਹੈ, ਜਾਂ DDT ਹੈ, ਜਾਂ ਗਲਾਈਫੋਸੇਟ ਹੈ, ਜਾਂ ਜਿੰਨੇ ਕੈਮੀਕਲ ਸਪਰੇ ਨੇ, ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਇਹਨਾਂ ਦਾ ਮੋਲੀਕੂਲਰ ਸਟਰਕਚਰ ਔਰਤਾਂ ਦੇ ਹਾਰਮੋਨ ਨਾਲ ਮਿਲਦਾ ਹੈ, ਈਸਟ੍ਰੋਜਨ ਹਾਰਮੋਨ ਨਾਲ ਮਿਲਦਾ ਹੈ, ਠੀਕ ਹੈ ਨਾ। ਜਦੋਂ ਤੁਸੀਂ ਉਹ ਕੈਮੀਕਲ ਲੈ ਕੇ ਜਾਓਗੇ ਆਪਣੀ ਬਾਡੀ 'ਚ, ਅਗਰ ਉਹ ਲੜਕੀ ਹੈ ਤੇ ਉਹਦੀ ਬਾਡੀ 'ਚ ਬਹੁਤ ਜ਼ਿਆਦਾ ਈਸਟ੍ਰੋਜਨ ਬਣਨਾ ਸ਼ੁਰੂ ਹੋ ਜਾਏਗਾ, ਉਹਦਾ ਆਪਣਾ ਵੀ ਬਣ ਰਿਹਾ ਹੈ ਔਰ ਨਾਲ ਹੀ ਉਹ ਮੁxtਲਿਫ ਕਿਸਮ ਦੀ ਕੈਮੀਕਲ ਦੇ ਜ਼ਰੀਏ ਲੈ ਕੇ ਜਾ ਰਹੀ ਹੈ। ਕੀ ਹੋਏਗਾ, ਉਸ ਬੱਚੀ ਦੇ ਪੀਰੀਅਡ ਇਰੈਗੂਲਰ ਹੋ ਜਾਣਗੇ, ਠੀਕ ਹੈ ਨਾ। ਉਹ ਮੂਡੀ ਹੋ ਜਾਏਗੀ, ਉਹਨੂੰ ਗੁੱਸਾ ਚੜੇਗਾ, ਉਹ ਆਪਣਾ ਖਿਆਲ ਰੱਖਣਾ ਬੰਦ ਕਰ ਦੇਗੀ, ਉਹਦੀ ਨੀਂਦ ਖਰਾਬ ਹੋ ਜਾਏਗੀ, ਉਹ ਗੱਲ-ਗੱਲ ਤੇ ਲੜੇਗੀ ਤੁਹਾਡੇ ਨਾਲ। ਔਰ ਪੀਰੀਅਡ ਦਾ ਦਿਨ ਜਿਹੜੇ ਨੇ ਉਹ ਉਸ ਬੱਚੀ ਲਈ ਇੱਕ ਕਿਸਮ ਦਾ ਟੌਰਚਰ ਹੋਏਗਾ, ਉਹਨੂੰ ਇਤਨੀ ਜ਼ਿਆਦਾ ਪੇਨ ਔਰ ਉਹ ਪੇਨ ਕਿਲਰ ਖਾ ਕੇ 3-4 ਦਿਨ ਗੁਜ਼ਾਰੇਗੀ, ਠੀਕ ਹੈ ਨਾ। ਇਹ ਤੁਹਾਨੂੰ ਨਜ਼ਰ ਆ ਰਿਹਾ, ਸਾਹਮਣੇ ਹੋ ਰਿਹਾ। ਅਗਰ ਐਸਾ ਹੈ ਤੇ ਮੈਂ ਸੁਜੈਸਟ ਕਰਾਂਗਾ ਤੁਸੀਂ ਫੌਰੀ ਤੌਰ ਤੇ ਫੂਡ ਚੇਂਜਸ ਕਰੋ ਬੱਚੇ ਅਜੀ ਇੱਕ ਕਾਲ ਲੈ ਲਈਏ ਜਰਾ। ਅੱਛਾ। ਹੈਲੋ 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 ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ? ਸਤਿ ਸ੍ਰੀ ਅਕਾਲ ਜੀ, ਅਸੀਂ ਬੁਲਬਰਾਮਟਨ ਤੋਂ ਬੋਲਦੇ ਹਾਂ ਜਸਵਿੰਦਰ ਕੌਰ। ਹਾਂਜੀ, ਕੀ ਕਹਿਣਾ ਚਾਹੁੰਦੇ ਡਾਕਟਰ? ਤੁਹਾਡੀ ਵੈਲਕਮ ਕਰਦੇ ਸ਼ੋਅ ਦੇ ਵਿੱਚ। ਹਾਂਜੀ ਡਾਕਟਰ ਸਾਹਿਬ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਜਸਵਿੰਦਰ ਕੌਰ ਤੇ ਅਸੀਂ ਪਿਆਰਾ ਸਿੰਘ ਬੋਲਦੇ ਬੁਲਬਰਾਮਟਨ ਤੋਂ। ਅਸੀਂ ਡਾਕਟਰ ਸਾਹਿਬ ਦਾ ਥੈਂਕ ਯੂ ਕਰਨਾ ਚਾਹੁੰਦੇ ਸੀ। ਅਸੀਂ 6-7 ਮਹੀਨੇ ਤੋਂ ਸਪਲੀਮੈਂਟ ਲੈ ਰਹੇ ਹਾਂ ਤੇ ਮੈਂ 21 ਈਅਰ ਅਬਾਊਟ ਥਿੰਕ 21 ਈਅਰ ਹੋ ਗਏ ਮੈਂ ਇਨਸੂਲਿਨ ਲੈਂਦੀ ਸੀ ਤੇ ਡਾਕਟਰ ਸਾਹਿਬ ਦੇ ਸਪਲੀਮੈਂਟ ਤੇ ਡਾਈਟ ਦੇ ਬਾਵਜੂਦ ਮੈਂ ਹੁਣ 4-5 ਮਹੀਨੇ ਹੋ ਗਏ ਮੈਂ ਇਨਸੂਲਿਨ ਨਹੀਂ ਯੂਜ਼ ਕਰਦੀ। ਕੀ ਬਾਤ ਹੈ। ਜਿੰਨਾ ਇਨਸੂਲਿਨ ਲੈ ਕੇ ਮੇਰੀ ਸ਼ੂਗਰ ਰਹਿੰਦੀ ਸੀ, ਹੁਣ ਵਿਦਆਊਟ ਇਨਸੂਲਿਨ ਮੇਰੀ ਸ਼ੂਗਰ ਮਾਰਨਿੰਗ ਟਾਈਮ 6-7 ਦੇ ਵਿੱਚ ਹੀ ਰਹਿੰਦੀ ਹੈ। ਲਓ ਜੀ, ਇਹ ਤਾਂ ਕਮਾਲ ਹੋ ਗਿਆ। ਵੈਰੀ ਗੁੱਡ, ਵੈਰੀ ਗੁੱਡ, ਥੈਂਕ ਯੂ। ਹਾਂਜੀ ਥੈਂਕ ਯੂ। ਪਰਮਾਤਮਾ ਦਾ ਵੀ ਜਿਹਨੇ ਸਾਨੂੰ ਸੋਹਣੇ ਤੁਹਾਡੇ ਰੱਬ ਨਾਲ ਦਾ, ਜੋੜਿਆ। ਸੋਹਣੇ ਰੱਬ ਦਾ ਸ਼ੁਕਰ ਹੈ। ਹਾਂਜੀ, ਬਿਲਕੁਲ ਹਾਂਜੀ। ਬਿਲਕੁਲ। ਤੁਸੀਂ ਖਾਣੇ ਪੀਣੇ ਵਿੱਚ ਕੀ ਚੇਂਜਸ ਲੈ ਕੇ ਆਏ ਆਪਣੇ? ਅਸੀਂ ਉਹ ਖਾਣਾ ਜਦੋਂ ਦੱਸਦੇ ਡਾਕਟਰ 4 ਆਟੇ ਚ ਮਿਕਸ ਕਰਕੇ, ਉਹ ਕਣਕ ਛੱਡੀ ਨੂੰ ਵੀ 7-8 ਮਹੀਨੇ ਹੋ ਗਏ ਛੱਡੇ ਇਹਨਾਂ ਨੂੰ। ਹਾਂਜੀ, ਤੇ ਤੇਲ ਨਹੀਂ ਵਰਤਦੇ, ਦੇਸੀ ਘੀ ਹੀ ਵਰਤਦੇ ਆ ਘਰ ਵਿੱਚ, ਤੇ ਫਰੈਸ਼ ਸਬਜ਼ੀਆਂ ਵਗੈਰਾ ਵਰਤਦੇ ਆ, ਤੇ ਤਲੀਆਂ ਚੀਜ਼ਾਂ ਅਸੀਂ ਕਦੀ ਨਹੀਂ ਖਾਂਦੇ, ਤੇ ਮਠਿਆਈ ਵਗੈਰਾ ਸਭ ਕੁਝ ਛੱਡਿਆ ਸੀ। ਬਹੁਤ ਅੱਛੇ, ਵੈਰੀ ਨਾਈਸ। ਹੁਣ ਬਿਲਕੁਲ ਠੀਕ ਫੀਲ ਕਰਦੇ ਹੋ? ਹਾਂਜੀ ਹੁਣ ਬਿਲਕੁਲ ਠੀਕ ਹੈ। ਇੱਕ ਮੇਰੇ ਗਲੇ ਵਿੱਚ ਸੀਗੇ ਗਾਊਟ ਦੀ ਪ੍ਰੋਬਲਮ ਸੀ ਤੇ ਡਾਕਟਰ ਕਹਿੰਦੇ ਸੀ ਆਪਰੇਸ਼ਨ ਕਰਨਾ, ਕਦੀ ਕਹਿੰਦੇ ਸੀ ਨਹੀਂ ਕਰਨਾ। ਉਹ ਮੈਂ ਡਾਕਟਰ ਸਾਹਿਬ ਦੀ 2 ਮਹੀਨੇ ਮੈਡੀਸਿਨ ਯੂਜ਼ ਕੀਤੀ ਤਾਂ ਇਹ ਬਿਲਕੁਲ ਕਲੀਅਰ ਹੋ ਗਿਆ। ਕੀ ਬਾਤ ਹੈ ਜੀ ਡਾਕਟਰ। ਕਾਫੀ ਮੇਰੀ ਹੈਲਥ ਬਹੁਤ ਖਰਾਬ ਸੀ। ਡਾਕਟਰ ਸਾਹਿਬ ਤਾਂ ਮੇਰੀ ਪ੍ਰਿਸਕ੍ਰਿਪਸ਼ਨ ਦੇ ਕੇ ਹੀ ਪਹਿਲਾਂ ਡਰ ਗਏ ਸੀ ਕਿ ਇੰਨੀ ਮੈਡੀਸਿਨ ਯੂਜ਼ ਕਰਦੀ ਆ ਤੇ ਫਿਰ ਉਹਨਾਂ ਨੇ ਕਾਫੀ, ਹੁਣ ਤਾਂ ਮੈਂ ਇੰਨੀ ਜੋ ਇਹਨਾਂ ਦੇ ਸਪਲੀਮੈਂਟ ਯੂਜ਼ ਕਰਦੀ ਆ, ਸਿਰਫ ਮੈਟਫੋਰਮਿਨ ਨਾਲ ਲੈਂਦੀ ਆ ਤੇ ਬਾਕੀ ਠੀਕ ਹੈ ਹੁਣ ਮੇਰਾ ਸਾਰਾ ਕੁਝ। ਦੇਖੋ, ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਹਾਂਜੀ ਕਿ ਤੁਸੀਂ ਦਿਨ 'ਚ 2 ਦਫਾ ਚਮੜੀ ਚੁੱਕਣੀ ਹੈ ਤੇ ਟੀਕਾ ਲਗਾਉਣਾ। ਹਾਂਜੀ ਕਿਤਨੀ ਤਕਲੀਫ ਹੈ। ਬਹੁਤ ਯੈਸ। ਔਰ ਇਹ ਤੇ ਯੰਗ ਨੇ, ਜਦੋਂ ਤੁਸੀਂ 80 ਤੋਂ ਉੱਪਰ ਜਾਂਦੇ ਫਿਰ ਟੀਕਾ ਖੁਦ ਨਹੀਂ ਲਗਾ ਸਕਦੇ, ਫਿਰ ਕਿਸੇ ਦਾ ਇੰਤਜ਼ਾਰ ਹੁੰਦਾ ਕੋਈ ਆਏ ਤੇ ਮੈਨੂੰ ਟੀਕਾ ਲਾਏ ਤਾਂ ਕਿ ਮੈਂ ਰੋਟੀ ਖਾਵਾਂ। ਹਾਂਜੀ ਜੀ ਡਾਕਟਰ ਸਾਹਿਬ ਹੁਣ ਤਾਂ ਬਹੁਤ ਫਰੀ ਜਿਹਾ ਫੀਲ ਕਰਦੇ ਆ ਕਿ ਟੀਕਾ ਲਾਉਣ ਦੀ ਲੋੜ ਨਹੀਂ, ਟੈਬਲੇਟ ਲਈ ਤੇ ਕਿਤਨੀ ਖੁਸ਼ੀ ਦੀ ਗੱਲ। ਬਹੁਤ ਅੱਛੇ, ਬਹੁਤ ਨਾਈਸ। ਬੜੀ ਨਵਾਜ਼ਿਸ਼ ਤੁਹਾਡੀ। ਔਰ ਜਦੋਂ ਸ਼ੁਰੂ ਕੀਤਾ ਸੀ ਉਦੋਂ ਮੈਂ 30 ਦੀ ਸੀ, ਹੁਣ 52 ਹੋ ਗਈ ਹੈ ਤੇ 21-22 ਸਾਲ ਆਉਂਦੀ ਰਹੀ, ਹੁਣ ਬਿਲਕੁਲ ਫਰੀ ਹੈ। ਹਾਂ, ਬਹੁਤ ਮਿਹਰਬਾਨੀ। ਦੇਖੋ, ਥੈਂਕ ਯੂ ਵੈਰੀ ਮਚ। ਤੁਹਾਨੂੰ ਫੋਨ ਕੀਤਾ ਸੀ ਤੇ ਮੇਰੇ ਹਸਬੰਡ ਵੀ ਕੁਝ ਕਹਿਣਾ ਚਾਹੁੰਦੇ, 1 ਮਿੰਟ। ਅੱਛਾ ਅੱਛਾ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ ਜੀ। ਡਾਕਟਰ ਸਾਹਿਬ ਕਿੱਦਾਂ? ਠੀਕ ਹੈ ਜੀ, ਬਿਲਕੁਲ ਠੀਕ ਸਰ, ਥੈਂਕ ਯੂ ਵੈਰੀ ਮਚ। ਬਹੁਤ ਅਸੀਂ ਤੁਹਾਡਾ ਬਹੁਤ ਥੈਂਕਸ ਕਰਦੇ ਆ ਜੀ। ਮਤਲਬ ਤੁਸੀਂ ਸਾਰਿਆਂ ਦੇ ਨਾਲ ਬਹੁਤ ਪਿਆਰ ਦੇ ਨਾਲ ਬੋਲਦੇ ਵੀ ਆ ਔਰ ਵਧੀਆ ਸਪਲੀਮੈਂਟ ਰਾਹੀਂ ਇਲਾਜ ਕਰਦੇ ਆ। ਬੜੀ ਨਵਾਜ਼ਿਸ਼ ਸਰ, ਬਹੁਤ ਮਿਹਰਬਾਨੀ। ਇਹ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਜੀ, ਸਭ ਤੋਂ ਵਧੀਆ ਜਿਹੜੀ ਆ ਜੀ। ਅਸਲ ਚੀਜ਼ ਇਹ ਹੈ ਕਿ ਤੁਹਾਨੂੰ ਵੀ ਜਿਹੜੇ ਲੋਕ ਇੱਥੇ ਆ ਕੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ, ਕਹਿਣ ਦਾ ਮਤਲਬ ਸਿਰਫ ਇੰਨਾ ਹੁੰਦਾ ਹੈ ਕਿ ਇਹ ਪਤਾ ਲੱਗ ਜਾਏ ਕਿ ਸਾਡੀ ਇਸ ਬਿਮਾਰੀ ਤੋਂ ਜਾਨ ਛੁੱਟ ਸਕਦੀ ਹੈ। ਬਿਲਕੁਲ ਜੀ, ਠੀਕ ਹੈ ਨਾ। ਹੁਣ ਅੱਜ ਤੁਹਾਡੀ ਮਿਸਿਸ ਦੀ ਗੱਲ ਸੁਣ ਕੇ ਕਿ 21 ਸਾਲ ਉਹਨਾਂ ਨੇ ਇਨਸੂਲਿਨ ਦਾ ਟੀਕਾ ਲਗਾਇਆ ਹੈ, ਲੇਕਿਨ ਹੁਣ ਉਹਨਾਂ ਨੂੰ 5 ਮਹੀਨੇ ਹੋ ਗਏ ਨੇ, ਟੀਕਾ ਸ਼ਿਕਾ ਛੱਡ ਦਿੱਤਾ ਉਹਨਾਂ ਦਾ, ਇਹ ਪੂਰੀ ਦੁਨੀਆ 'ਚ ਲੋਕ ਸੁਣ ਰਹੇ ਨੇ। ਬੜੀ ਵੱਡੀ ਗੱਲ ਹੈ। ਔਰ ਹੌਸਲਾ ਪੈਦਾ ਹੋ ਜਾਏਗਾ ਲੋਕਾਂ 'ਚ ਕਿ ਅਗਰ ਉਹ ਛੱਡ ਸਕਦੇ ਨੇ ਤੇ ਮੈਂ ਕਿਉਂ ਨਹੀਂ ਛੱਡ ਸਕਦਾ। ਬਿਲਕੁਲ ਜੀ।
ਇੱਕ ਤਰ੍ਹਾਂ ਦਾ ਗਰਦਨ ਨਿਕਲ ਗਈ ਮੁਸੀਬਤ ਚੋਂ, ਜਿਵੇਂ ਕਿ ਗਰਦਨ 'ਚ ਮੁਸੀਬਤ ਇੱਕ ਗੁਲਾਮੀ ਦੀ ਫਸੀ ਹੋਈ ਸੀ ਕਿ ਟੀਕਾ ਲੈ ਕੇ ਨਾਲ ਟੁਰਨਾ ਹੈ, ਜਾਨ ਛੁੱਟ ਗਈ ਨਾ, ਸੋਹਣੇ ਰੱਬ ਨੇ ਕਰਮ ਕਰਤਾ। ਬਹੁਤ ਮਿਹਰਬਾਨੀ ਸਰ, ਬੜੀ ਨਵਾਜ਼। ਬਾਕੀ ਮੇਰਾ ਵੀ ਡਾਕਟਰ ਸਾਹਿਬ ਮੇਰਾ ਭਾਰ ਪਹਿਲਾਂ ਕਾਫੀ ਸੀਗਾ, ਅੱਛਾ, ਤੇ ਉਹ ਫਿਰ ਆਪਾਂ ਮਿਲੇ ਵੀ ਸੀ, ਤੇ ਉਦੋਂ ਕਰੀਬ ਮੈਂ 25 kg ਜਿਹੜਾ ਡਾਊਨ ਲੈਂਦਾ ਜੀ। ਵਾਹ ਕੀ ਬਾਤ ਹੈ, ਕੀ ਬਾਤ ਹੈ। ਇਹ ਮੈਨੂੰ ਵੀ ਥੋੜਾ ਨੁਕਸਾਨ ਦੱਸ ਦਿਓ ਕਿੱਦਾਂ ਕਰਦੇ ਹੋ। ਇਹ ਸਾਡੇ ਲਾਗੇ ਬੈਠੇ ਆ ਜੀ। ਕਿਉਂਕਿ ਇਹ ਸਿਰਫ ਨਾ ਡਾਈਟ ਕਰਕੇ, ਜਿੱਦਾਂ ਇਹਨਾਂ ਨੇ ਦੱਸਿਆ ਡਾਕਟਰ ਸਾਹਿਬ ਨੇ, ਜਿਹੜੇ 4 ਆਟੇ ਮਿਕਸ ਕਰਕੇ ਖਾਣੇ ਆ, ਤੇ ਮਿੱਠਾ ਨਹੀਂ ਖਾਣਾ, ਜਿਹੜੇ ਤਲੀ ਚੀਜ਼ਾਂ, ਤੇਲ ਬਿਲਕੁਲ ਛੱਡਿਆ, ਦੇਸੀ ਘੀ ਖਾਈਦਾ ਜੀ। ਵੈਰੀ ਨਾਈਸ, ਬਹੁਤ ਅੱਛੇ ਭਾਜੀ, ਬਹੁਤ ਅੱਛੇ। ਬੜੀ ਵਿਲ ਪਾਵਰ ਹੈਗੀ ਤੁਹਾਡੀ, ਜਿਹੜਾ ਨਾ ਪਾ ਕੇ ਟਾਲਿਆ। ਅਬਿਸ਼ ਕਿ ਮੈਂ ਵੀ ਏਦਾਂ ਕਰ ਪਾਵਾਂ, ਲੇਕਿਨ ਕੋਸ਼ਿਸ਼। ਜਵਾਨ ਹੋ ਹਾਲੇ ਗਏ ਹੋਰ ਘਟਾਉਣਾ ਜੀ, ਹਾਲੇ 5 ਕਿਲੋ ਹੋਰ ਥੱਲੇ ਲੈ ਕੇ ਆਉਣਾ, ਤੇ ਫਿਰ ਆਪਾਂ ਚੜ੍ਹਦੀ ਕਲਾ ਜੀ। ਤੇ ਤੁਹਾਨੂੰ ਦੇਖ ਕੇ ਜਿਹੜੇ ਤੁਹਾਡੇ ਯਾਰ ਬੇਲੀ ਨੇ ਕਹਿੰਦੇ ਨੇ ਜਵਾਨ ਹੋ ਗਏ ਹੋ ਤੁਸੀਂ। ਉਹ ਕਹਿੰਦੇ ਜੀ, ਉਹ ਕਹਿੰਦੇ ਤੁਸੀਂ ਪਛਾਣ ਹੀ ਨਹੀਂ ਹੁੰਦੇ ਜੀ, ਉਹ ਤਾਂ ਕਹਿੰਦੇ। ਹਾਂ, ਯੰਗ ਬਣ ਜਾਂਦਾ ਬਾਅਦ ਚੋਂ ਵੀ ਪਤਾ ਲੱਗਦਾ। ਭਾਜੀ ਥੈਂਕ ਯੂ ਸੋ ਮਚ ਤੇ ਡਾਕਟਰ ਤੁਹਾਡਾ ਹੀ ਬਹੁਤ ਧੰਨਵਾਦ ਹੈ, ਪਾਰ ਬਣਾਉਂਦਾ, ਤੇ ਬਾਕੀ ਅਕਾਲ ਚੈਨਲ ਦਾ ਬਹੁਤ ਧੰਨਵਾਦ। ਦੇਖੋ ਸਾਰੇ ਪ੍ਰਚਾਰ ਕਰਦੇ, ਇਹਨਾਂ ਦੇ ਰਾਹੀਂ ਸਾਰੇ ਆਪਾਂ ਇੱਥੇ ਪਹੁੰਚਦੇ ਆ, ਤੇ ਤੁਹਾਡੇ ਬਹੁਤ ਤੁਹਾਡੀ ਸੇਵਾ ਸਾਰਿਆਂ ਦੀ ਹੈ ਜੀ। ਬੜੀ ਨਵਾਜ਼ ਭਾਜੀ ਬਹੁਤ ਵੈਲਕਮ। ਆਮ ਗਲੈਡ ਤੁਸੀਂ ਤੰਦਰੁਸਤ ਹੈਗੇ, ਅੱਛਾ ਫੀਲ ਕਰਦੇ, ਬਹੁਤ ਅੱਛਾ ਲੱਗਿਆ ਤੁਸੀਂ ਕਾਲ ਕੀਤਾ। ਇਸੇ ਤਰ੍ਹਾਂ ਹਮੇਸ਼ਾ ਆਪਣਾ ਫੀਡਬੈਕ ਦਿਆ ਕਰੋ, ਸ਼ੇਅਰ ਕਰਿਆ ਕਰੋ, ਤਾਂ ਕਿ ਸਾਰੀ ਦੁਨੀਆ ਨੂੰ ਇਹਦੇ ਲੋਕਾਂ ਦਾ ਵੀ ਫਾਇਦਾ ਹੁੰਦਾ, ਉਹਨਾਂ ਨੂੰ ਪਤਾ ਲੱਗਦਾ ਕਿ ਹੌਸਲਾ ਹੁੰਦਾ। ਸਭ ਨਾ। ਤੋਂ ਵੱਡੀ ਗੱਲ ਇਹ ਹੈ, ਕੋਈ ਜ਼ਰੂਰਤ ਨਹੀਂ ਅਗਰ ਡਾਕਟਰ ਵਲੀ ਨਹੀਂ ਮਿਲ ਸਕਦਾ, ਬਲਕਿ ਇੱਥੇ ਇੱਕ ਚੀਜ਼ ਹੋਰ ਵੀ ਮੈਂ ਦੱਸਣੀ ਜ਼ਰੂਰੀ ਸਮਝਦਾ, ਕਿਉਂਕਿ ਲੋਕ ਬਾਜ਼ ਇਹ ਲੇਬਲ ਮੇਰੇ ਉੱਤੇ ਫਿਕਸ ਕਰ ਦਿੰਦੇ ਆ ਕਿ ਬਲਕਿ ਗੁਰਦੁਆਰੇ 'ਚ ਬੈਠਣਗੇ ਕਿਸੇ ਦੋਸਤ ਯਾਰ ਨਾਲ, ਡਾਕਟਰ ਵਲੀ ਨੇ ਸਾਨੂੰ ਠੀਕ ਕਰ ਦਿੱਤਾ ਹੈ, ਅਸੀਂ ਡਾਕਟਰ ਵਲੀ ਦੀ ਦਵਾਈ ਨਾਲ ਠੀਕ ਹੋ ਗਏ। ਬਿਲਕੁਲ ਐਸੀ ਗੱਲ ਨਹੀਂ ਹੈ। ਔਰ ਇਹ ਗੱਲ ਮੈਂ ਕੋਈ ਐਵੇਂ ਨਹੀਂ ਕਹਿ ਰਿਹਾ ਗੱਲ ਦੇ ਤੌਰ ਤੇ, ਤੁਹਾਨੂੰ ਤੁਹਾਡੀ ਆਪਣੀ ਬੋਡੀ ਨੇ ਠੀਕ ਕੀਤਾ ਹੈ। ਤੁਹਾਨੂੰ ਡਾਕਟਰ ਵਲੀ ਨੇ, ਮੈਂ ਕੋਈ ਦਵਾਈ ਨਹੀਂ ਦਿੰਦਾ, ਮੈਂ ਤਾਂ ਸਿਰਫ ਆਮ ਜਿਹੇ ਵਿਟਾਮਿਨ ਦਿੰਦਾ ਜਾਂ ਤੁਹਾਡੀ ਫੂਡ ਦੇ ਵਿੱਚ ਚੇਂਜਸ ਦੇ ਬਾਰੇ ਤੁਹਾਨੂੰ ਦੱਸ ਦਿੰਦਾ। ਲੇਕਿਨ ਠੀਕ ਜਿਹੜੀ ਚੀਜ਼ ਕਰਦੀ ਹੈ ਤੁਹਾਡਾ ਆਪਣਾ ਪੈਸ਼ਨ ਹੈ। ਬਿਲਕੁਲ ਤੁਸੀਂ ਜਦੋਂ ਇਹ ਤਹਈਆ ਕਰ ਲੈਂਦੇ, ਸੋਚ ਲੈਂਦੇ ਹੋ, ਡਿਸਾਈਡ ਕਰ ਲੈਂਦੇ ਹੋ, ਕਿਉਂਕਿ ਮੇਰੇ ਕੋਲ ਜਦੋਂ ਕੋਈ ਆਂਦਾ ਹੈ ਕਲਾਇੰਟ, ਮੈਂ ਉਹਨੂੰ ਕਹਿੰਦਾ ਕਿ ਡਿਸਾਈਡ ਕਰੋ ਕਿ ਹੁਣ 3 ਤੋਂ 6 ਮਹੀਨੇ ਜਿਵੇਂ ਮੈਂ ਕਹਾਂਗਾ ਤੁਸੀਂ ਕਰਨਾ ਹੈ ਉਸ ਤਰ੍ਹਾਂ, ਉਹ ਫੂਡ ਚੇਂਜਸ ਕਰਨੀਆਂ ਨੇ, ਆਪਣੇ ਆਪ ਨੂੰ ਸਟ੍ਰਿਕਟ ਹੋ ਕੇ ਚੱਲਣਾ ਹੈ, ਔਰ ਫਿਰ ਲੋਕ ਜਦੋਂ ਕਮਿਟਮੈਂਟ ਕਰਦੇ ਨੇ ਫਿਰ ਰਿਜ਼ਲਟ ਮਿਲਦਾ ਹੈ। ਪਰ ਇਹ ਗੱਲ ਅਸੀਂ ਉਹ ਪ੍ਰੋਗਰਾਮ ਤੇ ਜਾਰੀ ਰੱਖਣਾ, ਟਾਈਮ ਬੜਾ ਥੋੜਾ ਰਹਿ ਗਿਆ। ਮੈਨੂੰ ਨਾ ਫਿਜ਼ੀ ਡਰਿੰਕ ਪੀਣ ਦੀ ਬੜੀ ਆਦਤ ਸੀ, ਤੁਸੀਂ ਮੈਨੂੰ ਬੜੀ ਦੋ ਦਫਾ ਫੜਿਆ ਤੇ ਮੈਂ ਕਾਫੀ ਘੱਟ ਕਰ ਦਿੱਤਾ, ਪਰ ਚੋਰੀ ਛੁਪੇ ਫਿਰ ਪੀ ਲੈਂਦਾ ਸੀਗਾ। ਲੇਕਿਨ ਫਿਰ ਇਹ ਦਿਮਾਗ 'ਚ ਗੱਲ ਆਈ, ਚੋਰੀ ਛੁਪੇ ਮੈਂ ਪੀ ਰਿਹਾ, ਲੇਕਿਨ ਤੁਹਾਡੇ ਕੋਲ ਚੋਰੀ ਛੁਪੇ ਮੇਰੀ ਬੋਡੀ ਨੂੰ ਤਾਂ ਨੁਕਸਾਨ ਤੇ ਆਪਣਾ ਕਰ ਉਹ ਜਦੋਂ ਮੇਰੇ ਦਿਮਾਗ 'ਚ ਸਮਝ ਆਈ ਨਾ, ਭਾਈਜਾਨ ਤੁਸੀਂ ਮੇਰੇ ਤੋਂ ਯਕੀਨ ਮੰਨੋ ਕਿ ਅੱਜ ਜਿਹੜਾ ਸੌਫਟ ਡਰਿੰਕ ਮੈਨੂੰ ਜ਼ਹਿਰ ਲੱਗਦਾ, ਆਈ ਕੈਨਟ ਟੇਸਟ ਦੈਟ, ਉਹਦਾ ਮਜ਼ਾ ਨਹੀਂ ਆਉਂਦਾ ਜੀ। ਵੈਰੀ ਗੁੱਡ। ਦੇਖੋ ਅਸੀਂ ਮਜ਼ੇ ਲੈਣ ਤੋਂ ਮਨਾ ਨਹੀਂ ਕਰਦੇ, ਲੇਕਿਨ ਰੱਬ ਨੇ ਜਿਹੜੇ ਮਜ਼ੇ ਰੱਖੇ ਨੇ ਉਹ ਲਵੋ, ਸਹੀ ਠੀਕ ਹੈ। ਗਾਜਰਾਂ ਚੁੱਕ ਕੇ ਲਿਆਓ, ਫਰੈਸ਼ ਜੂਸ ਕੱਢੋ, ਜਿੰਨਾ ਦਿਲ ਕਰਦਾ ਸਰਦੀਆਂ 'ਚ ਪੀਓ, ਠੀਕ ਹੈ। ਔਰੇਂਜਸ ਮਿਲ ਰਹੇ ਨੇ ਉਹ ਲੈ ਕੇ ਆਓ, ਲੇਕਿਨ ਇੱਥੇ ਵੀ ਮੈਂ ਕਹਾਂਗਾ ਕਿ ਗਾਜਰਾਂ ਲੈਣੀਆਂ ਨੇ ਆਰਗੈਨਿਕ ਲਵੋ, ਔਰੇਂਜਸ ਲੈਣੇ ਨੇ ਆਰਗੈਨਿਕ ਲਵੋ। ਤੁਸੀਂ ਮਿਹਰਬਾਨੀ ਕਰੋ, ਮੈਂ ਆਪਣੇ ਇੱਕ ਪ੍ਰੋਗਰਾਮ 'ਚ ਬਾਕਾਇਦਾ ਕੈਲਕੂਲੇਟ ਕਰਕੇ ਤੁਹਾਨੂੰ ਦੱਸਿਆ ਸੀ ਕਿ ਆਰਗੈਨਿਕ ਨਾਨ ਆਰਗੈਨਿਕ 'ਚ 100-200 ਪਾਉਂਡ ਦਾ ਫਰਕ ਪੈਂਦਾ ਹੈ, ਲੇਕਿਨ ਅੱਜ ਤੁਸੀਂ ਬੱਚਿਆਂ ਦੇ ਰੈਫਰੈਂਸ ਨਾਲ ਵੀ ਦੇਖ ਰਹੇ ਹੋ, ਠੀਕ ਹੈ ਨਾ, ਕਿ ਇਹੀ ਪੈਸਟੀਸਾਈਡ ਨੇ ਜਿਹੜੇ ਬੱਚਿਆਂ ਦੇ ਸੈਕਸ ਤੱਕ ਤੇ ਅਫੈਕਟ ਕਰ ਰਹੇ ਨੇ, ਠੀਕ ਹੈ ਨਾ, ਉਹਨਾਂ ਦੀ ਸੈਕਸ਼ੂਅਲ, ਉਹਨਾਂ ਦੇ ਜੈਂਡਰ ਤੱਕ ਅਫੈਕਟ ਕਰ ਰਹੇ ਨੇ, ਘਰ ਟੁੱਟ ਰਹੇ ਨੇ, ਇੱਕ ਮੁਸੀਬਤ ਵਿੱਚ ਫਸ ਗਏ ਆ ਸਾਡੀ ਸੋਸਾਇਟੀ ਜਿਹੜੀ ਹੈ। ਤੇ ਕੀ ਹੋ ਰਿਹਾ, ਅਗਰ ਅੱਜ ਅਸੀਂ ਸਾਰੇ ਲੋਕ ਮਿਲ ਕੇ ਫੁੱਲ ਡਿਮਾਂਡ ਕਰਾਂਗੇ ਕਿ ਸਾਨੂੰ ਆਰਗੈਨਿਕ ਚੀਜ਼ਾਂ ਮਿਲਣ, ਤੁਹਾਨੂੰ ਮੈਂ ਪੌਲ ਜੀ ਹਕੀਕਤ ਕਹਿ ਰਿਹਾ, ਸੁਪਰ ਮਾਰਕੀਟਾਂ ਸਿਵਾਏ ਆਰਗੈਨਿਕ ਦੇ ਹੋਰ ਕੁਝ ਮਿਲੇਗਾ ਹੀ ਨਹੀਂ। ਪਰ ਭਾਜੀ ਜਿੱਦਾਂ ਤੁਸੀਂ ਅੱਜ ਲੋਕਾਂ ਦੀਆਂ ਅੱਖਾਂ ਖੋਲੀਆਂ ਨੇ ਕਿ ਅਸੀਂ ਜਾਣੇ ਬੱਚਿਆਂ ਨੂੰ ਕਿੰਨਾ ਨੁਕਸਾਨ ਪਹੁੰਚਾ ਰਹੇ, ਬਹੁਤ ਨੁਕਸਾਨ ਹੈ, ਬਹੁਤ ਭਾਜੀ ਦੁੱਖ ਲੱਗਦਾ ਦਿਲ ਨੂੰ ਕਿ ਯਾਰ ਤੁਸੀਂ ਕੀ ਕਰਦੇ, ਕਿਉਂ ਕਮਾਈ ਕਦੇ ਲਈ ਕਰ ਰਹੇ ਹੋ? ਅਗਰ ਤੁਸੀਂ ਬੱਚੇ ਨੂੰ ਦਿਨ ਰਾਤ ਉਹ ਖਿਲਾ ਕੇ ਜ਼ਹਿਰ, ਉਹਦਾ ਤੁਸੀਂ ਇਨਸਾਨ ਤੋਂ ਇਨਸਾਨ ਹੀ ਨਹੀਂ ਰਹਿੰਦਾ ਬੱਚਾ, ਨਹੀਂ ਬਿਲਕੁਲ ਨਹੀਂ, ਉਹਦਾ ਸਾਰੀ ਮਸ਼ੀਨਰੀ ਚੇਂਜ ਹੈ। ਇਸ ਲਈ ਸਭ ਤੋਂ ਜ਼ਿਆਦਾ ਖੌਫ ਜਿਹੜਾ ਆਉਂਦਾ ਹੈ ਨਾ, ਹੁਣ ਮੈਂ ਤੁਹਾਨੂੰ 2 ਬੱਚੀਆਂ ਦੀ ਮਿਸਾਲ ਦਿੱਤੀ ਕਿ ਪੇਰੈਂਟਸ ਦੇ ਨਾਲ ਆਈਆਂ, 16 ਸਾਲ ਦੀ ਬੱਚੀ, ਟਾਈਪ 2 ਡਾਇਬਟੀਜ਼। ਮੇਰੇ ਲਈ ਸਭ ਤੋਂ ਜ਼ਿਆਦਾ ਖੌਫਨਾਕ ਇਹ ਹੁੰਦਾ ਹੈ ਕਿ ਕਿਆ ਇਹ ਬੱਚੀ ਜਾਂ ਇਹ ਬੱਚਾ ਮਾਂ ਜਾਂ ਪਿਓ ਬਣ ਸਕਦਾ? ਮੈਨੂੰ ਤਾਂ ਨਹੀਂ ਲੱਗਦਾ ਕਿ ਉਹ 2 ਬੱਚੀਆਂ ਅਗਰ ਉਹਨਾਂ ਨੇ ਆਪਣੇ ਆਪ ਨੂੰ ਠੀਕ ਨਾ ਕੀਤਾ, ਉਹਨਾਂ ਨੇ ਆਪਣੀ ਈਟਿੰਗ ਹੈਬਿਟ ਠੀਕ ਨਾ ਕੀਤੀ, ਔਰ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਪ੍ਰੋਪਰ ਟਾਈਮ ਦੇਣਾ ਨਾ ਸ਼ੁਰੂ ਕੀਤਾ, ਤੇ ਇਹੋ ਜਿਹੀਆਂ ਬੱਚੀਆਂ ਜਾਂ ਇਹੋ ਜਿਹੇ ਬੱਚੇ ਉਹ ਮਾਂ ਔਰ ਪਿਓ ਬਣ ਹੀ ਨਹੀਂ ਸਕਦੇ, ਉਹਨਾਂ ਦੀ ਖਤਮ, ਉਹ ਉੱਥੇ ਫੁੱਲ ਸਟਾਪ ਲੱਗ ਗਿਆ। ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕੀ, ਫਿਰ ਤੁਹਾਡੇ ਕੀ ਹੱਥ ਹੈ, ਕਿਹਦੀ ਸਾਰੀ ਜ਼ਿੰਦਗੀ ਗੁਲਾਮੀ ਕੀਤੀ ਹੈ,
ਔਰ ਜਾ ਕੇ ਫੈਕਟਰੀਆਂ ਦੇ ਵਿੱਚ ਨੌਕਰੀਆਂ ਕੀਤੀਆਂ ਜਾਂ ਕੰਪਨੀਆਂ ਵਿੱਚ ਨੌਕਰੀਆਂ ਕੀਤੀਆਂ, ਕਿਹਦੇ ਲਈ ਕੀਤੀਆਂ? ਠੀਕ ਹੈ, ਤੁਹਾਡੀ ਨਸਲ ਤੇ ਉੱਥੇ ਤੁਹਾਡੇ ਸਾਹਮਣੇ ਖਤਮ ਹੋ ਗਈ ਹੈ। ਪਰ ਜੋ ਨਾ ਹੋਪ ਓਨੈਸਟਲੀ ਕਹਿਣਾ ਪਿਆ, ਮੈਨੂੰ ਬਹੁਤ ਦੁੱਖ ਲੱਗਿਆ, ਕੋਈ ਬੁਰਾ ਨਾ ਮੰਨਿਓ, ਬੱਚੇ ਨਿਗਲੈਕਟ ਹੋ ਰਹੇ ਨੇ ਬਹੁਤ। ਅਸੀਂ ਮਟੀਰੀਅਲਾਈਜ਼ ਕਾਰਾਂ ਪਿੱਛੇ ਚਲੇ ਗਏ, ਨਵੇਂ ਨਵੇਂ ਡਿਜ਼ਾਈਨਰ ਕੱਪੜੇ ਕਾ ਮਕਾਨ ਦੇ ਵਿੱਚ ਮੇਰੇ ਉਹਦੇ ਪਾਸ 2 ਮਕਾਨ ਹੈ, ਮੇਰੇ ਪਾਸ 4 ਮਕਾਨ ਹੈ। ਬੱਚਾ ਬੇਸ਼ੱਕ ਇੱਕ ਦੂਸਰੇ ਡਾਇਰੈਕਸ਼ਨ 'ਚ ਜਾਂਦਾ ਹੋਵੇ। ਨਾਲੇ ਅਸੀਂ ਆਪਣੇ ਬੱਚਿਆਂ ਨੂੰ ਵੀ ਪ੍ਰੋਪਰਲੀ ਐਜੂਕੇਟ ਨਹੀਂ ਕੀਤਾ ਕਿ ਉਹਨਾਂ ਨੂੰ ਵੀ ਕੌਨਸ਼ੀਅਸ ਹੋ ਜਾਣ ਕਿ ਫੂਡ ਕਿੰਨੀ ਇੰਪੋਰਟੈਂਟ ਚੀਜ਼ ਹੈ, ਨਿਊਟ੍ਰੀਐਂਟਸ ਕਿੰਨੇ ਇੰਪੋਰਟੈਂਟ ਨੇ। ਸਾਡੇ ਬੱਚਿਆਂ ਨੂੰ ਕੋਈ ਪਤਾ ਨਹੀਂ ਹੈ। ਦੇ ਪਰ ਇੱਕ ਗੱਲ ਹੈ, ਜਦੋਂ ਛੋਟੇ ਹੁੰਦੇ ਉਦੋਂ ਤੇ ਉਹਨਾਂ ਨੂੰ ਸਮਝ ਨਹੀਂ, ਉਹ ਤੇ ਪੇਰੈਂਟਸ ਦਾ ਫਰਜ਼ ਉਹੀ ਤਾਂ ਮੈਂ ਕਹਿ ਰਿਹਾ ਕਿ ਪੇਰੈਂਟਸ ਨੂੰ ਉਹਨਾਂ ਨੇ ਦੱਸਿਆ ਨਹੀਂ ਆਪਣੇ ਦੱਸਿਆ ਨਹੀਂ ਬੱਚਿਆਂ ਬੱਚਿਆਂ ਨੂੰ ਨੂੰ ਕਿ ਬੇਟਾ ਇਹ ਜੂਸ ਨਹੀਂ ਪੀਣਾ, ਇਹ ਫਲਾਂ ਚੀਜ਼ ਨਹੀਂ ਖਾਣੀ, ਇਹ ਸਬਜ਼ੀ ਮੈਂ ਤੇਰੇ ਲਈ ਅੱਜ ਆਰਗੈਨਿਕ ਲੈ ਕੇ ਆਈ ਹਾਂ। ਆਜੋ ਅੱਜ ਅਸੀਂ ਫਲਾਂ ਸੁਪਰਮਾਰਕੀਟ ਚੱਲਦੇ ਹਾਂ, ਉੱਥੋਂ ਅਸੀਂ ਆਰਗੈਨਿਕ ਸਬਜ਼ੀਆਂ ਲਵਾਂਗੇ। ਉਹਨਾਂ ਨੂੰ ਐਜੂਕੇਟ ਕਰੋ, ਉਹਨਾਂ ਨੂੰ ਪਤਾ ਲੱਗੇ ਕਿ ਇੱਕ ਕੈਮੀਕਲ ਵਾਲੀ ਚੀਜ਼ ਜਾਂ ਨਾਨ ਆਰਗੈਨਿਕ ਚੀਜ਼ ਵਿੱਚ ਕੀ ਫਰਕ ਹੁੰਦਾ ਹੈ, ਆਰਗੈਨਿਕ ਔਰ ਨਾਨ ਆਰਗੈਨਿਕ ਦੀ ਡਿਫਰੈਂਸ, ਤਾਂ ਕਿ ਬੱਚੇ ਇੰਟਰਨਲੀ ਕੌਨਸ਼ੀਅਸ ਹੋ ਜਾਣ ਕਿ ਦੇਖੋ ਇਹ ਚੀਜ਼ਾਂ ਸਾਡੇ ਸੈਕਸ ਲਾਈਫ ਤੇ, ਸਾਡੇ ਜੈਂਡਰ ਤੇ ਇਫੈਕਟ ਕਰਨਗੀਆਂ, ਸਾਡੇ ਫਿਊਚਰ ਤੇ ਇਫੈਕਟ ਕਰਨਗੀਆਂ, ਸਾਨੂੰ ਸਿੱਖ ਬਣਾਉਂਦੀਆਂ ਨੇ। ਅਗਰ ਬੱਚੇ ਨੂੰ ਤੁਸੀਂ ਇਹ ਚੀਜ਼ ਦੱਸ ਦਿਓ, ਤੁਹਾਨੂੰ ਬਾਅਦ ਚ ਉਹਦੇ ਪਿੱਛੇ ਪੈਣ ਦੀ ਜ਼ਰੂਰਤ ਨਹੀਂ, ਉਹਨੂੰ ਖੁਦ ਹੀ ਸਮਝ ਆ ਜਾਣਾ। ਪਰ ਜੇ ਹੁਣ ਅਸੀਂ ਵਾਪਸ ਉਹ ਪੁਆਇੰਟ ਤੇ ਜਾਈਏ, ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਰਿਵਰਸੇਬਲ ਹੈਗਾ, ਇਹ ਜਿਹੜੇ ਇਸ਼ੂ ਹੈਗੇ ਜੋ ਵੀ ਦੇਖਦੇ ਨੇ, ਆਪਣੇ ਦਰਦਾਰ ਸਿੰਘ ਨੇ ਦੱਸਿਆ, ਉਹਨਾਂ ਨੂੰ ਬਹੁਤ ਸਾਰੇ ਕਾਲ ਆਏ। ਇੱਕ ਕਾਫੀ ਘਰ ਇਹ ਚੀਜ਼ ਹੈਗਾ ਇਸ਼ੂ, ਓਪਨਲੀ ਡਿਸਕਸ ਨਹੀਂ ਕੀਤਾ ਜਾਂਦਾ, ਲੇਕਿਨ ਆਮ ਗਲੈਡ ਉਹਨਾਂ ਕਿ ਲੋਕ ਉਹਦੇ ਪਾਸੇ ਗੱਲ ਕਰਦੇ ਜਿੱਥੇ ਉਹਨਾਂ ਨੂੰ ਥੋੜਾ ਬਹੁਤਾ ਕੌਨਫੀਡੈਂਸ ਹੁੰਦਾ ਹੈ। ਅੱਜ ਅਸੀਂ ਟੀਵੀ ਦੇ ਉੱਪਰ ਓਪਨਲੀ ਗੱਲ ਕਰਦੇ ਹਾਂ। ਹੋਪ ਮੈਂ ਉਮੀਦ ਰੱਖਦਾ ਹੈ ਜਿਹੜੇ ਵੀ ਤੁਸੀਂ ਵਾਚ ਕਰਦੇ ਹੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡਾ ਫਾਇਦਾ, ਤੁਹਾਡੇ ਬੱਚੇ ਦਾ ਫਾਇਦਾ ਹੋਏਗਾ, ਸਾਨੂੰ ਖੁਸ਼ੀ ਹੋਏਗੀ ਉਹਦੇ ਵਿੱਚ, ਬਹੁਤ ਅੱਛਾ ਲੱਗੇਗਾ। ਦੇਖੋ ਇਹਦੇ ਵਿੱਚ ਇੱਕ ਚੀਜ਼ ਮੈਂ ਇਹ ਵੀ ਦੱਸ ਦਿਆਂ ਪੇਰੈਂਟਸ ਨੂੰ ਕਿ ਹੋਪਲੈਸ ਨਹੀਂ ਹੋਣਾ ਹੈ। ਠੀਕ ਹੈ ਨਾ, ਕਿ ਉਹ ਮੇਰਾ ਬੱਚਾ 18 ਸਾਲ ਦਾ ਹੋ ਗਿਆ ਜਾਂ ਮੇਰੀ ਬੱਚੀ 20 ਸਾਲ ਦੀ ਹੋ ਗਈ ਔਰ ਉਹਦੀ ਸੋਚ ਇਸ ਤਰ੍ਹਾਂ ਦੀ ਹੈ, ਉਹਨੂੰ ਕੋਈ ਇੰਟਰਸਟ ਨਹੀਂ ਹੈ ਆਪਣੀ ਫੈਮਿਲੀ ਬਣਾਉਣ 'ਚ, ਵਿਆਹ ਕਰਨ 'ਚ, ਅੱਗੇ ਆਪਣੀ ਨਸਲ ਨੂੰ ਚਲਾਉਣ 'ਚ ਉਹਦੀ ਇੰਟਰਸਟ ਨਹੀਂ ਹੈ, ਔਰ ਤੁਸੀਂ ਹੋਪਲੈਸ ਹੋ ਕੇ ਬੈਠ ਜਾਓ। ਕੋਈ ਹੋਪਲੈਸ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਸਾਰੀਆਂ ਚੇਂਜਸ ਹਾਰਮੋਨਸ ਦੀ ਵਜ੍ਹਾ ਨਾਲ ਹੋ ਰਹੀਆਂ ਹੁੰਦੀਆਂ ਨੇ, ਔਰ ਇਹ ਸਾਰੀਆਂ ਚੇਂਜਸ ਖਾਸ ਤੌਰ ਤੇ ਅਰਲੀ ਏਜ ਵਿੱਚ, ਯਾਨੀ 15 ਸਾਲ ਤੋਂ ਪਹਿਲੇ ਜਾਂ 20 ਸਾਲ 18 ਸਾਲ ਤੋਂ ਪਹਿਲੇ ਅਗਰ ਬੱਚੇ ਨੂੰ ਲੈ ਲਿਆ ਜਾਏ, ਉਹਦੀ ਫੂਡ ਚੇਂਜ ਕਰਾ ਦਿੱਤੀ ਜਾਏ, ਉਹਦੇ ਤੋਂ ਸਟ੍ਰੈਸ ਹਟਾ ਲਿਆ ਜਾਏ, ਉਹਨੂੰ ਰਿਲੈਕਸ ਹੋਣ ਦੇ ਤਰੀਕੇ ਦੱਸੇ ਜਾਣ ਔਰ ਉਹਨੂੰ ਕੋਈ ਖਾਸ ਕਿਸਮ ਦੀ ਨਿਊਟ੍ਰੀਸ਼ਨਲ ਸਪੋਰਟ ਦਿੱਤੀ ਜਾਏ, ਤੇ ਯਕੀਨਨ ਚੇਂਜ ਹੋ ਜਾਂਦੇ ਨੇ ਬੱਚੇ। ਪਰ ਇੰਨਾ ਕੁਝ ਜਾਣਦੇ ਹੋਏ ਥੋੜੇ ਨਾਲ 2 ਟੈਸਟਾਂ ਤੋਂ ਸ਼ੋ ਕਰਦੇ ਕਾਫੀ ਨੌਲੇਜ ਹੋ ਗਈ, ਲੇਕਿਨ ਇਹ ਚੀਜ਼ ਦਾ ਅੱਜ ਮੇਰੇ ਦਿਮਾਗ 'ਚ ਗੱਲ ਆਈ ਹੈ ਬਿਕੋਜ਼ ਲੋਕ ਆਮ ਜਦੋਂ ਕਿਸੇ ਦਾ ਇਸ਼ੂ ਹੁੰਦਾ, ਕਿਸੇ ਪਾਸ ਗੱਲ ਹੁੰਦੀ ਨਾ, ਉਹ ਕਹਿੰਦੇ ਕਿ ਆਈ ਥਿੰਕ ਤੁਸੀਂ ਬੱਚੇ ਨੂੰ ਤੰਗ ਨਾ ਕਰੋ, ਐਕਸੈਪਟ ਦ ਵੇ ਹੀ ਇਜ਼, ਤੇ ਉਹ ਤਾਂ ਫਿਰ ਗਲਤ ਗੱਲ ਹੈ ਨਾ। ਬਿਲਕੁਲ, ਦੇਖੋ ਤੁਸੀਂ ਉਹਦੇ ਨਾਲ ਬੈਠੋ, ਟਾਈਮ ਗੁਜ਼ਾਰੋ। ਤੁਹਾਨੂੰ ਅਗਰ ਉਹਦਾ ਪ੍ਰੋਬਲਮ ਕੋਈ ਜੈਨੇਟਿਕ ਹੈ, ਬਾਜ਼ ਬੱਚੇ ਉਹਨਾਂ ਦੇ ਜੈਂਡਰ ਚੇਂਜ ਹੁੰਦਾ ਹੈ, ਉਹਨਾਂ ਦੇ ਜੀਨਸ ਫਾਲਟੀ ਜੀਨਸ ਹੁੰਦੇ ਨੇ, ਉਹ ਅਲੱਗਾ ਚੀਜ਼ ਹੈ। ਲੇਕਿਨ ਅਗਰ ਉਹਨੂੰ ਕੈਮੀਕਲ, ਅਸੀਂ ਇਹਨੂੰ ਕਹਿੰਦੇ ਕੈਮੀਕਲ ਕਾਸਟ੍ਰੇਸ਼ਨ ਹੋ ਰਹੀ ਹੈ, ਯਾਨੀ ਕੈਮੀਕਲ ਐਸਾ ਹੈ ਜਿਹੜਾ ਉਸ ਬੱਚੇ ਦੇ ਜਿਹੜੀ ਰੀਪਰੋਡਕਟਿਵ ਆਰਗਨਸ ਨੇ ਉਹਨਾਂ ਨੂੰ ਡੈਮੇਜ ਕਰ ਰਿਹਾ ਹੈ, ਤੇ ਉਹਨੂੰ ਤਾਂ ਅਸੀਂ ਕੰਟਰੋਲ ਕਰ ਸਕਦੇ ਹਾਂ। ਔਰ ਜਿਵੇਂ ਮੈਂ ਕਿਹਾ ਕਿ ਜਦੋਂ ਬੱਚਾ ਅਰਲੀ ਸਟੇਜ ਤੇ ਹੁੰਦਾ ਹੈ, ਕਿਉਂਕਿ ਉਹਦੀ ਬਾਡੀ ਇਤਨੀ ਤੇਜ਼ੀ ਨਾਲ ਰੀਜਨਰੇਟ ਹੋ ਰਹੀ ਹੁੰਦੀ ਹੈ ਕਿ ਮਾਯੂਸ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨੂੰ ਉਸੇ ਸਟੇਜ ਤੇ ਅਗਰ ਪਕੜ ਲਿਆ ਜਾਏ ਔਰ ਉਹਨੂੰ ਉਹਦੀ ਸਪੋਰਟ ਕੀਤੀ ਜਾਏ, ਉਹ ਰਿਵਰਸ ਹੋ ਜਾਂਦਾ, ਉਹ ਠੀਕ ਹੋ ਜਾਂਦਾ ਹੁੰਦਾ। ਪਰ ਜੇ ਹਾਲੇ ਤੇ ਤੁਸੀਂ ਇਨਸੈਕਟੀਸਾਈਡ ਵਗੈਰਾ ਇਦਾਂ ਦੀ ਚੀਜ਼ਾਂ ਯੂਜ਼ ਨਾਲ ਤਕਲੀਫ ਹੁੰਦੀ, ਉਹਦਾ ਤੁਸੀਂ ਦੱਸਿਆ ਇਫੈਕਟ ਹੁੰਦਾ ਹੈ। ਅੱਜ ਕੱਲ੍ਹ ਮੈਡੀਕੇਸ਼ਨ ਦੇ ਸਾਈਡ ਇਫੈਕਟ ਵੀ ਤਾਂ ਬਹੁਤ ਹੈਗੇ ਨੇ। ਦੇਖੋ ਪਹਿਲੀ ਗੱਲ ਤੇ ਹੈ ਕਿ ਮੈਨੂੰ ਨਹੀਂ ਪਤਾ ਕਿ ਮੈਡੀਕੇਸ਼ਨ ਕੀ ਚੀਜ਼ ਹੈ। ਮੈਂ ਤੇ ਇੰਨਾ ਸਮਝਦਾ ਕਿ ਇਹ ਡਰੱਗਸ ਨੇ, ਖੁਦ ਕਹਿ ਜਾਂਦਾ ਨਾ, ਬਲਕਿ ਤੁਹਾਡਾ ਡਾਕਟਰ ਤੁਹਾਨੂੰ ਖੁਦ ਕਹਿੰਦਾ ਕਿ ਮੈਂ ਤੁਹਾਨੂੰ ਇਹ ਡਰੱਗਸ ਦੇ ਰਿਹਾ ਵਾਂ ਔਰ ਇਹ ਡਰੱਗਸ ਤੁਸੀਂ ਲਾਈਫ ਲਈ ਖਾਣੀਆਂ ਨੇ। ਡਰੱਗਸ ਜਿਹੜੀ ਹੈ ਉਹਨੂੰ ਅਸੀਂ ਆਮ ਤੌਰ ਤੇ ਇੱਕ ਨਸ਼ਾ ਹੀ ਗਿਣਦੇ ਹਾਂ ਨਾ, ਔਰ ਨਸ਼ਾ ਇਹ ਹੁੰਦਾ ਕਿ ਜਦੋਂ ਕੋਈ ਨਸ਼ੇ ਤੇ ਲੱਗ ਗਿਆ ਤਾਂ ਬਸ ਹੁਣ ਨਸ਼ੇ ਤੇ ਚੱਲਣਾ ਹੀ ਆ, ਠੀਕ ਹੈ ਨਾ। ਤੇ ਸਾਫ਼ ਗੱਲ ਹੈ ਕਿ ਤੁਸੀਂ, ਲੇਕਿਨ ਬਾਜ਼ ਸੂਰਤਾਂ ਦੇ ਵਿੱਚ ਡਰੱਗਸ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ, ਉਹਨਾਂ ਦੀ ਆਪਣੀ ਇੱਕ ਵੈਲਿਊ ਹੈ ਸੁਸਾਇਟੀ ਦੇ ਵਿੱਚ, ਮੈਡੀਕਲ ਸਿਸਟਮ ਦੇ ਵਿੱਚ। ਲੇਕਿਨ ਇਹੋ ਜਿਹੇ ਜਿਹੜੇ ਮਸਲੇ ਨੇ, ਇਹ ਮੇਰੀ ਨਜ਼ਰ 'ਚ ਡਰੱਗਸ ਨਾਲੋਂ ਫੈਮਿਲੀ ਦੀ ਸਪੋਰਟ ਨਾਲ ਜ਼ਿਆਦਾ ਬਿਹਤਰ ਤਰੀਕੇ ਨਾਲ ਹੱਲ ਹੋ ਸਕਦੇ ਨੇ। ਫੂਡ ਚੇਂਜਸ ਨਾਲ, ਇਨਵਾਇਰਨਮੈਂਟ ਚੇਂਜ ਕਰਨ ਨਾਲ, ਬੱਚੇ ਦੀ ਥਿੰਕਿੰਗ ਚੇਂਜ ਕਰਨ ਨਾਲ ਬਹੁਤ ਜ਼ਿਆਦਾ ਫਰਕ ਪੈ ਸਕਦਾ। ਤੁਸੀਂ ਟਾਈਮ ਦੇਣਾ ਸ਼ੁਰੂ ਕਰੋ ਆਪਣੇ ਬੱਚਿਆਂ ਨੂੰ, ਠੀਕ ਹੈ ਨਾ। ਡਰੱਗਸ ਇਹਦਾ ਕੋਈ ਹੱਲ ਨਹੀਂ ਹੈ, ਨੇਚਰ ਵਿੱਚ ਇਹਦੇ ਕੋਲ ਹੱਲ ਨੇ।
ਨੇਚਰ ਅਗਰ ਫਰਜ਼ ਕਰੋ ਹੁਣ ਇੱਕ ਹੋਰ ਪ੍ਰੋਬਲਮ ਹੁੰਦਾ ਹੈ ਮਸਲਨ ਮੈਂ ਹੁਣ ਕਈ ਪੇਰੈਂਟਸ ਨੂੰ ਕਿਹਾ ਹੈ ਕਿ ਅਗਰ ਤੁਹਾਨੂੰ ਆਪਣਾ ਫਰਜ਼ ਕਰੋ ਬੇਟਾ ਹੈ ਤੁਹਾਡਾ 12-13 ਸਾਲ ਦਾ 14 ਸਾਲ ਦਾ ਔਰ ਤੁਹਾਨੂੰ ਹਲੇ ਤੱਕ ਉਹਦੀ ਆਵਾਜ਼ ਨਹੀਂ ਚੇਂਜ ਹੋਈ ਪਤਲੀ ਲੜਕੀਆਂ ਵਰਗੀ ਆਵਾਜ਼ ਹੈ ਉਹਦੀ ਔਰ ਉਹਦੇ ਫੀਮੇਲ ਕਰੈਕਟਰਿਸਟਿਕ ਨੇ ਤੁਹਾਨੂੰ ਨਜ਼ਰ ਆ ਰਿਹਾ ਨਜ਼ਰ ਆ ਰਹੀ ਤੁਸੀਂ ਫੌਰੀ ਤੌਰ ਤੇ ਉਸ ਬੱਚੇ ਦੇ ਹਾਰਮੋਨ ਟੈਸਟ ਕਰਾਓ ਟੈਸਟੋਸਟੀਰੋਨ ਹਾਰਮੋਨ ਟੈਸਟ ਕਰਾਓ ਉਹਦਾ ਲੇਕਿਨ ਟੈਸਟੋਸਟੀਰੋਨ ਹਾਰਮੋਨ ਬਲੱਡ 'ਚ ਨਹੀਂ ਚੈੱਕ ਕਰਾਉਣਾ ਤੁਸੀਂ ਬਲਕਿ ਮੈਂ ਆਪਣੇ ਸਟਾਫ ਨੂੰ ਕਹਾਂਗਾ ਉਹ ਫੇਸਬੁੱਕ ਪੇਜ ਤੇ ਲਗਾ ਦੇਣਗੇ ਕਿਉਂਕਿ ਅਸੀਂ ਇੱਥੇ ਹੁਣ ਮੈਂ ਬੋਲ ਕੇ ਦੱਸਿਆ ਤਾਂ ਟਾਈਮ ਕਾਫੀ ਨਿਕਲ ਜਾਣਾ ਹੈ ਕਿ ਟੈਸਟੋਸਟੀਰੋਨ ਦਾ ਲੈਵਲ ਜਿਹੜਾ ਹੈ ਉਹਨੂੰ ਕਿਵੇਂ ਚੈੱਕ ਕਰਨਾ ਔਰ ਬੱਚੇ ਦੇ ਵਿੱਚ ਕਿੰਨਾ ਹੋਣਾ ਚਾਹੀਦਾ ਹੈ ਔਰ ਮੈਂ ਕੁਝ ਲੈਬ ਜਿਹੜੀਆਂ ਨੇ ਯੂਕੇ ਦੀਆਂ USA ਦੀਆਂ ਔਰ ਆਸਟ੍ਰੇਲੀਆ ਉਹ ਵੀ ਮੈਂ ਕੋਸ਼ਿਸ਼ ਕਰਾਂਗਾ ਪਾ ਦਿਆਂਗਾ ਤੁਸੀਂ ਖੁਦ ਕੰਟੈਕਟ ਕਰੋ ਕਰਾਓ ਔਰ ਅਗਰ ਤੁਹਾਨੂੰ ਉਹਨਾਂ ਦੇ ਟੈਸਟਾਂ ਦੀ ਸਮਝ ਨਹੀਂ ਆਈ ਤੁਸੀਂ ਮੈਨੂੰ ਟੈਸਟ ਭੇਜ ਦਿਓ ਕੋਈ ਮੈਂ ਕੋਈ ਫੀਸ ਨਹੀਂ ਲੈਂਦਾ ਹੁੰਦਾ ਬਹੁਤ ਅੱਛੀ ਗੱਲ ਟੈਸਟ ਭੇਜ ਦਿਓ ਮੈਂ ਦੇਖ ਲਵਾਂਗਾ ਅਗਰ ਮੇਰੇ ਲਈ ਕੋਈ ਵਰਿੰਗ ਚੀਜ਼ ਹੋਏਗੀ ਮੇਰਾ ਆਫਿਸ ਕੰਟੈਕਟ ਕਰੇਗਾ ਤੁਹਾਡੀ ਮੇਰੀ ਗੱਲ ਕਰਾਏਗਾ ਅਸੀਂ ਕੋਈ ਨਾ ਕੋਈ ਸੋਲੂਸ਼ਨ ਲੱਭ ਲਵਾਂਗੇ ਜਾਂ ਅਗਰ ਤੁਹਾਡੇ ਕੋਲ ਐਕੂਰੇਟ ਟੈਸਟ ਆ ਜਾਣ ਆਪਣੇ ਬੱਚੇ ਦੇ ਹਾਰਮੋਨਸ ਦੇ ਲੈਵਲ ਦੇ ਲੇਕਿਨ ਯਾਦ ਰੱਖਣਾ ਕਿ ਸਲਾਈਵੇ ਚੋਂ ਲੈਣਾ ਹੈ ਉਹਦਾ ਹਾਰਮੋਨ ਦਾ ਲੈਵਲ ਬਲੱਡ ਚੋਂ ਇਹਦੇ ਮਤਲਬ ਦਾ ਇੱਕ ਹੋਰ ਸ਼ੋਅ ਕਰਨਾ ਪਏਗਾ ਬਹੁਤ ਇੰਪੋਰਟੈਂਟ ਹੈ ਆਖਿਰ ਦੇ ਵਿੱਚ ਮੈਂ ਆਪਣੇ ਭਾਜੀ ਦਿਦਾਰ ਸਿੰਘ ਦਾ ਰੀਅਲੀ ਸ਼ੁਕਰਾਨਾ ਕਰਦਾ ਬਿਕੋਜ਼ ਜਿੰਨੇ ਵੀ ਤੁਸੀਂ ਬੈਠੇ ਕਾਰ ਪ੍ਰੋਗਰਾਮ ਦੇਖਿਆ ਅਗਰ ਕਿਸੇ ਦੀ ਲਾਈਫ ਚੇਂਜ ਹੋ ਸਕੇਗੀ ਘਰ ਦੇ ਵਿੱਚ ਕੁਝ ਸ਼ਾਂਤੀ ਹੋ ਸਕਦੀ ਹੈ ਅੰਡਰਸਟੈਂਡਿੰਗ ਹੋ ਸਕਦੀ ਹੈ ਵਿਦ ਦ ਪੇਰੈਂਟਸ ਐਂਡ ਦ ਚਾਈਲਡ ਬਹੁਤ ਅੱਛੀ ਗੱਲ ਹੈ ਇਸੇ ਤਰ੍ਹਾਂ ਤੁਸੀਂ ਹਮੇਸ਼ਾ ਮੈਂ ਕਹਿੰਦਾ ਕਾਲ ਚੈਨਲ ਨੂੰ ਸਪੋਰਟ ਕਰੋ ਅਸੀਂ ਕੋਸ਼ਿਸ਼ ਕਰਦੇ ਹਾਂ ਦੇ ਪ੍ਰੋਗਰਾਮ ਲੈ ਕੇ ਨੈਕਸਟ ਵੀਕ ਡਾਕਟਰ ਵਲੀ ਨਾਲ ਫਿਰ ਮੁਲਾਕਾਤ ਹੋਗੀ ਤਬ ਤੱਕ ਰਾਗ ਰੱਖਾ ਸਤਿ ਸ਼੍ਰੀ ਅਕਾਲ ਜੀ